ਲਓ ਜੀ, ਇੱਕ ਨਾ ਆਹ ਤੁਹਾਡੇ ਸਾਹਮਣੇ ਇੱਕ ਸਰਕਟ ਬਣਾਇਆ ਹੈਗਾ। ਕੁਝ ਸਰਕਟ ਜਿਹੜੇ ਹੁੰਦੇ ਨੇ ਉਹ ਨਾ ਉਹਨਾਂ ਦੀਆਂ ਵੈਲਿਊਜ਼ ਨਹੀਂ ਦਿੱਤੀਆਂ ਹੁੰਦੀਆਂ ਹੈਗੀਆਂ, ਉਹ ਮੈਥਮੈਟਿਕਲ ਫਾਰਮ ਦੇ ਵਿੱਚ ਹੀ ਪੁੱਛੇ ਹੁੰਦੇ ਨੇਗੇ। ਜਿਵੇਂ ਕਿ ਤੁਹਾਨੂੰ ਦੂਜੀ ਵੀਡੀਓ ਦੇ ਵਿੱਚ, ਮੈਥ ਦੀ ਵੀਡੀਓ ਦੇ ਵਿੱਚ ਕਰਵਾਇਆ ਸੀਗਾ। ਹੁਣ ਜੇ ਆਹ ਦੋ ਸਰਕਟ ਨੇਗੇ, ਇੱਕ ਰਜਿਸਟੈਂਸ ਹੈ ਕਿ ਇਹ ਰਜਿਸਟੈਂਸ ਜਿਹੜੀ ਪਹਿਲੀ ਲੱਗੀ ਇਹਦਾ ਨਾਂ ਲਿਖਿਆ ਆਪਾਂ A, ਇਹਦਾ ਨਾਂ ਲਿਖਿਆ ਆਪਾਂ B। ਜ਼ਿਆਦਾਤਰ ਸਾਨੂੰ ਜਿਹੜੀਆਂ ਵੈਲਿਊ ਦਿੱਤੀਆਂ ਹੁੰਦੀਆਂ ਨੇਗੀਆਂ ਨਾ ਰਜਿਸਟੈਂਸਾਂ ਦੀਆਂ, ਉਹ ਜਿਵੇਂ 2 3 4 5 ਇਦਾਂ ਦਿੱਤੀਆਂ ਹੁੰਦੀਆਂ ਨੇਗੀਆਂ। ਪਰ ਇੱਥੇ ਨਹੀਂ ਏਦਾਂ ਦਿੱਤੀਆਂ ਹੋਈਆਂ। ਇੱਥੇ ਜਿਹੜੀਆਂ ਦਿੱਤੀਆਂ ਹੋਈਆਂ ਨੇਗੀਆਂ ਉਹ ਇੱਕ ਦਾ ਨਾਂ ਕਹਿੰਦਾ R ਆ, ਇੱਕ ਦਾ ਨਾਂ ਕਹਿੰਦਾ ਕੀ ਹੈਗਾ 2R ਆ। ਉਹ ਹੀ ਪੁੱਛ ਰਿਹਾ ਕਹਿੰਦਾ ਦੋਨਾਂ ਦੇ ਵਿੱਚੋਂ ਕਿਹੜੀ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਵੱਧ ਵੋਲਟੇਜ ਡ੍ਰੌਪ ਕਰਵਾਵੇਗੀ, ਵੱਧ ਵੋਲਟੇਜ ਦਾ ਡ੍ਰੌਪ ਕਿਸ ਕ੍ਰਾਸ ਹੋਏਗਾ। ਕਿੱਥੇ ਹੋਵੇਗਾ ਵੱਧ ਵੋਲਟੇਜ ਦਾ ਡ੍ਰੌਪ, R ਦੇ ਵਿੱਚ ਜਾਂ ਕਿ 2R ਦੇ ਵਿੱਚ? 2R 2R ਕੁਲਵੰਤ ਜੀ? 2R ਹੋਏ ਬਿਲਕੁਲ ਜੀ, 2R ਹੀ ਹੋਵੇਗਾ। 2R ਦਾ ਕੀ ਮਤਲਬ ਹੈਗਾ, ਜੇ ਆਪਾਂ R ਦੀ ਵੈਲਿਊ ਆਪਣੇ ਵੱਲੋਂ ਕੋਈ ਵੀ ਮੰਨ ਲਈ, ਮੰਨ ਲਓ ਜੀ ਇਹਨੂੰ 2 ਮੰਨ ਲਿਆ ਆਪਾਂ ਸਪੋਜ਼, ਤਾਂ 2R ਦੀ ਵੈਲਿਊ ਸਾਡੀ ਆਟੋਮੈਟਿਕਲੀ ਕਿੰਨੀ ਹੋਗੀ? 4 ਹੋਗੀ। ਕਿਉਂਕਿ R ਨਾਲੋਂ ਜਿਹੜੀ ਆਹ ਹੈਗੀ B ਜਿਹੜੀ ਹੈਗੀ, B ਹੈ ਜਿਹੜੀ A ਤੋਂ 2 ਗੁਣਾ ਵੱਡੀ ਹੈਗੀ। ਤਾਂ ਆਪਾਂ ਨੂੰ ਪਤਾ ਜਿਹੜਾ ਕਰੰਟ ਹੁੰਦਾ ਹੈਗਾ ਪੂਰੇ ਸਰਕਟ ਦੇ ਵਿੱਚ, ਸੀਰੀਜ਼ ਸਰਕਟ ਹੈ ਨਾ ਇਹ, ਇੱਕ ਲੜੀ ਵੱਧ ਸਰਕਟ ਹੈਗਾ ਇਹ। ਤਾਂ ਜੇ ਇਹ ਲੜੀ ਵੱਧ ਸਰਕਟ ਆ ਤੇ ਪੂਰੇ ਸਰਕਟ ਦੇ ਵਿੱਚ ਜਿਹੜਾ ਕਰੰਟ ਹੋਊਗਾ ਉਹ ਤਾਂ ਉਹੀ ਹੋਊਗਾ, ਇਹਦੇ ਵਿੱਚ ਵੀ ਉਹੀ ਲੰਘੂਗਾ, ਇਹਦੇ ਵਿੱਚ ਵੀ ਉਹੀ ਲੰਘੇਗਾ। ਤੇ ਜੇ ਦੋਨਾਂ ਦੇ ਵਿੱਚ ਸੇਮ ਕਰੰਟ ਲੰਘ ਰਿਹਾ ਹੈਗਾ ਤਾਂ ਆਪਾਂ ਜਦੋਂ ਕਰੰਟ ਨੂੰ ਗੁਣਾ ਕਰਾਂਗੇ ਰੈਜ਼ਿਸਟੈਂਸ ਦੇ ਨਾਲ, ਤਾਂ ਜਿਹੜੀ ਰੈਜ਼ਿਸਟੈਂਸ ਵੱਡੀ ਹੈਗੀ ਉਹ ਕਰੰਟ ਨਾਲ ਗੁਣਾ ਹੋ ਕੇ ਵੱਡੀ ਵੋਲਟੇਜ ਡ੍ਰੌਪ ਪੈਦਾ ਕਰੂਗੀ, ਜਿਹੜੀ ਛੋਟੀ ਆ ਉਹ ਛੋਟਾ ਵੋਲਟੇਜ ਡ੍ਰੌਪ ਪੈਦਾ ਕਰੂਗੀ। ਇਸ ਸਰਕਟ ਨੂੰ ਆਪਾਂ ਸੋਲਵ ਕਰ ਦਿਆਂਗੇ। ਵੀ ਮੰਨ ਲਓ ਸਪੋਜ਼ ਕਰੋ ਮੈਂ ਤੁਹਾਨੂੰ ਅੱਗੇ ਇਹਨੂੰ ਪੁੱਛ ਦਾਂਗਾ ਵੀ ਤੁਹਾਨੂੰ ਇੱਥੇ ਵੋਲਟੇਜ ਦਿੱਤੀ ਹੋਵੇ, ਤੁਹਾਨੂੰ ਵੋਲਟੇਜ ਇੱਥੇ ਦਿੱਤੀ ਨਹੀਂ ਸੀ ਪਹਿਲਾਂ, ਹੁਣ ਮੈਂ ਤੁਹਾਨੂੰ ਇੱਥੇ ਵੋਲਟੇਜ ਦੇ ਦਿਆਂਗਾ ਵੀ ਦੱਸੋ ਜੀ ਇੱਥੇ ਵੋਲਟੇਜ ਹੈਗੀ 30 ਵੋਲਟ ਹੈਗੀ। ਤਾਂ ਸਰਕਟ ਦੇ ਵਿੱਚ ਕਰੰਟ ਪਤਾ ਕਰਨਾ ਵੀ ਕਰੰਟ ਕਿੰਨਾ ਹੋਵੇਗਾ। ਲਓ ਜੀ ਇਹ ਦੱਸੋ ਫਿਰ, ਪੂਰੇ ਸਰਕਟ ਦੇ ਵਿੱਚ ਕਰੰਟ ਕੱਢਣ ਵਾਸਤੇ ਸਾਨੂੰ ਕੀ ਚਾਹੀਦਾ ਹੁੰਦਾ ਹੈਗਾ ਜੀ? ਆਪਾਂ ਨੂੰ ਚਾਹੀਦਾ ਹੁੰਦਾ ਹੈਗਾ ਵੋਲਟੇਜ ਬਟੇ ਰੈਜ਼ਿਸਟੈਂਸ। ਰੈਜ਼ਿਸਟੈਂਸ ਸਾਨੂੰ ਕਿਹੜੀ ਚਾਹੀਦੀ ਹੁੰਦੀ ਹੈ? ਟੋਟਲ ਰੈਜ਼ਿਸਟੈਂਸ। ਤਾਂ ਟੋਟਲ ਰੈਜ਼ਿਸਟੈਂਸ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਟੋਟਲ ਰੈਜ਼ਿਸਟੈਂਸ ਕਿਵੇਂ ਕੈਲਕੂਲੇਟ ਕਰਦੇ, ਕਿਉਂਕਿ ਇਹ ਸੀਰੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਨਾ। ਤਾਂ ਸੀਰੀਜ਼ ਦੇ ਵਿੱਚ ਹਮੇਸ਼ਾ ਕੀ ਹੁੰਦਾ ਹੈਗਾ ਵੀ R1 ਪਲੱਸ R2 ਇਹ ਦੋਨਾਂ ਨੂੰ ਜੋੜਨਾ ਪਏਗਾ, ਫਿਰ ਸਾਡੇ ਕੋਲੇ RT ਆ ਜਾਏਗਾ। R1 ਦੀ ਵੈਲਿਊ ਕਿੰਨੀ ਹੈਗੀ? R1 ਦੀ ਆ ਵੈਲਿਊ ਨਹੀਂ ਦਿੱਤੀ ਹੋਈ ਰਾਜੇ, R1 ਨਾ ਸਿਰਫ R ਦਿੱਤਾ ਹੋਇਆ ਇੱਥੇ। ਕਿੰਨੀ ਹੈ ਰਾਜੇ ਇੱਥੇ? R ਪਲੱਸ 2R। ਤੁਹਾਡੇ ਕੋਲੇ ਕਿੰਨੀ ਆ ਗਈ ਵੈਲਿਊ, ਕਿੰਨੀ ਆ ਗਈ ਸਾਡੇ ਕੋਲੇ? 3R ਹੈ ਜੀ। 2 ਇਹਦੇ ਅਗਲੇ ਪਾਸੇ 1 ਲਿਖਿਆ ਜਾਊ, 3R ਆ ਗਈ। ਤੁਹਾਡੀ ਰੈਜ਼ਿਸਟੈਂਸ ਕਿੰਨੀ ਹੈਗੀ ਇੱਥੇ? 3R ਹੈ ਹਨਾ। ਤਾਂ ਜੇ 3R ਰੈਜ਼ਿਸਟੈਂਸ ਆ ਗਈ ਤਾਂ ਇੱਥੇ ਅਸੀਂ ਕੱਢ ਸਕਦੇ ਹਾਂਗੇ ਵੀ ਕਰੰਟ ਦੀ ਜਿਹੜੀ ਵੈਲਿਊ ਹੈਗੀ ਸਾਡੀ 30 ਬਟੇ ਕਿੰਨੀ ਹੈਗੀ ਇੱਥੇ? 3R ਆ ਗਈ। ਇੱਥੇ ਹੁਣ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਸੋਲਵ, ਇੱਥੇ ਕਰੰਟ ਦੀ ਵੈਲਿਊ ਤਾਂ ਸਾਨੂੰ ਕੋਈ ਦਿੱਤੀ ਨਹੀਂ ਹੋਈ ਹੈਗੀ ਨਾ, ਇਹਨੂੰ ਕਰੰਟ ਦੀ ਵੈਲਿਊ ਦੇਣੀ ਪਊਗੀ ਰਾਜੇ, ਫਿਰ ਆਪਾਂ R ਦੀ ਵੈਲਿਊ ਕੱਢ ਸਕਾਂਗੇ ਹਨਾ। ਇਹਨੂੰ ਕਰੰਟ ਦੀ ਦੇਖੋ, ਕਿਸੇ ਵੀ ਸਰਕਟ ਦੇ ਵਿੱਚ ਨਾ ਜ਼ਿਆਦਾ ਰਾਜੇ ਉਹ ਰੈਜ਼ਿਸਟੈਂਸ ਨੂੰ ਲੁਕੋ ਕੇ ਰੱਖੂਗਾ ਜਾਂ ਉਹ ਕਰੰਟ ਨੂੰ ਲੁਕੋ ਕੇ ਰੱਖੂਗਾ। 10 ਆ ਗਏ। ਨਹੀਂ ਰਾਜੇ 10 ਤਾਂ 10 ਜਿਹੜਾ ਆ ਗਿਆ ਨਾ ਕਰੰਟ, ਉਹ ਆ ਗਿਆ, ਉਹ ਆ ਗਿਆ ਬੱਚੇ 10 ਬਟਾ R ਆ ਗਿਆ। R ਤਾਂ ਕਿਤੇ ਕੱਟਿਆ ਨਹੀਂ ਗਿਆ ਨਾ ਹਜੇ ਤੱਕ, ਹਨਾ। 10 ਨਹੀਂ ਆਇਆ ਹੈਗਾ ਆਂਸਰ ਹਜੇ, 10 ਬਟਾ R ਆਇਆ ਹੈਗਾ। R ਵੀ ਤਾਂ ਵਿੱਚ ਤੁਰਿਆ ਫਿਰਦਾ ਨਾ। ਤਾਂ ਇੱਕ ਇਕੁਏਸ਼ਨ ਦੇ ਵਿੱਚ ਤੇ ਦੋ ਚੀਜ਼ਾਂ ਨਾ ਹੋਣ, ਇੱਥੇ ਨਾ ਤਾਂ ਸਾਨੂੰ ਕਰੰਟ ਪਤਾ, ਨਾ ਇੱਥੇ ਆਪਾਂ ਨੂੰ R ਦੀ ਕੋਈ ਵੈਲਿਊ ਪਤਾ। ਇਹਦਾ ਮਤਲਬ ਕਿ ਸਾਨੂੰ ਆਪਦੇ ਵੱਲੋਂ ਕੁਝ ਨਾ ਕੁਝ ਗੈਸ ਕਰਨਾ ਪਏਗਾ। ਇੱਥੇ ਉਹਨੂੰ ਕੋਈ ਨਾ ਕੋਈ ਕਰੰਟ ਦੇਣਾ ਪਊਗਾ ਵੀ ਕਰੰਟ ਕਿੰਨਾ ਹੈਗਾ। ਮੰਨ ਲਓ ਇੱਥੇ ਕਰੰਟ ਉਹਨੇ ਦੇਤਾ, ਕਰੰਟ ਕਹਿੰਦਾ ਹੈਗਾ ਇੱਥੇ ਜਿਹੜਾ ਕਰੰਟ ਫਲੋ ਹੋ ਰਿਹਾ ਉਹ 0.5 ਐਂਪੀਅਰ ਫਲੋ ਹੋ ਰਿਹਾ, ਇੱਦਾਂ ਦਿੱਤਾ ਉਹਨੇ। ਹੁਣ ਅਸੀਂ ਕੱਢ ਸਕਦੇ ਹਾਂ, ਹੁਣ ਸਾਨੂੰ R ਦੀ ਵੈਲਿਊ ਪਤਾ ਲੱਗ ਜੂਗੀ। ਹੁਣ ਸਾਨੂੰ ਕੀ ਪਤਾ ਲੱਗੂਗਾ ਵੀ ਸਾਡੇ ਕੋਲ ਟੋਟਲ ਰੈਜ਼ਿਸਟੈਂਸ ਤਾਂ 3R ਪਤਾ ਸਾਨੂੰ। I ਦੀ ਵੈਲਿਊ ਜਿਹੜੀ ਹੁੰਦੀ ਹੈਗੀ, I ਹੁੰਦਾ ਕੀ ਹੈਗਾ? ਕਰੰਟ ਜਿਹੜਾ ਹੁੰਦਾ ਹੈਗਾ ਉਹ ਵੋਲਟੇਜ ਬਟਾ ਰੈਜ਼ਿਸਟੈਂਸ ਹੁੰਦਾ। ਠੀਕ ਹੈ ਜੀ। I ਕਿੰਨਾ ਗਾ ਸਾਡਾ? 0.5। 0.5 ਬਰਾਬਰ ਹੈ ਵੋਲਟੇਜ ਕਿੰਨੀ? 30 ਡਿਵਾਈਡ ਬਾਈ 3R। ਇਸ ਤੋਂ ਬਾਅਦ ਕੀ ਕਰਾਂਗੇ ਆਪਾਂ? ਆਹ ਪੂਰੀ ਰਕਮ ਨੂੰ ਚੱਕ ਕੇ, ਇੱਕ ਆਹ ਚ ਪਈ ਆ, ਵੰਡ ਚ ਪਈ ਆ ਨਾ, ਇੱਧਰ ਲੈ ਕੇ ਜਾਣੀ ਪਊਗੀ। ਲੈ ਜਾਂਦੇ ਗੁਣਾ ਚ ਲੈ ਕੇ ਜਾਣਾ ਪਊ। ਤਾਂ ਗੁਣਾ ਦੇ ਵਿੱਚ ਆ ਗਿਆ 3 ਗੁਣਾ R ਗੁਣਾ 0.5 ਇਜ਼ ਇਕੁਅਲ ਟੂ 30 ਆ ਗਿਆ।
ਹੁਣ ਜਦੋਂ ਆਪਾਂ 3R ਨੂੰ ਇਹਦੇ ਨਾਲ ਆਪਾਂ ਗੁਣਾ ਕਰ ਸਕਦੇ ਹਾਂ ਨਾ ਜੀ, ਇਹ ਗੱਲ ਦੱਸੋ। ਇਹਦੇ ਪਿੱਛੇ R ਨਹੀਂ ਲਿਖਿਆ ਹੋਇਆ ਹੈਗਾ, ਕੀ ਆਪਾਂ ਇਹਨਾਂ ਨੂੰ ਆਪਸ ਚ ਗੁਣਾ ਕਰ ਸਕਦੇ ਹਾਂ, ਦੱਸੋ ਜੀ। ਹਾਂਜੀ ਗੁਣਾ ਹੋ ਸਕਦਾ ਜੀ, ਪਲੱਸ ਮਾਈਨਸ ਨਹੀਂ ਹੋਣਾ। ਵੈਰੀ ਗੁੱਡ ਵੈਰੀ ਗੁੱਡ। ਜੀ ਜੇ ਆਪਣੇ ਕੋਲ ਇਦਾਂ ਹੁੰਦਾ ਨਾ ਵੀ 3R + 3, ਇਹਦਾ 6R ਨਹੀਂ ਹੋ ਸਕਦਾ, ਪਲੱਸ ਨਹੀਂ ਹੁੰਦਾ, ਕਿਉਂਕਿ ਇਹਦੇ ਪਿਛਲੇ ਪਾਸੇ ਵੀ ਹੋਣਾ ਚਾਹੀਦਾ R ਪਲੱਸ ਕਰਨ ਵਾਸਤੇ। ਪਰ ਜੇ ਗੁਣਾ ਕਰਨੀ ਹੋਵੇ, ਗੁਣਾ ਆਪਾਂ ਇਕੱਲੇ ਇਹਨੂੰ ਇਹਦੇ ਨਾਲ ਕਰ ਸਕਦੇ ਹਾਂ। ਓਕੇ ਜੀ, ਤਾਂ ਇੱਥੋਂ ਆ ਜਾਊਗਾ ਸਾਡਾ 3 ਨੂੰ ਆਪਾਂ 0.5 ਨਾਲ ਕਰਾਂਗੇ, ਕਿੰਨਾ ਆਉਂਦਾ ਹੁੰਦਾ ਹੈਗਾ। ਅੱਛਾ, ਇਹਨੂੰ ਸੋਲਵ ਕਿਵੇਂ ਕਰਦੇ ਹੁੰਦੇ, ਇਹ ਦੱਸੋ। ਚਲੋ 3 ਗੁਣਾ 0.5 ਨੂੰ ਸੋਲਵ ਕਿਵੇਂ ਕਰਦੇ ਆਪਾਂ ਪੁਆਇੰਟ ਭੁੱਲ ਜਾਂਦੇ ਹੁੰਦੇ ਹੈਗੇ ਹਨਾ, ਵੀ ਇੱਥੇ ਪੁਆਇੰਟ ਲੱਗਿਆ। ਆਪਾਂ ਸਿੱਧਾ ਦੇਖਿਆ 5 ਗੁਣਾ 3 15 ਆ ਗਿਆ। ਹੁਣ ਆਪਾਂ ਦੇਖਦੇ ਹਾਂ ਇੱਧਰਲੇ ਪਾਸਿਓਂ ਕਿੰਨੇ ਪੁਆਇੰਟ ਛੱਡ ਕੇ, ਇੱਕ ਅੱਖਰ ਛੱਡ ਕੇ ਪੁਆਇੰਟ ਲੱਗਿਆ ਸੀ ਨਾ, ਇੱਕ ਅੱਖਰ ਛੱਡ ਕੇ ਪੁਆਇੰਟ ਲਾ ਦਿੰਦੇ ਹਾਂ। ਤੁਹਾਡੇ ਕੋਲ ਹੈਗਾ 1.5 R ਬਰਾਬਰ ਹੈ 30। ਤਾਂ R ਦੀ ਵੈਲਿਊ ਇੱਥੋਂ ਆ ਜੂਗੀ ਆ। ਹੁਣ ਇੱਥੇ ਗੁਣਾ ਦੇ ਵਿੱਚ ਪਿਆ, ਇਹਨੂੰ ਆਪਾਂ ਇੱਧਰ ਲੈ ਕੇ ਜਾਣਾ ਪਊ, 1.5। ਹੁਣ ਪੁਆਇੰਟ ਹਟਾਉਣ ਵਾਸਤੇ ਕੀ ਕਰਦੇ ਹੁੰਦੇ ਹੈਗੇ ਆਪਾਂ, ਉੱਪਰ 10 ਲਾਉਣੇ ਹੁੰਦੇ ਹੈਗੇ। 10 ਲਾਉਣੇ ਹੁੰਦੇ ਨਾ ਆਪਾਂ ਪੁਆਇੰਟ ਹਟਾਉਣ ਵਾਸਤੇ ਉੱਪਰ। ਤਾਂ ਹੁਣ ਇਸ ਤੋਂ ਬਾਅਦ ਇਹਨੂੰ ਸੋਲਵ ਕਰ ਲਓ, ਵੰਡ ਕਰਕੇ ਦੇਖ ਲਓ ਜੀ, 20 ਆ ਗਿਆ ਜੀ। ਇਹ 20 ਕੀ ਆਇਆ ਜੀ? ਓਮ ਰੈਜ਼ਿਸਟੈਂਸ। 20 ਓਮ। ਕਿਹੜੀ ਰੈਜ਼ਿਸਟੈਂਸ ਆਈ ਹੈ ਇਹ? 20 ਹੈ ਕਿ ਦੂਜੀ ਆਈ ਹੈ? ਪਹਿਲੀ ਹੈ ਜੀ। ਪਹਿਲੀ ਆਈ ਹੈ ਰਾਜੇ 20, ਕਿਉਂਕਿ R ਦੀ ਵੈਲਿਊ ਨਿਕਲੀ ਆ 20। ਜੇ ਪਹਿਲੀ 20 ਆਈ ਹੈ ਤਾਂ ਦੂਜੀ ਕਿੰਨੀ ਹੋਊਗੀ? 40 ਹੋ ਗਈ ਜੀ। ਬਿਲਕੁਲ ਜੀ ਬਿਲਕੁਲ। ਸਰ ਜੀ ਜਿਹੜਾ ਕਰੰਟ ਦਾ ਆਪਣੇ 0.5 ਐਂਪੀਅਰ ਭਰੇ, ਇਹ ਆਪਣੇ ਵੱਲੋਂ ਭਰ ਸਕਦੇ ਹਾਂ ਜੀ? ਨਾ 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 ਨਾ, ਆਪਣੇ ਵੱਲੋਂ ਨਹੀਂ ਭਰਨਾ ਹੈਗਾ। ਆਪਣੇ ਵੱਲੋਂ ਤਾਂ ਅਸੀਂ ਫਿਰ ਕੁਝ ਨਹੀਂ ਭਰ ਸਕਦੇ। ਇਹ ਦਿੱਤਾ ਹੋਊਗਾ ਰਾਜੇ, ਇਹਦੇ ਵਿੱਚ ਰੈਜ਼ਿਸਟੈਂਸਾਂ ਦਿੱਤੀਆਂ ਸੀ ਵੀ ਇੱਕ R ਆ ਗਈ, ਇੱਕ 2R ਆ ਗਈ। ਇਹਦੇ ਵਿੱਚ ਇੱਕ ਕਰੰਟ ਦਿੱਤਾ ਸੀਗਾ ਵੀ ਟੋਟਲ ਕਰੰਟ ਆ ਜਿਹੜਾ 0.5 ਐਂਪੀਅਰ ਆ। ਇਹ ਸਾਰੀਆਂ ਗੱਲਾਂ ਦਿੱਤੀਆਂ ਹੋਈਆਂ ਸੀਗੀਆਂ। ਇਸ ਸਰਕਟ ਦੇ ਵਿੱਚ ਬੱਚੇ ਅਸੀਂ ਟੋਟਲ ਵੋਲਟੇਜ ਕੱਢਣੀ ਆ ਵੀ ਟੋਟਲ ਵੋਲਟੇਜ ਕਿੰਨੀ ਹੈਗੀ ਤੇ ਟੋਟਲ ਕਰੰਟ ਕਿੰਨਾ ਹੈਗਾ। ਤੇ ਇੱਥੇ ਜਿਹੜੀ ਆ R ਪਈ ਹੈਗੀ ਆਪਣੀ, ਆਹ R ਨਹੀਂ ਪਈ ਹੈਗੀ, ਆਹ R ਦੀ ਵੈਲਿਊ ਕਿੰਨੀ ਹੈ। ਤਿੰਨ ਗੱਲਾਂ ਪਤਾ ਕਰਨੀਆਂ ਨੇਗੀਆਂ। ਜਿਹਨੇ ਕੱਲ ਪੈਰਲਲ ਵਾਲੀ ਵੀਡੀਓ ਦੇਖੀ ਆ ਉਹ ਬਹੁਤ ਚੰਗੀ ਤਰ੍ਹਾਂ ਨੂੰ ਕਰ ਸਕਦਾ ਕੁਐਸਚਨ ਨੂੰ। ਤਿੰਨ ਚੀਜ਼ਾਂ ਪਤਾ ਕਰਨੀਆਂ ਨੇਗੀਆਂ ਅਸੀਂ। ਪਹਿਲੀ ਅਸੀਂ ਪਤਾ ਕਰਨੀ ਹੈ ਜੀ ਵੀ ਟੋਟਲ ਵੋਲਟੇਜ ਕਿੰਨੀ ਹੈਗੀ। ਫਿਰ ਪਤਾ ਕਰਨਾ ਇੱਥੇ R ਦੀ ਵੈਲਿਊ ਕਿੰਨੀ ਹੈ। ਫਿਰ ਪਤਾ ਕਰਨਾ ਹੈਗਾ ਅਸੀਂ ਟੋਟਲ ਕਰੰਟ ਕਿੰਨਾ। ਸਭ ਤੋਂ ਪਹਿਲਾਂ ਅਸੀਂ ਰੈਜ਼ਿਸਟੈਂਸ ਕੱਢ ਕੇ ਦੱਸਦੇ ਆਂਗੇ ਆਪਾਂ, ਰੈਜ਼ਿਸਟੈਂਸ ਕਿੰਨੀ ਹੋਊਗੀ ਜਿਹੜੀ ਆਹ R ਹੈ, ਇਹਦੀ ਵੈਲਿਊ ਕਿੰਨੀ ਹੋਊਗੀ। ਇਹ ਕਿਵੇਂ ਪਤਾ ਲੱਗ ਸਕਦੀ ਹੈ ਜੀ? ਦੇਖੋ ਤੁਹਾਨੂੰ ਇਹ ਗੱਲ ਪਤਾ ਕੀ ਜੀ ਵੀ ਆਹ ਜਿਹੜੀ ਰੈਜ਼ਿਸਟੈਂਸ ਹੈਗੀ ਤੇ ਜਿਹੜੀ ਆਹ ਰੈਜ਼ਿਸਟੈਂਸ ਹੈਗੀ ਆ, ਦੋਨੇ ਜਿਹੜੀਆਂ ਰੈਜ਼ਿਸਟੈਂਸਾਂ ਨੇਗੀਆਂ ਇਹ ਸਿੱਧੀਆਂ ਸਿੱਧੀਆਂ ਨਹੀਂ ਜੁੜੀਆਂ ਹੋਈਆਂ ਹੈਗੀਆਂ। ਇੱਦਾਂ ਦੋਨੇ ਪਾਸੇ ਇਹਨਾਂ ਦੇ ਆਪਸ ਜੁੜੇ ਨਹੀਂ ਹੋਏ ਤੇ ਅੱਗੇ ਜਾ ਰਹੇ ਹੈਗੇ ਵੋਲਟੇਜ ਵੱਲ। ਤਾਂ ਇਹ ਦੋਨੇ ਆਪਾਂ ਕਹਿ ਸਕਦੇ ਹਾਂ ਵੀ ਸਮਾਂਤਰਬੱਧ ਸਰਕਟ ਨੇਗੇ, ਇਹ ਪੈਰਲਲ ਸਰਕਟ ਨੇ, ਕਹਿ ਸਕਦੇ ਹਾਂ ਇਹਨਾਂ ਨੂੰ। ਹਾਂਜੀ ਸਰ। ਤੇ ਸਮਾਂਤਰਬੱਧ ਦੇ ਵਿੱਚ ਇੱਕ ਹੀ ਗੱਲ ਅਸੀਂ ਘੜੀ ਪੜ੍ਹੀ ਸੀ ਕਿ ਦੀ ਵੋਲਟੇਜ ਜਿਹੜੀ ਆ ਦੋਨਾਂ ਦੇ ਕ੍ਰਾਸ ਵੋਲਟੇਜ ਜਿਹੜੀ ਹੈਗੀ ਉਹ ਸੇਮ ਹੁੰਦੀ ਹੈਗੀ। ਤਾਂ ਜੇ ਕਿਸੇ ਇੱਕ ਦੇ ਕ੍ਰਾਸ ਸਾਨੂੰ ਵੋਲਟੇਜ ਪਤਾ ਲੱਗ ਜੇ, ਚਾਹੇ ਤਾਂ ਆਹ ਬ੍ਰਾਂਚ ਦੇ ਕ੍ਰਾਸ ਪਤਾ ਲੱਗ ਜੇ, ਚਾਹੇ ਇੱਥੇ ਪਤਾ ਲੱਗ ਜੇ, ਉਹ ਦੋਨਾਂ ਦੇ ਕ੍ਰਾਸ ਹੋਏਗੀ। ਦੋਨਾਂ ਦੇ ਨਹੀਂ ਬਲਕਿ ਤਿੰਨਾਂ ਦੇ ਕ੍ਰਾਸ ਹੋਏਗੀ। ਤੁਹਾਡਾ ਹਰ ਸਰਕਟ ਅੱਧਾ ਹੱਲ ਹੋ ਜਾਊਗਾ ਸਿਰਫ ਇੱਕ ਵੋਲਟੇਜ ਦੇ ਪਤਾ ਕਰਨ ਦੇ ਨਾਲ। ਤਾਂ ਸਾਨੂੰ ਵੋਲਟੇਜ ਕਿਵੇਂ ਪਤਾ ਲੱਗ ਸਕਦੀ ਹੈ ਸਰਕਟ ਦੀ? ਮੈਂ ਤੁਹਾਨੂੰ ਇੰਨੀ ਗੱਲ ਪੁੱਛ ਰਿਹਾਗਾ ਵੀ ਇੱਥੇ ਕਿਸੇ ਹਿਸਾਬ ਨਾਲ ਵੋਲਟੇਜ ਪਤਾ ਲੱਗ ਸਕਦੀ ਹੈਗੀ। ਇੱਥੇ ਕੀ ਕਰਨਾ ਹੈਗਾ ਜੀ, ਅਸੀਂ ਵੋਲਟੇਜ ਕਿਵੇਂ ਨਿਕਲਦੀ ਹੁੰਦੀ ਹੈ ਜੇ ਅਸੀਂ ਕਰੰਟ ਨੂੰ ਗੁਣਾ ਕਰਦੀ ਹੈ ਰੈਜ਼ਿਸਟੈਂਸ ਦੇ ਨਾਲ। ਕਰੰਟ ਵੀ ਸਾਨੂੰ ਪਤਾ, ਰੈਜ਼ਿਸਟੈਂਸ ਵੀ ਸਾਨੂੰ ਪਤਾ। ਇਹਦਾ ਮਤਲਬ ਜੇ ਅਸੀਂ ਦੋਨਾਂ ਨੂੰ ਗੁਣਾ ਕਰ ਦਈਏ ਤਾਂ ਦੋਨਾਂ ਨੂੰ ਗੁਣਾ ਕਰਕੇ ਸਾਡੇ ਕੋਲੇ 20 ਵੋਲਟ ਆ ਜਾਊਗਾ ਜੀ। 20 ਵੋਲਟ ਆ ਜਾਊਗਾ ਨਾ। ਤਾਂ ਜਿਹੜਾ ਇਹ 20 ਵੋਲਟ ਆ ਗਿਆ ਨਾ, ਮਤਲਬ ਆਹ ਦੋ ਖੂੰਜਿਆਂ ਦੇ ਉੱਪਰ ਜਿਹੜੀ ਵੋਲਟੇਜ ਆ ਸਾਡੀ ਉਹ ਹੈਗੀ ਆ 20 ਵੋਲਟ। ਤਾਂ ਇੱਥੇ ਆਹ ਰੈਜ਼ਿਸਟੈਂਸ ਦੇ ਕ੍ਰਾਸ ਵੋਲਟੇਜ ਵੀ ਕਿੰਨੀ ਹੈਗੀ? 20 ਹੈਗੀ। ਇੱਥੇ ਵੀ ਜਿਹੜੀ ਵੋਲਟੇਜ ਹੈਗੀ ਉਹ 20 ਹੀ ਹੈਗੀ। ਇੱਥੇ ਵੋਲਟੇਜ 20 ਹੈਗੀ। ਜੇ ਇੱਥੇ ਵੋਲਟੇਜ 20 ਆ ਦੋ ਕਾਰਨਰ ਦੇ ਕ੍ਰਾਸ, ਇੱਥੇ ਕਰੰਟ ਸਾਨੂੰ ਦਿੱਤਾ ਹੋਇਆ 3, ਤਾਂ ਅਸੀਂ ਕੱਢ ਸਕਦੇ ਹਾਂਗੇ ਵੀ ਇੱਥੇ ਜਿਹੜਾ ਕਰੰਟ ਹੈਗਾ ਉਹ ਹੈਗਾ 20/3। 20/3 ਕਰਾਂਗੇ ਆਪਣੇ ਕੋਲੇ ਆ ਜਾਊਗਾ ਇਹ 6.6 ਆ ਜਾਊਗਾ। ਠੀਕ ਹੈ ਜੀ। ਜੀ ਸਰ। ਉਸ ਤੋਂ ਬਾਅਦ ਜੇ ਆਪਾਂ ਕਰਾਂਗੇ ਆਪਾਂ ਹੁਣ ਸਾਨੂੰ ਇੱਥੇ ਇਹ ਕਰੰਟ ਆਇਆ ਰਾਜੇ, ਕੀ ਆਏਗਾ ਦੱਸਿਓ ਮੈਨੂੰ? ਕਰੰਟ ਆਇਆ ਹੈਗਾ? ਇਹ ਕਰੰਟ ਤਾਂ ਦਿੱਤਾ ਹੋਇਆ ਸੀਗਾ। ਰੈਜ਼ਿਸਟੈਂਸ ਹੈ। ਬਿਲਕੁਲ ਜੀ, ਇਹ ਰੈਜ਼ਿਸਟੈਂਸ ਆਈ ਹੈ ਜੀ। ਇਹ
ਤਾਂ ਰੈਜ਼ਿਸਟੈਂਸ ਦੀ ਵੈਲਿਊ ਇੱਥੇ ਅਸੀਂ ਨੋਟ ਕਰ ਸਕਦੇ ਹਾਂਗੇ। ਹੁਣ ਪੈਰਲਲ ਦੇ ਵਿੱਚ ਕਰੰਟ ਅਲੱਗ-ਅਲੱਗ ਹੁੰਦਾ ਜੀ। ਹਾਂਜੀ ਸਰ। ਜੇ ਦੋ ਰੈਜ਼ਿਸਟੈਂਸ ਸੇਮ ਹੋਣ ਤਾਂ ਸੇਮ ਵੀ ਹੋ ਸਕਦਾ, ਜੇ ਅੱਡ-ਅੱਡ ਨਹੀਂ ਹੈ ਰੈਜ਼ਿਸਟੈਂਸ ਤਾਂ ਅੱਡ-ਅੱਡ ਹੋਊਗਾ। ਹੁਣ ਇੱਥੇ ਸਾਡੇ ਕੋਲ ਇੱਕ ਸੀਗੀ 10 ਓਮ ਦੀ, ਇੱਕ ਸੀਗੀ ਆਪਣੀ 6.6 ਦੀ, ਤਾਂ ਓਬਵੀਅਸਲੀ ਕਰੰਟ ਵੀ ਤਾਂ ਅੱਡ-ਅੱਡ ਹੋਏਗਾ ਹੀ। ਜੀ ਸਰ ਜੀ। ਜੇ ਦੋ ਰੈਜ਼ਿਸਟੈਂਸਾਂ ਬਰਾਬਰ ਹੁੰਦੀਆਂ ਫਿਰ ਅਸੀਂ ਕਹਿ ਸਕਦੇ ਸੀਗੇ। ਤਾਂ ਇੱਥੇ ਤੱਕ ਪਹੁੰਚਿਆ, ਟੋਟਲ ਕਰੰਟ ਸਾਡੇ ਕੋਲੇ ਆ ਗਿਆ 5 ਆ ਗਿਆ। ਟੋਟਲ ਕਰੰਟ ਪਤਾ ਲੱਗ ਗਿਆ 5, ਰੈਜ਼ਿਸਟੈਂਸ ਪਤਾ ਲੱਗ ਗਈ 6.6। ਇੱਕ ਚੀਜ਼ ਪਤਾ ਕਰਨ ਨੂੰ ਰਹਿ ਗਈ, ਵੋਲਟੇਜ। ਉਹੀ ਆ ਰਾਜੇ ਜਿਹੜੀ ਸਾਡੀ ਆਹ ਖੂੰਜੇ ਤੇ, ਉਹੀ ਵੋਲਟੇਜ ਆਹ ਖੂੰਜੇ ਤੇ, ਉਹੀ ਵੋਲਟੇਜ ਸਾਡੀ ਆਹ ਖੂੰਜੇ ਤੇ ਵੋਲਟੇਜ ਸਾਡੀ ਕਿੰਨੀ ਆ ਗਈ? 20 ਆ ਗਈ। ਜੇ ਤੁਸੀਂ ਉਦਾਂ ਕੱਢਣਾ ਚਾਹੁੰਦੇ ਹੋਗੇ ਵੀ ਟੋਟਲ ਵੋਲਟੇਜ ਜਿਹੜੀ ਹੁੰਦੀ ਆ ਟੋਟਲ ਕਰੰਟ ਗੁਣਾ ਟੋਟਲ ਰੈਜ਼ਿਸਟੈਂਸ ਹੁੰਦੀ ਆ, ਤਾਂ ਟੋਟਲ ਰੈਜ਼ਿਸਟੈਂਸ ਆਹ ਕਰੰਟ ਤਾਂ ਸਾਨੂੰ ਪਤਾ ਵੀ ਟੋਟਲ ਕਰੰਟ ਆ ਜਿਹੜਾ ਸਾਡਾ ਕਿੰਨਾ ਗਾ? 5 ਹੈਗਾ। ਤਾਂ ਪਹਿਲਾਂ ਸਾਨੂੰ ਟੋਟਲ ਜਿਹੜੀ ਆਹ ਰੈਜ਼ਿਸਟੈਂਸ ਆ ਗਈ ਉਹ ਕੱਢਣੀ ਪਏਗੀ। ਉਹ ਥੋੜਾ ਜਿਹਾ ਲੰਬਾ ਹੋ ਜਾਏਗਾ ਮੈਥਡ। ਉਹ ਇਦਾਂ ਹੋ ਜਾਏਗਾ ਵੀ ਪਹਿਲਾਂ ਸਾਨੂੰ ਰੈਜ਼ਿਸਟੈਂਸ ਕਿਵੇਂ ਪੈਰਲਲ ਦੇ ਵਿੱਚ ਕਿਵੇਂ ਕੱਢਦੇ ਹੁੰਦੇ ਆਂਗੇ ਅਸੀਂ? 10 ਗੁਣਾ 6.6 10 ਪਲੱਸ 6.6, ਤਾਂ ਉੱਪਰ ਆ ਜਾਏਗਾ 10 ਪੁਆਇੰਟ ਗੁਣਾ 6 66, ਹੇਠਲੇ ਪਾਸੇ ਆ ਜਾਏਗਾ ਸਾਡਾ 16.16 ਤਾਂ ਸਾਡੀ ਰੈਜ਼ਿਸਟੈਂਸ ਆ ਗਈ। ਹੁਣ ਵੋਲਟੇਜ ਕਿਵੇਂ ਕੱਢਾਂਗੇ? ਇਹਨੂੰ ਇਸ ਰੈਜ਼ਿਸਟੈਂਸ ਨੂੰ ਗੁਣਾ ਕਰਾਂਗੇ 5 ਨਾਲ। 5 ਗੁਣਾ 6.6 66, ਇਹਨੂੰ ਕਰਕੇ ਦੇਖਾਂਗੇ ਇੱਥੋਂ ਸਾਡੇ ਕੋਲੇ 20 ਬਣ ਜੂਗਾ ਇਹ ਵੀ, ਕਿਉਂਕਿ ਇਹਦੇ ਵਿੱਚ ਇੱਕ ਸਟੈਪ ਸਾਡਾ ਵੱਧ ਗਿਆ। ਤਾਂ ਇਹ ਕਰਨ ਦੀ ਸਾਨੂੰ ਲੋੜ ਨਹੀਂ ਹੈਗੀ ਜਦ ਸਾਨੂੰ ਪਤਾ ਵੀ ਤਿੰਨੇ ਰੈਜ਼ਿਸਟੈਂਸਾਂ ਸਾਡੀਆਂ ਨੇ ਜਿਹੜੀਆਂ ਉਹ ਪੈਰਲਲ ਦੇ ਵਿੱਚ ਨੇ ਗੀਆਂ। ਆਹ ਵੋਲਟੇਜ ਸੋਰਸ ਆ ਜਿਹੜਾ ਰੈਜ਼ਿਸਟੈਂਸ ਦੇ ਪੈਰਲਲ ਦੇ ਵਿੱਚ ਹੈਗਾ, ਤਾਂ ਜਿਹੜੀ ਵੋਲਟੇਜ ਇੱਥੇ ਆ ਰਹੀ ਹੈ ਉਹੀ ਵੋਲਟੇਜ ਆਪਾਂ ਇੱਥੇ ਕੱਢ ਲਾਂਗੇ। ਇਸ ਤੋਂ ਬਾਅਦ ਅਸੀਂ ਦੋ ਯੰਤਰਾਂ ਬਾਰੇ ਪੜਾਂਗੇ ਜੀ। ਇੱਕ ਤਾਂ ਹੈਗਾ ਸਾਡਾ ਵੋਲਟ ਮੀਟਰ, ਇੱਕ ਹੈਗਾ ਸਾਡਾ ਐਂਪੀਅਰ ਮੀਟਰ। ਠੀਕ ਹੈ ਜੀ, ਦੋ ਯੰਤਰਾਂ ਬਾਰੇ ਪੜ੍ਹਨਾ ਅਸੀਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਵੋਲਟ ਮੀਟਰ ਦੀ। ਵੋਲਟ ਮੀਟਰ ਬਾਰੇ ਦੋ ਗੱਲਾਂ ਯਾਦ ਕਰਨੀਆਂ ਨੇ। ਪਹਿਲੀ ਗੱਲ, ਇਹ ਕਰਦਾ ਕੀ ਹੈਗਾ? ਇਹ ਵੋਲਟੇਜ ਮਾਪਦਾ ਗਾ, ਵੋਲਟੇਜ ਨੂੰ ਮਾਪਦਾ ਇਹ ਵੀ ਕਿਸੇ ਵੀ ਸਰਕਟ ਦੇ ਵਿੱਚ ਵੋਲਟੇਜ ਕਿੰਨੀ ਫਲੋ ਹੋ ਰਹੀ ਹੈ। ਤੇ ਜੇ ਵੋਲਟੇਜ ਅਸੀਂ ਮਾਪਣੀ ਹੁੰਦੀ ਹੈਗੀ ਤਾਂ ਵੋਲਟ ਮੀਟਰ ਨੂੰ ਹਮੇਸ਼ਾ ਅਸੀਂ ਕਾਹਦੇ ਵਿੱਚ ਜੋੜਦੇ ਆਂਗੇ ਜੀ? ਪੈਰਲਲ ਦੇ ਵਿੱਚ। ਬਿਲਕੁਲ ਜੀ, ਪੈਰਲਲ 'ਚ ਜੋੜਦੇ ਆ। ਪੈਰਲਲ 'ਚ ਜੋੜਨ ਦਾ ਮਤਲਬ ਇਹ ਹੁੰਦਾ ਗਾ ਇੱਕ ਪੋਜ਼ਿਟਿਵ ਨਾਲ ਆਪਾਂ ਲਗਾ ਦਿੰਦੇ ਆਂਗੇ, ਇੱਕ ਆਪਾਂ ਨੈਗੇਟਿਵ ਨਾਲ ਲਗਾ ਦਿੰਦੇ ਆਂਗੇ। ਜਾਂ ਇਹ ਕਹਿ ਲਓ ਇੱਕ ਆਪਾਂ ਸਿਰਾ ਜਿਹੜਾ ਉਹ ਫੇਸ ਨਾਲ ਲਗਾ ਦਿੰਦੇ ਹਾਂ, ਦੂਜਾ ਜਿਹੜਾ ਸਿਰਾ ਹੁੰਦਾ ਆਪਾਂ ਨਿਊਟਰਲ ਨਾਲ ਲਗਾ ਦਿੰਦੇ ਆਂਗੇ। ਸਪੋਜ਼ ਕਰੋ ਸਾਡੇ ਕੋਲ ਇੱਕ ਆਹ 220 ਵੋਲਟ ਸਪਲਾਈ ਹੈਗੀ, ਇਹਦੇ ਨਾਲ ਇੱਕ ਪੱਖਾ ਚੱਲ ਰਿਹਾ ਸਾਡਾ ਏਦਾਂ। ਆ ਜਿਹੜੀ ਰੈਜ਼ਿਸਟੈਂਸ ਹੈਗੀ ਇਹ ਪੱਖੇ ਦੀ ਰੈਜ਼ਿਸਟੈਂਸ ਹੈਗੀ ਇਹ। ਹੁਣ ਸਾਨੂੰ ਪਤਾ ਵੀ ਜੀ ਆਲੇ ਦੁਆਲੇ ਕੁਛ ਨਹੀਂ ਹੈਗਾ ਜੀ। ਆ ਪੱਖਾ ਮੈਂ ਤੁਹਾਨੂੰ ਕਹਾਂ ਵੀ ਇੱਥੇ 220 ਵੋਲਟ ਸੀਗੀ ਜੀ, ਇੱਥੇ ਇਸ ਪੱਖੇ ਸਾਨੂੰ ਰੈਜ਼ਿਸਟੈਂਸ ਸਾਨੂੰ ਪਤਾ ਨਹੀਂ, ਇੱਥੇ ਵੋਲਟੇਜ ਪਤਾ, ਇੱਥੇ ਵੋਲਟ ਮੀਟਰ ਜੇ ਮੈਂ ਲਗਾਦਾ ਕਿੰਨੀ ਹੋਏਗੀ? ਹਾਂਜੀ, ਉਹਦੇ ਨਾਲ ਪਤਾ ਲੱਗ ਜੂ ਕਿੰਨੀ ਹੋਏਗੀ ਵੈਸੇ? ਇੱਥੋਂ ਸਾਨੂੰ ਆਹ ਫਿਗਰ ਤੋਂ ਪਤਾ ਲੱਗ ਰਿਹਾ 220 ਹੋਊਗੀ। 220 ਆਓ, ਕਿਉਂਕਿ ਇੱਥੇ ਹੋਰ ਕੋਈ ਰੈਜ਼ਿਸਟੈਂਸ ਹੈ ਨਹੀਂਗਾ, ਤਾਂ ਕਰਕੇ ਵੰਡੀ ਨਹੀਂ ਗਈ ਹੈਗੀ ਵੋਲਟੇਜ। ਵੋਲਟੇਜ ਉਦੋਂ ਵੰਡੀ ਜਾਣੀ ਸੀਗੀ ਜੇ ਇੱਥੇ ਕੋਈ ਹੋਰ ਰੈਜ਼ਿਸਟੈਂਸ ਪਏ ਹੁੰਦੇ, ਕਿ ਇੱਥੇ ਪਿਆ ਹੁੰਦਾ, ਫਿਰ ਇੱਕ ਇੱਥੇ ਪਿਆ ਹੁੰਦਾ, ਫਿਰ ਇੱਥੇ 220 ਨਹੀਂ ਆਉਣੀ ਸੀਗੀ। ਪਰ ਇਹ ਤਾਂ ਵੰਡੀ ਨਹੀਂ ਗਈ ਹੈਗੀ, ਤਾਂ ਸਾਰੀ ਵੋਲਟੇਜ ਇਹਦੇ ਕ੍ਰਾਸ ਹੀ ਆਈ ਹੈ ਨਾ। ਹੁਣ ਮੰਨ ਲਓ ਕੋਈ ਪਿਓ ਹੈਗਾ, ਉਹਦੇ ਕੋਲੇ 220 ਵਿਗੇ ਜ਼ਮੀਨ ਹੈਗੀ, ਮੁੰਡਾ ਉਹਦੇ ਇੱਕ ਹੀ ਆ, ਤਾਂ 220 ਵਿਗੇ ਜ਼ਮੀਨ ਇੱਕ ਮੁੰਡੇ ਦੇ ਨਾ ਆਏਗੀ ਨਾ, ਉਹ ਵੰਡੀ ਥੋੜ੍ਹਾ ਜਾਏਗੀ। ਹੁਣ ਜਿਹੜੇ ਪਿਓ ਦੇ 2 ਔਲਾਦ ਹੈਗੀ, 2 ਪੁੱਤ ਨੇਗੇ, ਉਹ 2 ਹਿੱਸਿਆਂ 'ਚ ਵੰਡੀ ਜਾਏਗੀ। 3 ਨੇ 3 ਹਿੱਸਿਆਂ 'ਚ ਵੰਡੀ ਜਾਏਗੀ। ਅੱਛਾ, ਇਹ ਵੰਡੀਆਂ ਜਿਹੜੀਆਂ ਹੁੰਦੀਆਂ ਬਰਾਬਰ ਪੈਂਦੀਆਂ ਹੁੰਦੀਆਂ? ਇਹ ਗੱਲ ਦੱਸੋ। ਚਲੋ, ਇੱਕ ਪਿਓ ਕੋਲੇ 100 ਵਿਗੇ ਜ਼ਮੀਨ ਹੈਗੀ, ਉਹਦੇ 2 ਪੁੱਤ ਨੇਗੇ, ਹਾਂਜੀ ਬਰਾਬਰ ਤਾਂ ਹੋਊਗਾ ਦੋਨਾਂ ਨੂੰ 50-50 ਵਿਗੇ ਆਊਗੀ ਜੀ। ਸਰ ਇਹਦੇ ਅਕੋਰਡਿੰਗ ਜਿਵੇਂ ਮੰਨ ਲਓ ਉਹਦੇ ਆਪਾਂ ਸੁਭਾਅ ਤੇ ਕਿਹੜਾ ਸਾਂਭ ਸੰਭਾਲ ਕਰਦਾ, ਵੱਧ ਕਰਦਾ, ਕਿਹੜਾ ਚੰਗਾ ਮਾੜਾ, ਉਸ ਹਿਸਾਬ ਨਾਲ ਵੀ ਮੰਨ ਲਓ ਆਪਾਂ ਡਿਵਾਈਡ ਕਰਦੇ ਹਾਂ ਰਜਿਸਟਰ ਜਿਹੜਾ ਪ੍ਰਤੀਰੋਧ ਵੱਧ ਕਰਦਾ। ਬਿਲਕੁਲ, ਜਿਹੜਾ ਹੁਣ ਰਾਜੇ ਉਹਨੂੰ ਸਾਂਭੂਗਾ ਪਿਓ ਨੂੰ, ਹਨਾ, ਤਾਂ ਉਹਨੂੰ 50 ਦੀ ਥਾਂ ਤੇ 75 ਵਿਗੇ ਹੀ ਮਿਲ ਸਕਦੀ ਹੈਗੀ।
ਜਿਹੜਾ ਵਿਆਹ ਤੋਂ ਬਾਅਦ ਅੱਡ ਹੋ ਕੇ ਬਹਿ ਗਿਆ ਉਹਨੂੰ ਮੰਨ ਲਓ 25 ਮਿਲੂ, ਐ ਨਹੀਂ ਪਤਾ 20 ਮਿਲੇ, ਐ ਨਹੀਂ ਪਤਾ ਨਾ ਹੀ ਦੇਵੇ ਅਗਲਾ ਗੁਰਦੁਆਰੇ ਨਾਂ ਦੀ ਲਿਖਾ ਦੇਵੇ। ਤਾਂ ਇਹ ਸਾਰਾ ਕੁਝ ਡਿਪੈਂਡ ਕਿਤੇ ਕਰਦਾ ਉਹੀ ਆ ਪ੍ਰਤੀਰੋਧ ਵਾਲੀ, ਜਿਹਨੇ ਵੀਡੀਓ ਦੇਖੀ ਹੋਈ ਆ ਉਹ ਪੱਕਾ ਬੋਲੇਗਾ ਬੱਚਾ। ਤਾਂ ਇਹਦਾ ਮਤਲਬ ਕੀ ਹੈਗਾ ਰਾਜੇ, ਉਹ ਕਿਤੇ ਡਿਪੈਂਡ ਕਰਦਾ ਹੁੰਦਾ ਵੀ ਇਹਨਾਂ ਦੀਆਂ ਜਿਹੜੀਆਂ ਰੈਜ਼ਿਸਟੈਂਸਾਂ ਨੇਗੀਆਂ ਉਹ ਕਿਵੇਂ ਨੇ। ਜੇ ਰੈਜ਼ਿਸਟੈਂਸਾਂ ਦੋਨਾਂ ਦੀਆਂ ਸੇਮ ਨੇ, ਸੁਭਾਅ ਦੋਨਾਂ ਦੇ ਸੇਮ ਆ, ਦੋਵੇਂ ਬਾਪੂ ਜੀ ਕਹਿ ਕੇ ਬੁਲਾਉਂਦੇ ਆ, ਫਿਰ ਤਾਂ 50-50 ਵਿੱਗੀ ਵੰਡੀ ਜਾਏਗੀ ਨਾ। ਤਾਂ ਉਹੀ ਗੱਲ ਸਾਡੀ ਰੈਜ਼ਿਸਟੈਂਸ ਦੀ ਹੈ ਵੀ ਜੇ ਦੋ ਰੈਜ਼ਿਸਟੈਂਸਾਂ ਜਿਹੜੀਆਂ ਸੀਰੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇਗੀਆਂ, ਜੇ ਉਹਨਾਂ ਦੀ ਜਿਹੜੀ ਵੈਲਿਊ ਆ ਗਈ ਉਹ ਸੇਮ ਆ ਗਈ, 2 ਓਮ ਇਹਦੀ ਆ 2 ਓਮ ਇਹਦੀ ਆ, ਪੱਕੀ ਗੱਲ ਆ ਵੀ ਇੱਥੇ ਸਾਡੇ ਕੋਲੇ ਜਿਹੜਾ ਵੋਲਟੇਜ ਆ ਗਈ ਤਾਂ 50 ਵੋਲਟ ਇੱਥੇ ਆਊਗੀ, 50 ਵੋਲਟ ਇੱਥੇ ਆਊਗੀ, ਬਰਾਬਰ ਵੰਡੀਆਂ ਪੈਣਗੀਆਂ ਵੋਲਟੇਜ ਦੀਆਂ। ਇਹੀ ਕਰੰਟ ਦਾ ਹੁੰਦਾ, ਪੈਰਲਲ ਦੇ ਵਿੱਚ ਕਰੰਟ ਦਾ ਇਹ ਹਾਲ ਹੁੰਦਾ ਹੈਗਾ ਵੀ ਕਰੰਟ ਬਰਾਬਰ ਦੇ ਬਰਾਬਰ ਆਊਗਾ ਜੇ ਦੋਨਾਂ ਦਾ ਪ੍ਰਤੀਰੋਧ ਬਰਾਬਰ। ਤਾਂ ਸਾਰੀ ਗੱਲ ਆ ਕੇ ਕਿੱਥੇ ਨਿਬੜਦੀ ਹੈਗੀ, ਤੁਹਾਡੇ ਸੁਭਾਅ ਤੇ ਤੁਹਾਡੇ ਪ੍ਰਤੀਰੋਧ ਤੇ ਆ ਕੇ ਨਿਬੜਦੀ ਹੈਗੀ। ਚਲੋ ਆਪਾਂ ਗੱਲ ਕਰ ਰਹੇ ਸੀਗੇ ਪੈਰਲਲ ਇਹਦੇ ਵੋਲਟ ਮੀਟਰ ਦੀ। ਤਾਂ ਵੋਲਟ ਮੀਟਰ ਜਿਹੜਾ ਹੁੰਦਾ ਜੀ ਹਮੇਸ਼ਾ ਪੈਰਲਲ 'ਚ ਲੱਗਦਾ। ਪੈਰਲਲ ਦਾ ਮਤਲਬ ਹੁੰਦਾ ਹੈਗਾ ਜਿਹੜੀ ਆਹ ਰੈਜ਼ਿਸਟੈਂਸ ਦਾ ਜਿਹੜਾ ਪੱਖਾ ਹੈਗਾ ਇਹਦਾ ਇੱਕ ਉੱਪਰਲਾ ਪਾਸਾ ਇੱਕ ਹੇਠਲਾ ਪਾਸਾ, ਦੋਨਾਂ ਪਾਸੇ ਆਪਾਂ ਇੱਥੇ ਲਗਾਤਾ। ਅੱਛਾ, ਤੁਸੀਂ ਇਹ ਵੀ ਦੇਖਿਆ ਹੋਵੇਗਾ ਵੀ ਜਿਹੜਾ ਤੁਹਾਡੇ ਕੋਲੇ ਪਲੱਗ ਹੁੰਦਾ ਹੈਗਾ, ਇੱਕ 3 ਪੁਆਇੰਟ ਪਲੱਗ ਹੁੰਦਾ ਹੈਗਾ ਇੱਥੇ, ਹਨਾ। ਆਹ ਤੁਸੀਂ ਵੋਲਟ ਮੀਟਰ ਦੀਆਂ 2 ਤਾਰਾਂ ਜਿਹੜੀਆਂ ਹੁੰਦੀਆਂ ਨੇ, ਮੰਨ ਲਓ ਤੁਹਾਡੇ ਕੋਲ ਇੱਕ ਵੋਲਟ ਮੀਟਰ ਪਿਆ, ਉਹਦੀਆਂ 2 ਤਾਰਾਂ ਸਿੱਧੀਆਂ ਇੱਕ ਇਹਦੇ ਵਿੱਚ ਪਾ ਦਿੰਦੇ ਹੋਗੇ, ਇੱਕ ਇਹਦੇ ਵਿੱਚ ਪਾ ਦਿੰਦੇ ਹੋਗੇ, ਤਾਂ ਫਿਰ ਇਹ ਵੋਲਟੇਜ ਤੁਹਾਨੂੰ ਮਿਣ ਕੇ ਦੱਸ ਦਿੰਦਾ ਵੀ ਇੱਥੇ ਭਾਈ 220 ਵੋਲਟ ਆ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈਗੀ ਵੀ ਜੇ ਆਪਾਂ ਕਦੇ ਵੀ 2 ਇਹਦੇ ਵਿੱਚ ਆਹ ਫੇਸ ਤੇ ਨੈਗੇਟਿਵ ਦੇ ਵਿੱਚ ਜਦੋਂ ਆਪਾਂ ਕੁਝ ਵੀ, ਜੇ ਆਪਾਂ 2 ਤਾਰਾਂ ਵੈਸੇ ਪਾ ਦਈਏ ਤਾਂ ਇੱਥੇ ਪੜਾਕਾ ਪੈਂਦਾ ਹੈਗਾ, ਸ਼ਾਰਟ ਸਰਕਟ ਜਿਹਨੂੰ ਅਸੀਂ ਕਹਿੰਦੇ ਹਾਂ, ਸ਼ਾਰਟ ਸਰਕਟ ਹੁੰਦਾ, ਪੜਾਕਾ ਪੈਂਦਾ ਇੱਥੇ। ਜੇ ਤਾਂ ਸਰ ਕੋਈ ਨਾ ਕੋਈ ਇਹਦਾ ਸਰਕਟ ਬਣਿਆ ਹੋਵੇ ਜੀ ਫੇਰ ਨਹੀਂ ਪੈਂਦਾ ਜੀ, ਜੇ ਡਾਇਰੈਕਟ ਫੇਰ ਨਹੀਂ ਤਾਰ ਪੈਂਦਾ ਜੀ। ਜੇ ਤਾਰ ਦੀ ਗੱਲ ਕਰ ਰਹੀ ਹੈ ਆਪਾਂ, ਫੇਰ ਪਏਗਾ, ਹਾਂਜੀ ਫੇਰ ਪਊਗਾ ਜੀ, ਫੇਰ ਪਏਗਾ ਜੀ। ਇਹਦਾ ਮਤਲਬ ਇਹ ਸਾਰਾ ਖੇਡ ਕਾਹਦਾ ਵੀ ਕਿਤੇ ਪੜਾਕਾ ਪੈ ਰਿਹਾ ਹੈਗਾ ਕਿਤੇ ਨਹੀਂ ਪੈ ਰਿਹਾ ਹੈਗਾ, ਕਾਹਦਾ ਖੇਡ ਹੈਗਾ ਇਹ? ਸਰਕਟ ਦਾ ਹੈ ਜੀ। ਰੈਜ਼ਿਸਟੈਂਸ ਦਾ ਬੱਚੇ, ਅੱਛਾ ਜੀ, ਹਨਾ। ਵੀ ਜਿਹਦੀ ਰੈਜ਼ਿਸਟੈਂਸ ਵੱਧ ਹੋਏਗੀ ਉਹ ਤਾਂ ਵੋਲਟੇਜ ਨੂੰ ਸਾਂਭ ਲਏਗਾ, ਜਿਹਦੀ ਰੈਜ਼ਿਸਟੈਂਸ ਘੱਟ ਹੋਏਗੀ ਉਹ ਵੋਲਟੇਜ ਨੂੰ ਸਾਂਭ ਨਹੀਂ ਸਕੇਗਾ। ਤੇ ਇਹਦਾ ਮਤਲਬ ਵੋਲਟ ਮੀਟਰ ਦਾ ਅਸੀਂ ਕੀ ਮੰਨ ਸਕਦੇ ਹਾਂ ਵੀ ਇਹਨੂੰ ਆਪਾਂ ਅੱਖਾਂ ਮੀਚ ਕੇ ਕਰੇ 220 ਵੋਲਟ ਦੇ ਲਾ ਦਿੰਦੇ, ਕਰੇ 400 ਵੋਲਟ ਦੇ ਲਗਾ ਦਿੰਦੇ, ਕਰੇ 500 ਵੋਲਟ ਤੇ ਫੇਸ ਟੂ ਫੇਸ ਜਦੋਂ ਆਪਾਂ ਮਾਪ ਦੇਾਂਗੇ ਉਦੋਂ 414 ਵੋਲਟ ਤੇ ਵੀ ਲਗਾ ਦਿੰਦੇ ਆ ਨਾ ਆਪਾਂ। ਤਾਂ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਇਹਦੇ ਅੰਦਰ ਸਹਿਣ ਦੀ ਸ਼ਕਤੀ ਹੈ, ਜਿਹੜੀ ਵੋਲਟੇਜ ਨੂੰ ਸਹਿਣ ਦੀ ਸ਼ਕਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈ। ਇੱਥੋਂ ਕੀ ਪਤਾ ਲੱਗਦਾ, ਵੋਲਟ ਮੀਟਰ ਦੇ ਜਿਹੜੇ ਅੰਦਰ ਦਾ ਮਤਲਬ ਹੁੰਦਾ ਇੰਟਰਨਲ, ਜਿਹੜੀ ਉਹਦੀ ਤਾਰ ਅੰਦਰਲੇ ਪਾਸੇ ਉਹਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ ਉਹ ਬਹੁਤ ਜ਼ਿਆਦਾ ਵੱਡੀ ਹੁੰਦੀ ਹੈ, ਹਾਈ ਰੈਜ਼ਿਸਟੈਂਸ ਹੁੰਦੀ ਹੈਗੀ ਬਹੁਤ ਜ਼ਿਆਦਾ। ਆਹ ਗੱਲ ਵੋਲਟ ਤੱਕ ਕੀ ਕੰਮ ਕਰਦਾ ਜੀ ਇਹ? ਹਾਂਜੀ, ਵੋਲਟ ਤੱਕ ਕੀ ਕੰਮ ਕਰਦਾ ਜੀ ਇਹ? ਨਹੀਂ ਕਿੰਨੇ ਵੋਲਟ ਤੱਕ? 600 ਤੱਕ ਜੀ। ਨਹੀਂ ਜ਼ਰੂਰੀ ਨਹੀਂ ਹੈਗਾ ਰਾਜੇ, ਇਹ ਤਾਂ ਡਿਪੈਂਡ ਕਰਦਾ ਹੁੰਦਾ ਬੱਚੇ, ਡਿਪੈਂਡ ਕਰਦਾ ਹੁੰਦਾ। ਦੇਖੋ ਜਿਵੇਂ ਮਲਟੀਮੀਟਰ ਅਸੀਂ ਲੈ ਕੇ ਆਉਣਾ ਉਹਦੇ ਉੱਪਰ ਲਿਖਿਆ ਹੁੰਦਾ 1000 ਵੋਲਟ ਤਾਂ ਆਵੇਂ ਲਿਖਿਆ ਹੁੰਦਾ ਉਹਦੇ ਉੱਪਰ। ਅੱਛਾ ਜੀ। ਜਿਹੜਾ ਮਲਟੀਮੀਟਰ ਹੁੰਦਾ ਤੇ ਆਪਾਂ ਸਿਲੈਕਸ਼ਨ ਨਹੀਂ ਕਰਦੇ ਹੈਗੇ ਵੀ 20 ਵੋਲਟ ਮਿਲਣੀ ਹੈਗੀ ਤੁਸੀਂ ਕਿ 200 ਵੋਲਟ ਮਿਲਣੀ ਹੈਗੀ ਤੁਸੀਂ ਕਿ 600 ਵੋਲਟ ਮਿਲਣੀ ਆ। ਹਾਂਜੀ ਹਨਾ, ਉਹ ਵੱਖਰੀ ਗੱਲ ਆ ਵੀ ਜਿਹੜਾ ਅਸੀਂ ਵੋਲਟ ਮੀਟਰ ਦੇਖਿਆ ਹੋਊਗਾ ਉਹ ਤੇ ਉਹ ਦੇਖਣਾ ਪੈਂਦਾ ਹੁੰਦਾ ਵੀ ਆਹ ਜਿਹੜਾ ਸਕੇਲ ਹੈਗਾ ਉਹ ਕਿੱਥੋਂ ਕਿੱਥੇ ਤੱਕ ਬਣਿਆ ਹੋਇਆ ਹੈਗਾ। ਓਕੇ ਸਰ, ਓਕੇ। 0 ਤੋਂ ਜੇ 200 ਤੱਕ ਬਣਿਆ ਤਾਂ ਰਾਜੇ ਉਹ 200 ਮਾਪੂਗਾ, ਤੇ ਜੇ ਕੋਈ 0 ਤੋਂ ਲੈ ਕੇ 400 ਤੱਕ ਬਣਿਆ ਹੋਇਆ ਤਾਂ ਉਹ 400 ਮਾਪੂਗਾ। ਓਕੇ ਸਰ। ਮੰਨ ਲਓ ਹੁਣ ਤੁਹਾਡੇ ਕੁਐਸਚਨ ਦੇ ਵਿੱਚ ਹੀ ਮੈਂ ਕੁਐਸਚਨ ਕੱਢਦਾ ਵੀ ਇੱਕ ਤਾਂ ਹੈਗਾ 0 ਤੋਂ 200 ਤੱਕ ਬਣਿਆ, ਇੱਕ ਹੈਗਾ 0 ਤੋਂ 400 ਤੱਕ ਬਣਿਆ ਹੋਇਆ। ਇਹ ਦੋਨਾਂ ਤੋਂ ਆਪਾਂ ਨੂੰ ਕੀ ਇਹਨਾਂ ਤੋਂ ਕੋਈ ਕੰਕਲੂਜਨ ਕੱਢ ਕੇ ਦੇ ਸਕਦੇ ਵੀ ਉਹਨਾਂ ਦੋਨਾਂ ਦੇ ਵਿੱਚ ਕੀ ਫਰਕ ਆ? ਇੱਕ ਦੀ ਰੈਜ਼ਿਸਟੈਂਸ ਵੱਡੀ ਹੋਊ ਸਰ, ਇੱਕ ਦੀ ਛੋਟੀ ਹੋਊ। 200 ਵੱਡੀ ਹੋਊਗੀ, ਵੱਡੀ ਕਿਹਦੀ ਹੋਊਗੀ? 200 ਵਾਲੇ ਦੀ ਛੋਟੀ ਹੋਣੀ ਚਾਹੀਦੀ ਹੈ। ਵੈਰੀ ਗੁੱਡ, ਕਿਉਂਕਿ ਜਿਹਨੇ ਵੱਧ ਵੋਲਟੇਜ ਨੂੰ ਸਹਿਣਾਗਾ ਉਹਦੇ ਅੰਦਰ ਵੋਲਟੇਜ ਵੀ ਵੱਧ ਹੋਣੀ, ਉਹਦੇ ਅੰਦਰ ਰੈਜ਼ਿਸਟੈਂਸ ਵੱਧ ਹੋਣੀ ਚਾਹੀਦੀ ਹੈ, ਤਾਂ ਹੀ ਵੱਧ ਵੋਲਟੇਜ ਨੂੰ ਸਹੂਗਾ, ਨਹੀਂ ਤਾਂ ਉਹਦੇ ਅੰਦਰ ਭੜਾਕਾ ਨਹੀਂ ਪੈ ਜਾਊਗਾ ਵੱਧ ਵੋਲਟੇਜ ਦੇ ਉੱਪਰ। ਤਾਂ ਸਾਰਾ ਖੇਡ ਜਿਹੜੇ ਤੁਸੀਂ ਡਾਇਰੈਕਟ ਤਾਰ ਦਾ ਪੜਾਕਾ ਕਹਿ ਰਹੇ ਹੋ ਰੈਜ਼ਿਸਟੈਂਸ ਨੇ ਤਾਂ ਕਰਕੇ ਉਹ ਸ਼ਾਰਟ ਸਰਕਟ ਹੋ ਗਏ। ਬਿਲਕੁਲ ਜੀ, ਕਿਉਂਕਿ ਜਿਹੜੀ ਡਾਇਰੈਕਟ ਤਾਰ ਹੁੰਦੀ ਹੈ ਜਿਹੜੀ ਰੈਜ਼ਿਸਟੈਂਸ ਹੁੰਦੀ ਹੈ ਰਾਜੀ ਉਹ 0 ਓਮ ਹੁੰਦੀ ਹੈ, ਲਗਭਗ 0.1 ਹੋਏਗੀ। ਹੋਰ ਸੀ ਜੀ ਮੇਰਾ। ਹਾਂਜੀ, ਜਿਹੜੀ ਆਪਾਂ ਤਾਰ ਕਹਿ ਰਹੇ ਜੇ ਤਾਂ ਉਹਦਾ ਪੀਸ ਛੋਟਾ ਜੀ ਤਾਂ ਪੜਾਕਾ ਮੰਨੂ, ਜੇ ਮੰਨ ਲਓ ਉਹਦੀ ਲੈਂਥ ਜ਼ਿਆਦਾ ਵਾ ਜੀ ਫੇਰ ਉਹਦੇ ਵਿੱਚ ਪੜਾਕਾ ਨਹੀਂ ਪੈਂਦਾ ਜੀ ਸਰ। ਕਿੰਨੀ ਕੁ ਵੱਡੀ? ਜਿਸ ਤਰ੍ਹਾਂ ਸਰ ਟਰਾਂਸਫਾਰਮ ਦਾ ਕੰਮ ਹੁੰਦਾ ਹੈਗਾ, ਕੇਬਲ LT ਦੀ ਆਪਾਂ ਲੰਮੀ ਪਾ ਦਈਏ ਤਾਂ ਉਹ ਹੀਟਰ ਦਾ ਕੰਮ ਕਰਨ ਲੱਗ ਜਾਂਦੀ ਹੈ ਜੀ, ਉਹ ਅੱਗੇ ਜੁਆਇੰਟ ਵੀ ਹੋ ਜੇ ਭਾਵੇਂ। ਹਾਂ, ਕਿੰਨੀ ਕੁ ਵੱਡੀ ਪਾਉਣੀ ਪਊਗੀ ਫਿਰ? ਲੰਬਾਈ ਦੇ ਹਿਸਾਬ ਨਾਲ ਸਰ ਉਹ ਤਾਂ ਜੀ ਕਿੱਲੇ 2 ਕਿੱਲੇ ਦੇ ਲਗਭਗ ਹੁੰਦੀ ਹੈਗੀ। ਉਹੀ ਗੱਲ ਹੋ ਗਈ ਨਾ ਫਿਰ,
ਹਾਂਜੀ ਉਹੀ ਗੱਲ ਹੋ ਗਈ ਨਾ, ਆਪਾਂ ਕਹਿ ਰਹੇ ਵੀ ਛੋਟੀ ਤਾਰ ਦੇ ਟੋਟੇ ਦੀ ਜਿਹੜੀ ਰੈਜ਼ਿਸਟੈਂਸ ਇੰਨੀ ਹੈਗੀ, ਠੀਕ ਹੈ। ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਰੋ ਐਲ ਅਪੋਨ ਏ, ਉਹਦਾ ਜਿਹੜੀ ਲੈਂਥ ਹੈ ਜਿਹੜੀ ਆਪਾਂ ਵਧਾਈ ਜਾਂਦੇ ਆਂਗੇ, ਲੈਂਥ ਦੇ ਵਧਾਉਣ ਦੇ ਨਾਲ ਸਾਡੇ ਕੋਲੇ ਜਿਹੜਾ ਰੈਜ਼ਿਸਟੈਂਸ ਆ ਉਹ ਵਧੀ ਜਾਂਦਾ, ਠੀਕ ਹੈ ਬੱਚੇ। ਹਾਂਜੀ ਓਕੇ, ਤਾਂ ਆਪਾਂ ਕਿੱਥੇ ਸੀਗੇ ਹੁਣ? ਆਪਾਂ ਇੱਥੋਂ ਸਾਨੂੰ ਇੱਕੋ ਹੀ ਗੱਲ ਪਤਾ ਲੱਗੀ ਹੈਗੀ ਕਾਹਦੀ। ਅੱਛਾ, ਇੱਕ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ ਗਾ। ਮੰਨ ਲਓ ਤੁਹਾਡੇ ਘਰਾਂ ਦੇ ਵਿੱਚ ਇੱਕ ਬੱਲਬ ਹੈਗਾ, ਕਿੰਨੇ ਵੋਲਟ ਦਾ ਹੁੰਦਾ ਉਹ? 220 ਵੋਲਟ ਤੇ ਚੱਲਣ ਵਾਸਤੇ ਬਣਾਇਆ ਹੁੰਦਾ ਹੈਗਾ, ਹਨਾ। ਮੰਨ ਲਓ 100 ਵਾਟ ਲਿਖਿਆ ਹੋਇਆ। ਜਿਹੜੀ ਖੇਤਾਂ ਦੇ ਵਿੱਚ ਸਪਲਾਈ ਆਉਂਦੀ ਹੈਗੀ 3 ਫੇਸ, ਉਹ ਕਿੰਨੀ ਹੁੰਦੀ ਹੈ? ਹਰੇਕ ਫੇਸ ਦੇ ਵਿੱਚ 400 ਦੇ ਲਗਭਗ ਹੁੰਦੀ ਹੈਗੀ। ਤਾਂ ਜੇ ਆਪਾਂ ਆਹ ਬੱਲਬ, ਹਾਂਜੀ, ਬੱਲਬ ਦੇ ਉੱਪਰ ਜਿਹੜੀ ਵੋਲਟੇਜ ਲਿਖੀ ਹੁੰਦੀ ਆ ਉਹ 220 ਵੋਲਟ ਤੇ 100 ਵਾਟ ਲਿਖਿਆ ਹੋਇਆ ਮੰਨ ਲਓ। ਜਿਹੜੀ ਆਪਣੀ ਸਟੈਂਡਰਡ ਵੋਲਟੇਜ ਹੈ 440 ਮੰਨੀ ਜਾਂਦੀ ਹੈ। 440 ਤਾਂ ਨਹੀਂ ਹੈਗੀ, 415 ਗਈ ਜੀ। ਉਹ 15 ਨੇੜੇ ਤੇੜੇ ਹੁੰਦੀ ਹੈ ਰਾਜੇ, ਉਹ ਵੱਧਦੀ ਘਟਦੀ ਰਹਿੰਦੀ ਹੈ, ਪਲੱਸ ਮਾਈਨਸ 6% ਹੁੰਦਾ ਰਹਿੰਦਾ ਹੈਗਾ। ਓਕੇ, ਤਾਂ ਦੇਖੋ ਜੀ, ਆਪਾਂ ਤਾਂ ਲਗਭਗ ਮੰਨ ਕੇ ਚੱਲਦੇ ਹਾਂ ਵੀ ਚਲੋ ਸਾਡੇ ਕੋਲੇ ਨਾ 400 ਵੋਲਟ ਆ ਰਹੀ ਹੈਗੀ, ਬੱਲਬ ਹੈਗਾ ਸਾਡੇ ਕੋਲੇ 220 ਦਾ। ਜੇ ਆਪਾਂ ਆਹ ਹੈਗਾ ਆਰ ਫੇਸ, ਆਹ ਹੈਗਾ ਬਾਈ ਫੇਸ, ਆਹ ਹੈਗਾ ਬੀ ਫੇਸ, ਅਸੀਂ ਇੱਥੇ ਇੱਕ ਬੱਲਬ ਲਗਾਤਾ, ਕੀ ਇਹ ਬੱਲਬ ਚੱਲੂਗਾ? ਨਾ ਜੀ, ਸੜ ਜਾਏਗਾ, ਹਨਾ। ਜੀ ਸੜ ਜਾਏਗਾ ਨਾ, ਜੀ। ਸੜ ਜਾਏਗਾ। ਅਸੀਂ ਜੇ ਹੁਣ ਧੱਕੇ ਨਾਲ ਇੱਥੇ ਅਸੀਂ ਚਾਹੁੰਦੇ ਆਂਗੇ, ਅਸੀਂ ਦੇਖਣਾ ਵੀ ਆਰ ਤੇ ਵਾਈ ਫੇਸ ਸਾਡਾ ਸਹੀ ਸਲਾਮਤ ਹੈਗਾ, ਹਾਂਜੀ, ਤਾਂ ਕਿਵੇਂ ਕੀ ਕਰ ਸਕਦੇ ਆਂਗੇ ਅਸੀਂ? ਡਬਲ ਬੱਲਬ ਜੋੜ ਕੇ ਸਰ ਉਹ ਆਪਾਂ ਚੈੱਕ ਕਰ ਸਕਦੇ ਹਾਂ ਜੀ। ਜੇ ਆਪਾਂ ਡਬਲ ਬੱਲਬ ਜੋੜਦਾ, ਹੁਣ ਹੋ ਕੀ ਗਿਆ ਡਬਲ ਬੱਲਬ ਦੇ ਜੋੜਨ ਨਾਲ? ਜਿਹੜੀ ਰੇਜ਼ਿਸਟੈਂਸ ਹੈ ਜੀ ਉਹਦੀ, ਉਹਦਾ ਡਬਲ ਹੋ ਜੂਗੀ। ਡਬਲ ਹੋ ਗਈ। ਕਿਉਂ ਡਬਲ ਕਿਉਂ ਹੋ ਗਈ? ਬਿਲਕੁਲ ਵੱਡੀ ਗੱਲ ਆ ਵੀ ਆਹ ਟਰਮ ਬੋਲਣੀ ਜ਼ਰੂਰੀ ਹੈ। ਸੀਰੀਜ਼ ਦੇ ਵਿੱਚ ਨੇ, ਜੇ ਸੀਰੀਜ਼ ਚ ਨੇ ਤਾਂ ਹੀ ਤਾਂ ਰੈਜ਼ਿਸਟੈਂਸਾਂ ਪਲੱਸ ਹੋਈਆਂ ਨੇ। ਅੱਛਾ, ਜੇ ਆਪਾਂ ਰਾਜੇ ਏਦਾਂ ਲਗਾ ਦੇ ਨੂੰ, ਦੇਖਿਓ ਇੱਕ ਮਿੰਟ, ਯਾ ਲੋ, 2 ਬੱਲਬ ਲਗਾਤੇ ਆਪਾਂ, ਏਦਾਂ ਲਗਾਤੇ, ਏਦਾਂ ਲਗਾਤੇ, ਹੁਣ ਚੱਲਣਗੇ ਬੱਲਬ ਦੋਏ? ਨਹੀਂ ਨਹੀਂ, ਇਹਦਾ ਹਨਾ, ਪੈਰਲਲ ਤੇ ਹੋਊਗਾ ਇਹਦਾ ਕਿਉਂਕਿ ਪੈਰਲਲ, ਵੋਲਟੇਜ ਇਹ ਤਾਂ ਉਹਦੇ ਨਾਲ ਉਹਦੇ ਨਾਲੋਂ ਵੀ ਪਹਿਲਾਂ ਮੱਚ ਜਾਣਗੇ। ਤਾਂ ਹਜੇ ਇਕੱਲਾ ਤਾਂ ਕੱਟ ਜੂਗਾ, ਇੱਕ ਅੱਧਾ ਸਕਿੰਟ, ਇਹ ਤਾਂ ਇੱਕ ਅੱਧਾ ਸਕਿੰਟ ਵੀ ਨਹੀਂ ਕੱਟਣਾ ਹੈਗਾ। ਠੀਕ ਹੋ ਗਈ ਜੀ ਗੱਲ ਇਹ? ਹਾਂਜੀ, ਠੀਕ ਹੈ ਜੀ। ਚਲੋ ਜੀ, ਤਾਂ ਵੋਲਟ ਮੀਟਰ ਹੈ ਜੀ, ਅਸੀਂ ਇੱਥੋਂ ਇੱਕ ਹੀ ਗੱਲ ਸਿੱਖਦੇ ਹਾਂ, ਜਿਹੜੀ ਵੋਲਟ ਮੀਟਰ ਹੈਗਾ, ਵੋਲਟ ਮੀਟਰ ਦੀ ਜਿਹੜੀ ਇੰਟਰਨਲ ਰੈਜ਼ਿਸਟੈਂਸ ਹੁੰਦੀ ਹੈਗੀ ਉਹ ਬਹੁਤ ਜ਼ਿਆਦਾ ਵੱਡੀ ਹੁੰਦੀ ਹੈਗੀ, ਤੇ ਹਮੇਸ਼ਾ ਇਹਨੂੰ ਪੈਰਲਲ ਦੇ ਵਿੱਚ ਜੋੜਿਆ ਜਾਂਦਾ ਹੈਗਾ। ਇੱਕ ਪਾਸੇ ਆਪਾਂ ਫੇਸ ਲਗਾਉਣੇ ਆਂਗੇ, ਇੱਕ ਪਾਸੇ ਆਪਾਂ ਨਿਊਟਰਲ ਲਗਾਉਣੇ ਆਂਗੇ। ਇਹ ਗੱਲ ਅਸੀਂ ਇੱਥੋਂ ਕਲੀਅਰ ਹੋ ਗਈ ਸਾਨੂੰ, ਠੀਕ ਹੈ। ਤੇ ਵੋਲਟ ਮੀਟਰ ਦੀ ਜਿਹੜੀ ਰੀਡਿੰਗ ਹੁੰਦੀ ਆ ਉਹ ਵੋਲਟ ਦੇ ਵਿੱਚ ਹੁੰਦੀ ਹੈਗੀ। ਅੱਛਾ, ਵੋਲਟ ਮੀਟਰ ਦੇ ਉੱਪਰ ਨਾ 2 ਗੱਲਾਂ ਲਿਖੀਆਂ ਹੁੰਦੀਆਂ ਨੇਗੀਆਂ, ਉਹਦੇ ਛੋਟੀਆਂ ਜਿਹੀਆਂ ਕਰਕੇ, ਜਾਂ ਤਾਂ ਏਦਾਂ ਬਣਿਆ ਹੁੰਦਾ ਉਹਦਾ ਸਿੰਬਲ, ਜਾਂ ਉਹਦੇ ਵਿੱਚ ਏਦਾਂ ਬਣਿਆ ਹੁੰਦਾ ਇੱਕ। ਜਿਹੜਾ ਤਾਂ ਆਹ ਸਿੰਬਲ ਬਣਿਆ ਹੋਇਆ, ਇਹਦਾ ਮਤਲਬ ਤਾਂ ਹੁੰਦਾ ਵੀ ਜਿਹੜਾ ਉਹ ਵੋਲਟ ਮੀਟਰ ਆ ਏਸੀ ਸਪਲਾਈ ਨੂੰ ਮਾਪੂਗਾ। ਜਿਹੜਾ ਆਹ ਸਿੰਬਲ ਹੁੰਦਾ ਇਹਦਾ ਮਤਲਬ ਹੈ ਕਿਹਨੂੰ ਮਾਪੂਗਾ? ਡੀਸੀ ਸਪਲਾਈ ਨੂੰ ਮਾਪੂਗਾ। ਕਈਆਂ ਦੇ ਉੱਪਰ ਦੋਨੇ ਲਿਖੇ ਹੁੰਦੇ ਨੇਗੇ, ਏਸੀ ਡੀਸੀ ਦੋਨੇ ਹੀ ਹੁੰਦੇ ਨੇ, ਠੀਕ ਹੈ। ਚਲੋ, ਅਗਲੇ ਹੈਗੇ ਸਾਡਾ ਅੰਪੇਅਰ ਮੀਟਰ, ਜਿਹਨੂੰ ਅਸੀਂ ਕਹਿੰਦੇ ਐਮ ਮੀਟਰ। ਐਮ ਮੀਟਰ ਹਮੇਸ਼ਾ ਕਾਹਦੇ ਵਿੱਚ ਜੋੜਿਆ ਜਾਂਦਾ ਹੈ? ਸੀਰੀਜ਼ ਜੋੜਿਆ ਜਾਂਦਾ ਹੈਗਾ। ਸੀਰੀਜ਼ ਤਾਂ ਜੋੜਿਆ ਜਾਂਦਾ ਹੈਗਾ ਇਹ, ਕਿਉਂਕਿ ਇਹਨੇ ਜਿੰਨਾ ਕਰੰਟ ਸਾਡਾ ਜਾ ਰਿਹਾ ਹੋਊਗਾ ਉਸ ਕਰੰਟ ਨੂੰ ਇਹਨੇ ਮਾਪਣਾ ਹੈਗਾ। ਜਦੋਂ ਕਦੇ ਸੀਰੀਜ਼ 'ਚ ਕਿਸੇ ਨੂੰ ਜੋੜਨਾ ਹੁੰਦਾ ਤਾਂ ਉਹਦੀ ਰੈਜ਼ਿਸਟੈਂਸ ਕੀ ਹੋਣੀ ਚਾਹੀਦੀ ਹੈ, ਇਹ ਗੱਲ ਪੱਲੇ ਬੰਨਣੀ ਹੈ। ਕੋਈ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਐਮ ਮੀਟਰ ਦੀ ਗੱਲ ਕਰਨੀ ਹੈਗੀ। ਹਰ ਚੀਜ਼ ਦੇ ਵਿੱਚ, ਚਾਹੇ ਕੋਈ ਵਾਈਂਡਿੰਗ ਹੋਵੇ ਜਿਹੜੀ ਸੀਰੀਜ਼ 'ਚ ਹੋਊਗੀ, ਹਮੇਸ਼ਾ ਉਸ ਦੀ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਵੈਰੀ ਲੋ ਹੋਣੀ ਚਾਹੀਦੀ ਹੈ ਜੀ, ਉਹ ਬਹੁਤ ਘੱਟ ਹੋਣੀ ਚਾਹੀਦੀ ਹੈ। ਕਿਉਂਕਿ ਜੇ ਮੰਨ ਲਓ ਸਪੋਜ਼ ਕਰੋ ਤੁਹਾਡੇ ਕੋਲ ਇੱਕ ਬੱਲਬ ਹੈਗਾ, ਤੁਸੀਂ ਇਹਨੂੰ ਵੋਲਟੇਜ ਦਿੱਤੀ ਹੋਈ ਸੀਗੀ 220 ਵੋਲਟ, 220 ਵੋਲਟ, ਤਾਂ ਇਸ ਬੱਲਬ ਦੇ ਅਕਰੋਸ 220 ਵੋਲਟ ਆ ਰਹੀ ਸੀਗੀ, ਠੀਕ ਹੈ। ਤੁਸੀਂ ਮਾਪਣਾ ਚਾਹਿਆ ਵੀ ਇੱਥੇ ਅਸੀਂ ਵੋਲਟ ਮੀਟਰ ਐਮ ਮੀਟਰ ਲਗਾ ਲਿਆ ਜੀ ਕੋਈ ਨਾ ਕੋਈ। ਜੇ ਕਿਤੇ ਇਹ ਜਿਹੜਾ ਐਮ ਮੀਟਰ ਹੈਗਾ, ਇਹ ਐਮ ਮੀਟਰ ਦੀ ਰੈਜ਼ਿਸਟੈਂਸ ਵਿੱਚ ਵੱਡੀ ਹੋਏਗੀ, ਤਾਂ ਇਸ ਵੋਲਟੇਜ ਦਾ ਕੁਝ ਹਿੱਸਾ ਇਹ ਵੀ ਤਾਂ ਖਾਵੇਗਾ ਨਾ, ਹਾਂਜੀ, ਐਮ ਮੀਟਰ।
ਤਾਂ ਉਸ ਕੇਸ ਦੇ ਵਿੱਚ ਜਿਹੜੀ ਆ ਵੋਲਟੇਜ 220 ਦੀ ਥਾਂ ਤੇ 180 ਰਹਿ ਜਾਊਗੀ ਤੇ ਜਿਹੜਾ ਸਾਡਾ ਸਰਕਟ ਆ ਉਹ ਪ੍ਰਭਾਵਿਤ ਹੋ ਜਾਊਗਾ। ਹਮੇਸ਼ਾ ਤੁਸੀਂ ਚਾਹੇ ਵੋਲਟ ਮੀਟਰ ਲਗਾਓ ਚਾਹੇ ਤੁਸੀਂ ਐਮੀਟਰ ਲਗਾਓ, ਇਹਨਾਂ ਦੇ ਲਗਾਏ ਦਾ ਸਾਡੇ ਲੋਡ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਪਤਾ ਨਹੀਂ ਲੱਗਣਾ ਚਾਹੀਦਾ ਮਤਲਬ ਜਦੋਂ ਸੀਰੀ 'ਚ ਲਗਾ ਰਹੇ ਹੋਗੇ ਇਹਦੇ ਕ੍ਰਾਸ ਆਉਣ ਵਾਲੀ ਜਿਹੜੀ ਵੋਲਟੇਜ ਆ ਉਹ ਘਟਣੀ ਨਹੀਂ ਚਾਹੀਦੀ। ਮਤਲਬ ਇੱਥੇ ਵੋਲਟੇਜ ਬਹੁਤ ਘੱਟ ਹੋਵੇ ਤਾਂ ਵੋਲਟੇਜ ਜਦੋਂ ਦੋ ਰੈਜ਼ਿਸਟੈਂਸ ਸੀਰੀ ਦੇ ਵਿੱਚ ਹੁੰਦੀ ਹੈ ਵੋਲਟੇਜ ਘੱਟ ਕਦੋਂ ਹੁੰਦੀ ਹੈ? ਜਦੋਂ ਉਹਦੀ ਰੈਜ਼ਿਸਟੈਂਸ ਕਿਸੇ ਵੀ ਰੈਜ਼ਿਸਟੈਂਸ ਦੀ ਜਦੋਂ ਰੈਜ਼ਿਸਟੈਂਸ ਘੱਟ ਹੁੰਦੀ ਹੈ ਕਿਸੇ ਵੀ ਉਹਦੀ ਆਪਰੇਟਰ ਦੀ। ਤਾਂ ਜਿਹੜੀ ਚੀਜ਼ ਅਸੀਂ ਸੀਰੀ 'ਚ ਲਗਾਉਣੇ ਹੁੰਦੇ ਉਹਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਹੈਗੀ ਉਹ ਵੈਰੀ ਲੋ ਹੁੰਦੀ ਹੈ। ਇਹ ਗੱਲ ਪੱਕੀ ਹੈਗੀ, ਇਹ ਗੱਲ ਯਾਦ ਰੱਖਣੀ ਹੈਗੀ ਤੁਸੀਂ। ਇਹ ਗੱਲ ਕਲੀਅਰ ਹੋ ਗਈ ਜੀ? ਹਾਂਜੀ ਫੀਡ ਕਰੋ ਜੀ। ਜੀ ਮੈਂ ਸਿਰਫ ਇੰਨੀ ਗੱਲ ਕਹਿ ਰਿਹਾਗਾ, ਐਮੀਟਰ ਜਿਹੜਾ ਹੁੰਦਾ ਗਾ ਉਹ ਸੀਰੀ 'ਚ ਲੱਗਦਾ। ਪਹਿਲੀ ਗੱਲ, ਜੇ ਸੀਰੀ 'ਚ ਲਾਉਣਾ ਗਾ ਤਾਂ ਸੀਰੀ 'ਚ ਲਾਉਣ ਦਾ ਮਤਲਬ ਇਹ ਨਾ ਹੋਵੇ ਵੀ ਉਹ ਸਾਡੇ ਲੋਡ ਦੀ ਵੋਲਟੇਜ ਨੂੰ ਖਾ ਜਾਵੇ। ਮਤਲਬ ਇੱਥੇ ਵੋਲਟੇਜ ਦਾ ਡ੍ਰੌਪ ਜਿਹੜਾ ਬਹੁਤ ਘੱਟ ਹੋਣਾ ਚਾਹੀਦਾ। ਵੋਲਟੇਜ ਦਾ ਡ੍ਰੌਪ ਕਿਵੇਂ ਘੱਟ ਹੋ ਸਕਦਾ ਹੈਗਾ? I/R ਹੁੰਦਾ ਨਾ, ਕਰੰਟ ਤਾਂ ਉਨਾ ਹੀ ਭੇਜਣਾ ਸੀ ਅੱਗੇ, ਇੱਧਰ ਦੀ ਹੋ ਕੇ ਲੰਘੇਗਾ, ਪਰ ਰੈਜ਼ਿਸਟੈਂਸ ਇਹਦੀ ਇੰਨੀ ਜ਼ਿਆਦਾ ਥੋੜੀ ਹੋਣੀ ਚਾਹੀਦੀ ਹੈ ਵੀ ਵੋਲਟੇਜ ਡ੍ਰੌਪ ਇਹਦੇ ਕ੍ਰਾਸ ਹੋਵੇ ਹੀ ਨਾ। ਇਹਦਾ ਮਤਲਬ ਕੀ ਹੈ? V = IR ਜਿਹੜਾ ਇਹ ਹੈਗਾ, V = IR। ਰੈਜ਼ਿਸਟੈਂਸ ਜਿਹੜੀ ਸਾਡੀ ਜਿੰਨੀ ਘੱਟ ਹੋਊਗੀ ਉਨੀ ਇਹਦੇ ਕ੍ਰਾਸ ਵੋਲਟੇਜ ਡ੍ਰੌਪ ਵੀ ਘੱਟ ਹੋਊਗਾ। ਕਿਸੇ ਐਮੀਟਰ ਦੇ ਕ੍ਰਾਸ ਵੋਲਟੇਜ ਡ੍ਰੌਪ ਵੀ ਘੱਟ ਹੋਵੇਗਾ। ਓਕੇ ਜੀ। ਤੇ ਉਸ ਤੋਂ ਬਾਅਦ ਦੇਖੋ ਜੀ ਅਸੀਂ ਇੱਥੇ ਕੀ ਪੜ੍ਹਨਾ ਗਾ, ਇਹਨੂੰ ਲਗਾਉਣਾ ਦੇਖੋ ਫਿਰ ਲਗਾਉਣਾ ਕਿਵੇਂ ਹੁੰਦਾ ਹੈਗਾ। ਮੰਨ ਲਓ ਸਾਡਾ ਆਹ ਚੱਲ ਰਿਹਾ ਹੈਗਾ, ਆਹ ਪੱਖਾ ਚੱਲ ਰਿਹਾ ਇੱਕ, ਆ ਇਹਦਾ ਪੋਜ਼ਿਟਿਵ ਵਾਲਾ ਜਾਂ ਇਹਦਾ ਨਿਊਟਰਲ ਹੈਗਾ। ਆਹ ਸਾਡੇ ਕੋਲ ਐਮੀਟਰ ਪਿਆ, ਆ ਇਹਦੀ B ਤਾਰ ਆ ਗਈ, ਆਹ ਇਹਦੀ A ਤਾਰ ਆ। ਕਿਵੇਂ ਜੋੜੀਏ ਵੀ ਆਪਾਂ ਇਹਦਾ ਕਰੰਟ ਮਾਪ ਲਈਏ ਆਪਾਂ? ਸੁਖਵੀਰ ਸਿੰਘ ਜੀ ਪਤਾ ਕਿਵੇਂ ਮਾਪਾਂਗੇ? ਸਰ ਜਿਹੜੇ A B ਸਿਰੇ ਦੋਨੇ ਮੰਨ ਲਓ ਵੀ ਇਹ ਪੱਖੇ ਤੋਂ ਪਹਿਲਾਂ ਉੱਪਰ ਲਾਉਣੇ ਪੈਣਗੇ ਆਪਾਂ ਨੂੰ। ਪੱਖੇ ਤੋਂ ਪਹਿਲਾਂ ਜੀ ਆਪਾਂ ਏਦਾਂ ਲਗਾ ਦਿੰਦੇ ਹਾਂ, ਇੱਥੇ ਆਪਾਂ A ਲਗਾ ਦਿੰਦੇ ਹਾਂ ਜੀ, ਇੱਥੇ ਆਪਾਂ B ਲਗਾ ਦਿੰਦੇ ਹਾਂ। ਠੀਕ ਹੋ ਗਈ ਜੀ ਗੱਲ ਇਹ? ਹਾਂਜੀ ਸਰ ਐ ਨਹੀਂ ਮਤਲਬ ਵਿੱਚ ਲੱਗੂਗਾ ਨਹੀਂ ਉਹਦੇ ਸਰਕਟ ਉਹਦੇ ਕ੍ਰਾਸ ਵੇਖਦੀ ਅੱਛਾ ਆ ਲਓ ਇਹ ਲਓ ਆ ਠੀਕ ਹੈ ਜੀ, ਵਿੱਚ ਲਗਾ ਦਿੰਦੇ ਹਾਂ 1 ਮਿੰਟ। ਆ ਲਓ ਜੀ, ਠੀਕ ਹੈ ਜੀ। ਸਰ ਸੀਰੀਜ਼ ਦੇ ਵਿੱਚ ਲੱਗੂਗਾ ਜੀ। ਇਹ ਸੀਰੀਜ਼ 'ਚ ਲੱਗਦਾ 11000 ਦੇਖੋ ਫੇਸ ਪਹਿਲਾਂ ਸਰ ਕਰੰਟ ਤਾਂ ਹਾਲੇ ਵੀ ਸਿੱਧਾ ਕ੍ਰਾਸ ਕਰ ਰਿਹਾ ਨਾ, ਮੰਨ ਲਓ ਜਿਹੜੀ ਰੈੱਡ ਆਪਣੀ ਜਾਂਦੀ ਹੈ ਜਦ ਉਹਨੂੰ ਕੱਟੀ ਜਾਊਗੀ ਨਾ ਉਹ। ਕੀ ਕਰੀਏ ਹੁਣ? ਸਰ ਉਹਨੂੰ ਤਾਰ ਨੂੰ ਕੱਟ ਕਰਕੇ ਇਹਦੇ ਵਿਚਾਲੇ ਲਾਵਾਂਗੇ। ਤਾਰ ਨੂੰ ਕੱਟ ਕਰਨਾ ਪਊਗਾ, ਤਾਰ ਨੂੰ ਕੱਟ ਕਰਨਾ ਪੂਰਾ। ਇਹ ਸਾਨੂੰ ਧੱਕੇ ਨਾਲ ਕਰੰਟ ਵਾਸਤੇ ਕੋਈ ਰਾਹ ਨਹੀਂ ਛੱਡਣਾ ਸੀ ਵੀ ਕਿਸੇ ਹੋਰ ਪਾਸੇ ਜੇ ਲੰਘ ਜੇ ਕਰੰਟ ਸਾਰਾ ਸਾਡਾ ਇਹਦੇ ਵਿੱਚ ਦੀ ਲੰਘਣਾ ਚਾਹੀਦਾ। ਤਾਂ ਹੀ ਇਹੀ ਕਾਰਨ ਹੁੰਦਾ ਵੀ ਜਿਹੜਾ ਐਮੀਟਰ ਹੁੰਦਾ ਨਾ, ਐਮੀਟਰ ਨੂੰ ਜੋੜਨਾ ਬਹੁਤ ਔਖਾ ਹੈਗਾ। ਐਮੀਟਰ ਲੋਕ ਸਾੜਦੇ ਬਹੁਤ ਹੈਗੇ। ਖੈਰ ITI ਵਾਲੇ ਤਾਂ ਨਹੀਂ ਸਾੜਦੇ ਹੋਣੇ ਹੈਗੇ, ਜਿਹੜੇ ਦੂਜੇ ਜਵਾਕਾਂ ਨੂੰ ਮੈਂ ਡਿਪਲੋਮੇ ਵਾਲੇ ਨੂੰ ਪੜ੍ਹਾਉਣਾਗਾ ਇਸ ਆਨਸਰ ਦਾ ਜਵਾਬ ਕਿਸੇ ਨੂੰ ਨਹੀਂ ਆਉਂਦਾ ਹੁੰਦਾ ਵੀ ਐਮੀਟਰ ਨੂੰ ਜੋੜਨਾ ਕਿਵੇਂ ਆ। ਤੁਸੀਂ ਤਾਂ ਕਹਿ ਨਾ ਵੀ ਕੱਟ ਕੇ ਲਾ ਦਾਂਗੇ, ਇਹ ਤਾਂ ਚਲੋ ITI ਦਾ ਫਰਕ ਹੈ, ਪ੍ਰੈਕਟੀਕਲ ਨੌਲੇਜ ਤੁਹਾਨੂੰ ਵਧੀਆ ਹੁੰਦੀ ਹੈਗੀ ਉਹਨਾਂ ਨਾਲੋਂ। ਡਿਪਲੋਮੇ ਡਿਗਰੀਆਂ ਵਾਲੇ ਜਿਹੜੇ B.Tech ਜਿਹਨਾਂ ਨੇ ਕੀਤੀ ਹੋਈ ਆ ਉਹਨਾਂ ਨੂੰ ਆਹ ਸਵਾਲ ਕਦੇ ਨਹੀਂ ਆਇਆ ਹੈਗਾ ਵੀ ਐਮੀਟਰ ਕਿਵੇਂ ਲੱਗਦਾ ਹੁੰਦਾ ਸੀਰੀਜ਼ ਦੇ ਵਿੱਚ, ਜਦ ਕਿ ਆ ਸਾਫ਼ ਦਿਖਦਾ ਵੀ ਆਹ ਸੀਰੀਜ਼ ਬਣ ਗਿਆ। ਚਲੋ ਵਧੀਆ ਗੱਲ ਹੈ ਜੀ। ਅੱਛਾ ਇੱਕ ਗੱਲ ਦੱਸੋ ਫਿਰ, ਜੇ ਮੈਂ ਇਹਨੂੰ ਐਂ ਲਗਾ ਦਿੰਦਾ ਬੱਚੇ, ਇੱਕ ਐਮੀਟਰ ਹੈਗਾ, ਆਪਾਂ ਕਹਿੰਦੇ ਵੀ ਉਹਨੂੰ ਹਮੇਸ਼ਾ ਕਾਹਦੇ ਵਿੱਚ ਲਗਾਉਣਾ ਗਾ ਅਸੀਂ? ਸੀਰੀਜ਼ 'ਚ। ਮੰਨ ਲਓ ਮੈਂ ਉਹਨੂੰ ਏਦਾਂ ਲਗਾਦਾ ਬੱਚੇ, ਆਹ ਹੈਗੀ ਆ ਵੋਲਟੇਜ, ਆਹ ਹੈਗੀ ਆ ਇੱਥੇ ਬਲਬ ਹੈਗਾ, ਕੋਈ ਨਾ ਕੋਈ ਰੈਜ਼ਿਸਟੈਂਸ ਆ, ਮੈਂ ਇਹਨੂੰ ਇੱਥੇ ਲਗਾਤਾ ਇੱਥੇ ਐਮੀਟਰ, ਤਾਂ ਕੀ ਇਹ ਮੱਚੇਗਾ ਕਿ ਨਹੀਂ? ਮੱਚ ਜੂਗਾ ਜੀ। ਕਿਉਂ ਮੱਚਿਆ ਦਾ ਜੀ ਇਹ ਪਤਾ? ਪੈਰਲਲ ਲੱਗ ਗਿਆ ਜੀ। 220 ਵੋਲਟ ਮਿਲ ਗਏ ਨਾ ਸਾਰੇ ਨੂੰ। ਇਹਦੀ ਜਿੱਥੇ ਵੀ ਰੈਜ਼ਿਸਟੈਂਸ ਘੱਟ ਹੁੰਦੀ ਆ ਉੱਥੇ ਕਰੰਟ ਬਹੁਤ ਜ਼ਿਆਦਾ ਫਲੋ ਹੋ ਜਾਊਗਾ। ਜਦੋਂ ਆਪਾਂ ਇਹਨੂੰ ਸੀਰੀਜ਼ 'ਚ ਲਗਾਉਣੇ ਹੁੰਦੇ ਆ, ਸੀਰੀਜ਼ ਦੇ ਵਿੱਚ ਤਾਂ ਜਿਹੜੀ ਵੋਲਟੇਜ ਸੀਰੀਜ਼ 'ਚ ਪਤਾ ਕੌਣ ਕਰੰਟ ਨੂੰ ਕੌਣ ਰੋਕ ਰਿਹਾ ਹੁੰਦਾ ਹੈਗਾ? ਉੱਥੇ ਰੋਕਣ ਦੀ ਜ਼ਿੰਮੇਵਾਰੀ ਕਿਸੇ ਹੋਰ ਦੀ ਹੁੰਦੀ ਹੈ, ਇਹਦੀ ਹੁੰਦੀ ਹੈ ਲੋਡ ਦੀ। ਉਸ ਤਾਂ ਇਹਦੀ ਜ਼ਿੰਮੇਵਾਰੀ ਹੈ ਨਾ ਹੁਣ ਤਾਂ, ਕਿਉਂਕਿ ਆਪਾਂ ਹਿਸਾਬ ਨਾਲੇ ਲਗਾਇਆ ਸੀ ਨਾ। ਅੱਛਾ ਹੁਣ ਦੂਜਾ ਕੁਐਸਚਨ ਆਪਾਂ ਪੁੱਠਾ ਕਰਦੇ ਹਾਂ। ਇੱਕ ਵੋਲਟ ਮੀਟਰ ਨੂੰ ਆਪਾਂ ਸੀਰੀਜ਼ 'ਚ ਲਗਾਤਾ, ਇਹ 'ਚ ਇਹ ਮੱਚ ਜਾਏਗਾ, ਕੀ ਹੋਏਗਾ? ਮੱਚੇਗਾ, ਕੀ ਹੋਏਗਾ ਜੀ? ਕ੍ਰਾਸ ਵੋਲਟੇਜ ਨਹੀਂ ਪਹੁੰਚਣੀ। ਸਾਡਾ ਜਿਹੜਾ ਲੋਡ ਹੈਗਾ, ਲੋਡ ਸਾਡਾ ਚੱਲਣੋਂ ਹਟ ਜਾਊਗਾ, ਪਰ ਇੱਥੇ ਵੋਲਟੇਜ ਜਿਹੜਾ ਇੱਥੇ ਡ੍ਰੌਪ ਬਹੁਤ ਜ਼ਿਆਦਾ ਹੋ ਜਾਊਗਾ, ਹਨਾ।
ਤਾਂ ਕਰਕੇ ਅਸੀਂ ਇਹ ਮੱਚਦਾ ਨਹੀਂ ਹੈਗਾ, ਪਰ ਕਿਉਂਕਿ ਇਹਦੀ ਰੈਜ਼ਿਸਟੈਂਸ ਤਾਂ ਹਾਈ ਹੁੰਦੀ ਹੈਗੀ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਆਈ ਹੁੰਦੀ ਹੈ ਜੀ। ਬਿਲਕੁਲ ਜੀ ਬਿਲਕੁਲ। ਤਾਂ ਵੋਲਟ ਮੀਟਰ ਨੂੰ ਅਸੀਂ ਸੀਰੀ ਚਲਾਵਾਂਗੇ ਕੋਈ ਦਿੱਕਤ ਨਹੀਂ ਹੈਗੀ, ਪਰ ਐਮੀਟਰ ਨੂੰ ਆਪਾਂ ਪੈਰਲਲ ਚ ਨਹੀਂ ਲਾ ਸਕਦੇ ਹੈਗੇ। ਹੁਣ ਦੇਖੋ ਇੱਥੋਂ ਕੀ ਹੈ, ਜਿਹੜਾ ਨਾਜ਼ੁਕ ਆ ਨਾ, ਜਿਹੜਾ ਨਾਜ਼ੁਕ ਹੈਗਾ, ਨਾਜ਼ੁਕ ਮਤਲਬ ਜਿਹਦੇ ਅੰਦਰਲੀ ਰੈਜ਼ਿਸਟੈਂਸ ਘੱਟ ਹੈਗੀ, ਉਹਦੇ ਕਨੈਕਸ਼ਨ ਨਹੀਂ ਅਸੀਂ ਬਦਲ ਸਕਦੇ। ਜਿਹੜਾ ਨਾਜ਼ੁਕ ਨਹੀਂ ਹੈਗਾ, ਜਿਹੜਾ ਸਟਰੋਂਗ ਹੈਗਾ, ਜਿਹੜਾ ਜਿਹਦੇ ਅੰਦਰਲੇ ਪਾਸੇ ਹੈਗਾ ਹਨਾ ਮਾੜਾ ਮੋਟਾ, ਉਹਨੂੰ ਆਪਾਂ ਕਿਵੇਂ ਮਰਜ਼ੀ ਜੋੜੇ ਜਾਈਏ। ਠੀਕ ਹੈ ਜੀ। ਹਾਂ ਸਰ, ਇੱਕ ਡਾਊਟ ਸੀ ਜੀ। ਬੋਲੋ ਜੀ ਬੋਲੋ। ਤੇ ਸਰ ਜਿੱਦਾਂ ਦੇਖੋ ਆਪਾਂ ਜਿਹੜਾ ਅੰਪੈਰ ਮੀਟਰ ਸੀ ਉਹ ਸੀਰੀਜ਼ ਦੇ ਵਿੱਚ ਲਾਇਆ ਸੀ, ਤੇ ਲੋਡ ਉਦੋਂ ਅੱਗੇ ਦੀ ਆਪਣੇ ਕੋਲੇ ਜਾ ਕੇ ਜਿਹੜੀ ਰੈਜ਼ਿਸਟੈਂਸ ਸੀ ਉਹ ਅੱਗੇ ਹੈ। ਤੇ ਇਹਦਾ ਮਤਲਬ ਕਿ ਜਿਹੜਾ ਉਹ ਰੈਜ਼ਿਸਟੈਂਸ ਹੈ ਜਿਹਨੇ ਰੋਕਣਾ ਜੀ ਕਰੰਟ ਨੂੰ, ਉਹ ਫਿਰ ਆਪਦੇ ਤੋਂ ਬਾਅਦ ਹੀ ਰੋਕੂਗੀ ਜਾ ਕੇ, ਜਿੱਦਾਂ ਆਪਾਂ ਅੰਪੈਰ ਮੀਟਰ ਉਹਦੇ ਪਹਿਲਾਂ ਲਾ ਲਿਆ ਸੀ ਜੀ ਉਹਦੇ ਵਿੱਚ ਤਾਰ ਬਿਲਕੁਲ ਕੱਟ ਜੀ ਕੇ। ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ। ਤੇ ਫਿਰ ਉਹਦਾ ਮਤਲਬ ਤਾਂ ਇਹ ਹੋ ਗਿਆ ਨਾ ਜੀ, ਮਤਲਬ ਉਹ ਅੱਗੇ ਜਾ ਕੇ ਰੋਕੂਗੀ ਨਾ, ਉਦੋਂ ਪਹਿਲਾਂ ਤਾਂ ਉਹਨੂੰ ਉਹ ਰੋਕ ਸਕਦੀ ਹੈ ਜਾਂ ਨਹੀਂ ਰੋਕਦੀ ਜੀ? ਠੀਕ ਹੈ ਰਾਜੀ, ਆਹ ਦੇਖੋ ਧਿਆਨ ਨਾਲ ਸੁਣੋ, ਧਿਆਨ ਨਾਲ ਸੁਣਿਓ। ਅੱਛਾ ਮੇਰੀ ਗੱਲ ਨੂੰ, ਬਹੁਤ ਵਧੀਆ ਕੁਐਸਚਨ ਹੈਗਾ, ਜ਼ਿਆਦਾਤਰ ਸਾਡੇ ਮਨਾਂ ਦੇ ਵਿੱਚ ਇਹ ਕੁਐਸਚਨ ਆਉਂਦੇ ਨੇਗੇ ਵੀ ਆਹ ਹੈਗਾ ਇੱਕ ਵੋਲਟ ਮੀਟਰ, ਆ ਇੱਥੇ ਹੈਗੀ ਆ ਵੋਲਟੇਜ ਸੋਰਸ, ਇੱਥੇ ਅਸੀਂ ਐਮੀਟਰ ਲਗਾ ਲਿਆ, ਇੱਥੇ ਇੱਕ ਅਸੀਂ ਰੈਜ਼ਿਸਟੈਂਸ ਲਾਤਾ। ਠੀਕ ਹੈ। ਹੁਣ ਇੱਕ ਗੱਲ ਦੱਸੋ ਰਾਜੇ, ਪਤਾ ਕੀ ਹੁੰਦਾ ਹੈਗਾ, ਕੱਲ ਮੈਂ ਤੁਹਾਨੂੰ ਗੱਲ ਕਹੀ ਸੀਗੀ ਵੀ ਜਿਹੜਾ ਆਹ ਵੋਲਟ ਮੀਟਰ, ਜਿਹੜੀ ਵੋਲਟੇਜ ਸੋਰਸ ਹੁੰਦਾ ਹੈਗਾ, ਇਹ ਕਿਸੇ ਸਰਕਟ ਦੇ ਵਿੱਚ ਕਰੰਟ ਕਿੰਨਾ ਭੇਜੂਗਾ, ਇਹ ਕਿਤੇ ਇਹਦੀ ਆਪਦੀ ਮਰਜ਼ੀ ਨਹੀਂ ਚੱਲਦੀ ਹੁੰਦੀ। ਇਹ ਪਹਿਲਾਂ ਦੇਖੇਗਾ, ਇਹ ਪਹਿਲਾਂ ਚੈੱਕ ਕਰੇਗਾ ਵੀ ਇੱਥੇ ਰੈਜ਼ਿਸਟੈਂਸ ਕਿੰਨੀ ਪਈ ਹੈ, ਇੱਥੇ ਰੈਜ਼ਿਸਟੈਂਸ ਕਿੰਨੀ ਪਈ ਹੈ। ਇੱਥੇ ਦੋਨਾਂ ਦੀ ਰੈਜ਼ਿਸਟੈਂਸਾਂ ਜੋੜ ਕੇ ਜਿਹੜਾ ਕਰੰਟ ਹੋਊਗਾ ਉਹ ਇੱਥੋਂ ਫੇਰ ਬਾਅਦ ਚੋਂ ਨਿਕਲੂਗਾ, ਉਹ ਬਾਅਦ ਚੋਂ ਨਿਕਲੇਗਾ। ਇਹ ਨਹੀਂ ਹੈਗਾ ਵੀ ਇੱਥੇ ਦਾ ਕਰੰਟ ਵੱਧ ਹੈਗਾ ਬਾਅਦ ਚੋਂ ਘੱਟ ਆ। ਕਿਉਂ? ਕਿਉਂਕਿ ਸੀਰੀ ਦੇ ਵਿੱਚ ਕਰੰਟ ਦਾ ਬਰਾਬਰ ਹੁੰਦਾ ਸੀ। ਇਹ ਨਹੀਂ ਕਹਿ ਸਕਦੇ ਵੀ ਇੱਥੇ ਤੱਕ ਦਾ ਕਰੰਟ, ਕਿਉਂਕਿ ਇਹਦੀ ਰੈਜ਼ਿਸਟੈਂਸ ਘੱਟ ਆ ਗਈ, ਇੱਥੇ ਤੱਕ ਤਾਂ 10 ਐਂਪੀਅਰ ਆ ਰਿਹਾ ਸੀਗਾ, ਬਾਅਦ ਚ ਸਾਡਾ 5 ਰਹਿ ਗਿਆ, ਇਹਦੇ ਹਿਸਾਬ ਨਾਲ 5 ਰਹਿ ਗਿਆ, ਇਹਦੇ ਹਿਸਾਬ ਨਾਲ ਇਹ 10 ਆਇਆ ਸੀਗਾ। ਇਹ ਨਹੀਂ ਅਸੀਂ ਕਹਿ ਸਕਦੇ। ਅਸੀਂ ਕੀ ਕਵਾਂਗੇ ਵੀ ਜਿਹੜਾ ਕਰੰਟ ਹੁੰਦਾ ਕਿਸੇ ਵੀ ਸਰਕਟ ਦੇ ਵਿੱਚ ਫਲੋ ਹੁੰਦਾ, ਉਹ ਪਹਿਲਾਂ ਹੀ ਦੇਖ ਲੈਂਦਾ ਵੀ ਜਿਹੜੀਆਂ ਰੈਜ਼ਿਸਟੈਂਸਾਂ ਨੇ, ਆਹ ਰੈਜ਼ਿਸਟੈਂਸ ਸਾਡੀ R ਆ, ਮੰਨ ਲਓ ਆਹ ਰੈਜ਼ਿਸਟੈਂਸ ਸਾਡੀ R2 ਆ, ਆਹ 1 R2 ਆ, ਉਹ ਪਹਿਲਾਂ ਹੀ ਦੇਖ ਲੂਗਾ R1 ਤੇ R2 ਕਿਵੇਂ ਲੱਗੀਆਂ ਹੋਈਆਂ ਨੇਗੀਆਂ, ਫਿਰ ਜਾ ਕੇ ਉਹ ਕਰੂਗਾ। ਠੀਕ ਹੈ ਸਰ, ਧੰਨਵਾਦ। ਜਿਵੇਂ ਆਪਾਂ ਹੁਣ ਮੰਨ ਲਓ ਕਿਤੇ ਗਲੀ ਜਿਹੜੀ ਅੱਗੇ ਜਾ ਕੇ ਬੰਦ ਆ ਗਈ, ਤਾਂ ਕੀ ਅਸੀਂ ਕਹਿ ਸਕਦੇ ਵੀ ਗਲੀ ਬੰਦ ਆ, ਜਿੱਥੇ ਤੱਕ ਕੰਧ ਕੀਤੀ ਹੋਈ ਆ ਉੱਥੋਂ ਤੋਂ ਪਹਿਲਾਂ ਟ੍ਰੈਫਿਕ ਬਹੁਤ ਹੋਊਗਾ, ਪਰ ਕੰਧ ਤੋਂ ਬਾਅਦ ਨਹੀਂ ਹੋਊਗਾ ਟ੍ਰੈਫਿਕ। ਉਧਰ ਨੂੰ ਰਾਜੀ ਕੋਈ ਆਏਗਾ ਹੀ ਨਹੀਂ। ਜਿਹੜੀ ਗਲੀ ਬੰਦ ਆ ਗਈ ਤੁਹਾਡੀ, ਜਾਂ ਜਿਹੜਾ ਰਾਹ ਬੰਦ ਆ ਤੁਹਾਡਾ, ਉਧਰਲੇ ਪਾਸੇ ਆਏਗਾ ਹੀ ਨਹੀਂ। ਸਮਝ ਲੱਗ ਗਈ ਜੀ ਇਹ ਗੱਲ? ਤਾਂ ਜਦੋਂ ਇੱਕ ਵਾਰੀ ਤੁਰ ਪਿਆ ਕਰੰਟ ਕਦੇ ਵੀ ਇਹ ਨਹੀਂ ਕਰਦਾ ਪਹਿਲਾਂ ਤੁਰ ਪਿਆ ਤੇ ਉਸ ਤੋਂ ਬਾਅਦ ਵਾਪਸ ਮੁੜ ਜੇ ਕਰੰਟ। ਪਹਿਲਾਂ ਰਾਜੇ ਵੋਲਟ ਮੀਟਰ ਐ ਲਾ ਲਓ ਵੀ ਜਿਹੜਾ ਵੋਲਟੇਜ ਸੋਰਸ ਹੁੰਦਾ ਉਹ ਪਹਿਲਾਂ ਸਿਗਨਲ ਭੇਜ ਕੇ ਦੇਖਦਾ ਹੈਗਾ ਵੀ ਰੈਜ਼ਿਸਟੈਂਸ ਕਿੰਨੀ ਹੈਗੀ, ਉਹਦੇ ਹਿਸਾਬ ਨਾਲ ਆਪਦਾ ਕਰੰਟ ਕੱਢਦਾ ਹੁੰਦਾ ਹੈਗਾ। ਤੇ ਜਿਹੜਾ ਰੈਜ਼ਿਸਟੈਂਸ ਇੱਕ ਦੇ ਵਿੱਚ ਕਰੰਟ ਹੁੰਦਾ ਉਹੀ ਦੂਜੇ ਦੇ ਵਿੱਚ ਹੁੰਦਾ ਹੈਗਾ। ਕਲੀਅਰ ਹੋ ਗਈ ਜੀ ਗੱਲ ਇਹ? ਹਾਂਜੀ ਸਰ, ਹਾਂਜੀ। ਜਿਹੜਾ ਰਾਜੇ ਇੱਥੇ ਮੰਨ ਲਓ ਆਪਾਂ ਇੱਕ ਵੋਲਟ ਮੀਟਰ ਲਗਾਇਆ ਹੈਗਾ, ਇੱਥੇ ਇਹਦੀ ਆਪਦੀ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ, ਪਰ ਫਿਰ ਵੀ ਇਹ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਕਰੰਟ ਜਾਂਦਾ ਹੀ ਨਹੀਂ ਹੈਗਾ। ਬਹੁਤ ਥੋੜਾ ਜਿਹਾ ਕਰੰਟ, ਰੈਜ਼ਿਸਟੈਂਸ ਜਦੋਂ ਜ਼ਿਆਦਾ ਹੋਏਗੀ ਤਾਂ ਕਰੰਟ ਘੱਟ ਹੋਏਗਾ, ਤਾਂ ਬਹੁਤ ਥੋੜਾ ਜਿਹਾ ਕਰੰਟ ਇਹ ਆਪਸ ਵਿੱਚ ਲੈਂਦਾ ਹੁੰਦਾ, ਆਪਦੇ ਅੰਦਰ ਲੈਂਦਾ ਹੈਗਾ ਇਹ ਕੁਛ ਕਰੰਟ। ਜਿਹੜਾ ਆਪਦੇ ਅੰਦਰ ਕਰੰਟ ਲੈਂਦਾ ਉਹ ਛੋਟੇ ਜਿਹੇ ਕਰੰਟ ਨੂੰ ਤੇ ਵੱਡੀ ਸਾਰੀ ਰੈਜ਼ਿਸਟੈਂਸ ਨੂੰ ਗੁਣਾ ਕਰਕੇ ਵੋਲਟੇਜ ਬਣਦੀ ਹੁੰਦੀ ਹੈਗੀ। ਠੀਕ ਹੈ। ਹੁਣ ਜੇ ਆਪਾਂ ਵੋਲਟ ਮੀਟਰ ਦੀ ਆਪਾਂ ਕਹਿੰਦੇ ਵੀ ਸੂਈ ਉੱਠਦੀ ਹੈਗੀ, ਤਾਂ ਵੋਲਟ ਮੀਟਰ ਦੀ ਸੂਈ ਤਾਂ ਉੱਠੇਗੀ ਤਾਂ ਹੀ ਨਾ, ਜੇ ਉਹਦੇ ਅੰਦਰਲੇ ਪਾਸੇ ਕੋਈ ਨਾ ਕੋਈ ਵੋਲਟੇਜ, ਜੇ ਉਹਦੇ ਅੰਦਰਲੇ ਪਾਸੇ ਕੋਈ ਨਾ ਕੋਈ ਕਰੰਟ ਲੰਘੇਗਾ ਤਾਂ ਹੀ ਉਹਦੇ ਮੈਗਨੈਟਿਕ ਜਿਹੜਾ ਅੰਦਰਲੇ ਪਾਸੇ ਚੁੰਬਕ ਸਰਕਟ ਹੈਗਾ, ਉਹ ਚੁੰਬਕੀ ਸਰਕਟ ਦੇ ਅੰਦਰਲੇ ਪਾਸੇ ਕੁਝ ਬਣੇਗਾ ਨਾ, ਤਾਂ ਹੀ ਉਹਦੀ ਸੂਈ ਉੱਠੇਗੀ ਨਾ। ਤਾਂ ਵੈਸੇ ਤਾਂ ਸੂਈ ਉੱਠ ਨਹੀਂ ਸਕਦੀ ਹੈਗੀ। ਕਲੀਅਰ ਹੋ ਗਈ ਜੀ? ਜੀ ਸਰ। ਤਾਂ ਇਹਦੇ ਅੰਦਰਲੇ ਪਾਸੇ ਥੋੜਾ ਬਹੁਤਾ ਕਰੰਟ ਤਾਂ ਬਹੁਤ ਜਾਂਦਾ ਹੁੰਦਾ ਹੈਗਾ। ਆਪਾਂ ਇਹ ਨਹੀਂ ਕਹਿ ਸਕਦੇ ਉਹਦੇ ਅੰਦਰ ਕਰੰਟ ਜਾਂਦਾ ਹੀ ਨਹੀਂ ਹੈਗਾ ਰਾਜੇ। ਉਹਦੇ ਅੰਦਰ ਥੋੜਾ ਜਿਹਾ ਕਰੰਟ, ਬਿਲਕੁਲ ਥੋੜਾ ਜਿਹਾ ਕਰੰਟ ਲੈ ਕੇ ਉਹ ਚੈੱਕ ਕਰ ਲੈਂਦਾ ਹੈਗਾ। ਜਿਵੇਂ ਤੁਹਾਨੂੰ ਦੱਸੋ ਇੱਕ ਇਹਦੀ ਐਗਜ਼ਾਮਪਲ, ਬੈਸਟ ਐਗਜ਼ਾਮਪਲ ਪਤਾ ਕੀ ਆ ਇਹਦੀ? ਬੈਸਟ ਐਗਜ਼ਾਮਪਲ ਆ, ਮੰਨ ਲਓ ਤੁਹਾਡੇ ਘਰ ਦੇ ਵਿੱਚ ਇੱਕ ਹਲਵਾਈ ਲੱਗਿਆ ਹੋਇਆ, ਹਲਵਾਈ। ਉਹਨੇ ਇਸ ਪੂਰੀ ਜਿਹੜੀ ਆ ਤੁਹਾਡੀ ਸਬਜ਼ੀ ਉਹਨੇ ਤਿਆਰ ਕੀਤੀ ਹੈਗੀ, ਇਹਨੂੰ ਉਹ ਮਾਪਦਾ ਨਾ ਪਹਿਲਾਂ। ਕਿਵੇਂ ਮਾਪਦਾ ਹੈਗਾ? ਬਹੁਤ ਥੋੜਾ ਜਿਹਾ, 1 ਚਮਚ ਬਹੁਤ ਹੁੰਦਾ ਹੈਗਾ, 1 ਚਮਚ ਬਹੁਤ ਆ ਇਹਨੂੰ ਮਾਪਣ ਵਾਸਤੇ, ਟੇਸਟ ਕਰਨ ਵਾਸਤੇ ਵੀ ਨਮਕ ਘੱਟ ਆ ਕਿ ਵੱਧ ਹੈਗਾ, ਟੇਸਟ ਬਣਿਆ ਕਿ ਨਹੀਂ ਬਣਿਆ। ਤਾਂ ਕਿੰਨਾ ਕੁ ਖਾਂਦਾ ਹੈਗਾ ਉਹ? ਕੀ ਉਹ ਜਿਹੜਾ ਇਹਨੇ ਖਾਧਾ, ਕੀ ਉਹ ਸਾਡੀ ਇਸ ਕੁਆਂਟੀਟੀ ਨੂੰ ਘਟਾ ਦਿੰਦਾ ਹੈਗਾ? ਨਾ ਜੀ। ਹਨਾ? ਤਾਂ ਮਤਲਬ ਸਾਨੂੰ ਇਸ ਨੂੰ ਪਤਾ ਵੀ ਨਹੀਂ ਲੱਗਣਾ ਚਾਹੀਦਾ ਸਾਡੇ ਕੜਾਹੇ ਨੂੰ। ਤਾਂ ਉਹ ਹਲਵਾਈ ਉਹ ਮਾੜਾ ਹੋਊਗਾ ਜਿਹੜਾ ਤੁਹਾਡੀਆਂ 2-3 ਕੌਲੀਆਂ ਭਰ ਕੇ, ਤੁਸੀਂ ਘਰ ਦੇ ਵਿੱਚ ਬੁਲਾਇਆ, ਤੁਸੀਂ 10 ਕੌਲੀਆਂ ਬਣਵਾਉਣੀਆਂ ਸੀਗੀਆਂ, 2 ਕੌਲੀਆਂ ਉਹ ਆਪ ਖਾ ਜਾਵੇ,
ਇਹੋ ਜਿਹੇ ਹਲਵਾਈ ਤੋਂ ਸਹੀ ਕਰਵਾਉਣਾ, ਇਹੋ ਜਿਹੇ ਵੋਲਟ ਮੀਟਰ ਤੋਂ ਕੀ ਕਰਵਾਉਣਾ ਜਿਹੜਾ ਸਾਰੇ ਹੈ ਨਾ ਆਪਦੇ ਅੰਦਰ ਹੀ ਕਰੰਟ ਲੰਘਾ ਜਾਵੇ, ਜਿਹੜਾ ਮਤਲਬ ਇਹਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ ਤੇ ਬਹੁਤ ਥੋੜਾ ਜਿਹਾ ਕਰੰਟ ਲੈ ਕੇ ਨਾ ਜਿਹੀ ਮਿਣ ਕੇ ਦੱਸ ਦਿੰਦਾ ਸਾਡੀ ਵੋਲਟੇਜ ਨੂੰ। ਓਕੇ ਜੀ। ਸਰ ਜਦੋਂ ਪੈਰਲਲ ਸਰਕਟ ਦੇ ਵਿੱਚ ਇੱਕ ਸਰਕਟ ਓਪਨ ਹੋ ਜਾਂਦਾ ਤਾਂ ਫਿਰ ਬਾਕੀ ਸਰਕਟਾਂ ਵਿੱਚ ਕਰੰਟ ਜ਼ਿਆਦਾ ਨਹੀਂ ਜਾਵੇਗਾ ਜੀ? ਲਓ ਰਾਜੇ, ਵੈਰੀ ਗੁੱਡ ਵੈਰੀ ਗੁੱਡ। ਲਓ ਜੀ, ਪਹਿਲਾਂ ਤਾਂ ਤੁਹਾਨੂੰ ਮੈਂ ਵਹਿਮ ਦੀ ਗੱਲ ਕਰਦਾ। ਪਹਿਲਾਂ ਤਾਂ ਵਹਿਮ ਦੀ ਗੱਲ ਕਰਦੇ ਆਂਗੇ, ਫਿਰ ਹਕੀਕਤ ਦੇ ਵਿੱਚ ਪਹੁੰਚਾਂਗੇ। ਆਹ 2 ਬਲਬ ਨੇਗੇ, ਆਹ 2 ਬਲਬ ਨੇਗੇ। ਇੱਥੇ ਸਾਡੇ ਕੋਲ 20 ਵੋਲਟ ਆ, ਠੀਕ ਹੈ ਜੀ। ਇੱਥੇ ਇੱਕ ਰੈਜ਼ਿਸਟੈਂਸ ਲੱਗੀ ਹੋਈ ਹੈ ਕਿ ਇੱਥੇ ਰੈਜ਼ਿਸਟੈਂਸ ਲੱਗੀ ਹੋਈ ਹੈ। ਇਹਦੀ ਵੈਲਿਊ ਮੰਨ ਲੈਂਦੇ ਆਪਾਂ 2 ਓਮ, ਇਹਦੀ ਵੈਲਿਊ ਮੰਨ ਲਿਆ ਆਪਾਂ 4 ਓਮ। ਤਾਂ ਸਾਡਾ ਰਾਜੇ ਇੱਧਰਲੇ ਪਾਸੇ ਜਿਹੜਾ ਕਰੰਟ ਜਾ ਰਿਹਾ ਇੱਥੇ ਇੱਥੇ, ਉਹ ਕਿੰਨਾ ਜਾ ਰਿਹਾ ਹੈਗਾ? 20 ਨੂੰ 2 ਨਾਲ ਡਿਵਾਈਡ ਕਰੋਗੇ ਨਾ 10 ਐਂਪੀਅਰ ਕਰੰਟ 10 ਐਂਪੀਅਰ ਹੀ। ਤੇ ਇੱਧਰਲੇ ਪਾਸੇ ਜਦੋਂ ਕਰਾਂਗੇ ਕਿੰਨਾ ਜਾ ਰਿਹਾ ਹੈਗਾ ਸਾਡਾ? 5 ਐਂਪੀਅਰ। 5 ਐਂਪੀਅਰ ਕਿੰਨਾ ਆ ਰਿਹਾ ਸੀਗਾ? 15 ਐਂਪੀਅਰ। ਹੁਣ ਜੇ ਵਹਿਮ ਇਹ ਆ ਵੀ ਜੇ ਕਿਤੇ ਸਾਡਾ ਸਰਕਟ ਇੱਥੋਂ ਟੁੱਟ ਜੇ, ਜੇ ਸਾਡਾ ਸਰਕਟ ਇੱਥੋਂ ਕਿਸੇ ਹਿਸਾਬ ਨਾਲ ਇਹਨੂੰ ਓਪਨ ਹੋ ਜਾਵੇ ਇੱਥੋਂ, ਤਾਂ ਇੱਧਰੋਂ ਤਾਂ 15 ਗਾ, ਇੱਧਰ ਤਾਂ 15 ਆ ਰਹੀ ਹੈ ਨਾ ਵੋਲਟ ਐਂਪੀਅਰ ਸਾਡਾ। ਹੁਣ ਇਹਦੇ ਵਿੱਚ ਹੀ ਤਾਂ ਸਾਡਾ ਕੀ 15 ਐਂਪੀਅਰ ਕਰੰਟ ਜਾਣਾ ਚਾਹੀਦਾ ਨਾ। ਹੁਣ ਇਹਦੇ ਵਾਲਾ ਵੀ ਇਹਦੇ ਵਿੱਚ ਜਾਊਗਾ ਹਨਾ। ਤਾਂ ਇਹ ਵਹਿਮ ਆਗਾ, ਇਹ ਵਹਿਮ ਆ ਰਾਜੇ। ਇਹ 4 ਓਮ ਇੱਥੇ ਸੀਗਾ, ਇੱਥੇ ਸੀਗਾ 2 ਓਮ, ਇੱਥੇ ਸੀਗਾ 20 ਵੋਲਟ, ਏਦਾਂ ਸੀਗਾ। ਹੁਣ ਦੇਖੋ ਬੱਚੇ, ਜਦੋਂ ਤੁਹਾਡਾ ਇਹ ਸਰਕਟ ਉੱਡ ਗਿਆ, ਅਸਲ ਦੇ ਵਿੱਚ ਕੀ ਸੀ, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਵੀ ਜਿਹੜਾ ਟੋਟਲ ਕਰੰਟ ਇੱਥੋਂ ਜਾਂਦਾ ਹੁੰਦਾ ਨਾ, ਜਿਹੜਾ ਟੋਟਲ ਕਰੰਟ ਜਾਂਦਾ ਹੁੰਦਾ ਹੈਗਾ, ਇਹ ਪਹਿਲਾਂ ਕੀ ਦੇਖਦਾ ਹੁੰਦਾ ਹੈਗਾ ਵੀ ਟੋਟਲ ਰੈਜ਼ਿਸਟੈਂਸ ਹੈ ਕਿੰਨੀ ਹੈ ਸਰਕਟ ਦੀ। ਟੋਟਲ ਰੈਜ਼ਿਸਟੈਂਸ ਦੇਖਦਾ ਹੁੰਦਾ। ਤਾਂ ਟੋਟਲ ਰੈਜ਼ਿਸਟੈਂਸ ਇਹਦੀ ਕਿਵੇਂ ਕੱਢਾਂਗੇ ਆਪਾਂ? ਪੈਰਲਲ ਦੇ ਵਿੱਚ ਤਾਂ 4 ਗੁਣਾ 2 8, 4 + 2 6, 8/6 ਦਾ ਮਤਲਬ ਕੀ ਹੈਗਾ ਰਾਜੇ? ਇਹ 4/3 ਕੱਟ ਲਓ ਇਹਨੂੰ 2 ਨਾਲ। ਤੁਹਾਡੀ ਰੈਜ਼ਿਸਟੈਂਸ ਕਿੰਨੀ ਹੈ? 4/3। ਕਦੋਂ? ਜਦੋਂ ਸਾਡੇ ਕੋਲ ਇਹ ਸਰਕਟ ਆ ਜਿਹੜਾ ਸਾਡਾ ਪੈਰਲਲ ਦੇ ਵਿੱਚ 2 ਰੈਜ਼ਿਸਟੈਂਸਾਂ ਲੱਗੀਆਂ ਹੋਈਆਂ, ਤੇ 4/3 ਦੇ ਹਿਸਾਬ ਨਾਲ ਅਸੀਂ ਹੁਣ ਕਰੰਟ ਕੱਢਾਂਗੇ। ਟੋਟਲ ਕਰੰਟ ਜਿਹੜਾ ਹੋਊਗਾ 20/4/3 ਕਰੰਟ। ਇਹਨੂੰ ਸੋਲਵ ਕਿਵੇਂ ਕਰਦੇ ਨੇ ਇਹਨੂੰ ਵੀ ਦੇਖ ਲਓ। ਹੁਣ ਅਸੀਂ ਜਦੋਂ ਬਟਿਆਂ ਦੇ ਵਿੱਚ ਸਾਡੇ ਕੋਲ 3 ਚੀਜ਼ਾਂ ਹਨ, ਅਸੀਂ ਇਹਨੂੰ 4 ਬਣਾਉਣੇ ਹੁੰਦੇ ਆ, 4 ਬਟੇ ਬਣਾਉਣੇ ਹੁੰਦੇ ਆ। ਇਹਦੇ ਬਟੇ ਦੇ ਥੱਲੇ ਤਾਂ ਕੁਛ ਨਾ ਕੁਛ ਪਿਆ ਨਾ, ਇਹਦੇ ਥੱਲੇ ਆਪਦੇ ਹਿਸਾਬ ਨਾਲ ਅਸੀਂ 1 ਲਗਾ ਲਾਂਗੇ। ਤਾਂ ਸਾਡੇ ਕੋਲ ਹੈਗਾ 20/1/4/3 ਏਦਾਂ ਆ ਗਿਆ। ਹੁਣ ਇਹਨੂੰ ਚੱਕ ਕੇ ਉੱਪਰ ਕਰ ਲਾਂਗੇ ਆਪਾਂ 3/4। ਠੀਕ ਹੈ ਜੀ, ਏਦਾਂ ਸੋਲਵ ਕਰਦੇ ਹੁੰਦੇ ਆਪਾਂ। ਜਿਹੜਾ ਆਹ ਸਰਕਟ ਤੁਹਾਡਾ ਬਣਿਆ ਹੋਇਆ ਸੀਗਾ, ਆਹ ਜਿਹੜੀ ਸਾਡੀ ਆਹ ਇਕੁਏਸ਼ਨ ਬਣੀ ਹੋਈ ਸੀਗੀ, ਆਹ ਇਕੁਏਸ਼ਨ ਏਦਾਂ ਸੋਲਵ ਹੋਏਗੀ। ਹੁਣ ਕੀ ਕਰਾਂਗੇ ਆਪਾਂ? 4 ਜਿਹੜਾ ਸਾਡਾ ਜਿੰਨੇ ਜਾਊਗਾ 5 ਤੇ, ਤਾਂ 5 ਤੇ 15 ਐਂਪੀਅਰ ਆ ਗਿਆ ਨਾ ਕਰੰਟ। ਇਹਦਾ ਮਤਲਬ ਟੋਟਲ ਸਰਕਟ ਦੀ ਰੈਜ਼ਿਸਟੈਂਸ ਕਿੰਨੀ ਸੀਗੀ? 4/3। 4/3 ਕਰਕੇ ਇਹ 4/3 ਲਗਭਗ ਸਾਡਾ ਕਿੰਨਾ 1.33 ਆਊਗਾ। ਤਾਂ ਟੋਟਲ ਰੈਜ਼ਿਸਟੈਂਸ ਸਾਡੀ ਕਿੰਨੀ ਸੀਗੀ ਇੱਥੇ? ਪਹਿਲਾਂ 4/3 ਦਾ 1.33 ਸੀਗੀ। 4/3 ਦਾ ਇਹੀ ਹੁੰਦਾ ਨਾ, ਇੰਨਾ ਹੀ ਆਊਗਾ 1.33। ਠੀਕ ਹੈ ਜੀ। ਚਲੋ ਚੈੱਕ ਕਰਨਾ ਚੰਗਾ ਹੁੰਦਾ ਹੈਗਾ। ਇਹਦਾ ਮਤਲਬ ਪਹਿਲਾਂ ਰੈਜ਼ਿਸਟੈਂਸ ਸਾਡੀ ਸੀਗੀ 1.33। ਹੁਣ ਜਦੋਂ ਤੁਹਾਡੀ ਆਹ ਰੈਜ਼ਿਸਟੈਂਸ ਉੱਡ ਗਈ ਬੱਚੇ, ਆਹ ਹੁਣ ਨਵੀਂ ਰੈਜ਼ਿਸਟੈਂਸ ਕਿੰਨੀ? ਇਹਨੇ ਜਦੋਂ ਦੇਖਿਆ, ਇਹਨੇ ਪੂਰੇ ਸਰਕਟ ਦਾ ਜਦੋਂ ਮੁਆਇਨਾ ਕੀਤਾ, ਇਸਨੇ ਜਦੋਂ ਪੂਰੇ ਸਰਕਟ ਦਾ ਮੁਆਇਨਾ ਕੀਤਾ, ਇਹਨੂੰ ਕੀ ਦੇਖਿਆ? ਰੈਜ਼ਿਸਟੈਂਸ ਕਿੰਨੀ ਦਿਖੀ? 2 ਜੀ। ਤਾਂ ਪਹਿਲਾਂ ਨਾਲੋਂ ਰੈਜ਼ਿਸਟੈਂਸ ਰਾਜੀ ਕੀ ਹੋ ਗਈ? ਵੱਧ ਗਈ ਜੀ। ਵੱਧ ਗਈ। ਤਾਂ ਕਰੰਟ ਉਹ ਉਸ ਹਿਸਾਬ ਨਾਲ ਘਟਾ ਲਏਗਾ। ਉਹਦਾ ਕਰੰਟ ਜਿਹੜਾ ਇਹਨੂੰ ਹਿੱਸਾ ਜਾਣਾ ਸੀ ਉਹਨੂੰ ਭੇਜੇਗਾ ਹੀ ਨਹੀਂ, ਕਿਉਂਕਿ ਪਹਿਲਾਂ ਨਾਲੋਂ ਰੈਜ਼ਿਸਟੈਂਸ ਵੱਧ ਗਈ। ਜੇ ਰੈਜ਼ਿਸਟੈਂਸ ਵੱਧ ਗਈ ਤਾਂ ਪਹਿਲਾਂ ਨਾਲੋਂ ਕਰੰਟ ਘਟੇਗਾ। ਕਰੰਟ ਘਟ ਗਈ। ਕਲੀਅਰ ਹੋ ਗਈ ਜੀ ਗੱਲ ਇਹ? ਇਹਨੂੰ ਇੱਕ ਹੋਰ ਤਰੀਕੇ ਨਾਲ, ਇਹਨੂੰ ਇੱਕ ਤਰੀਕਾ ਹੋਰ ਦੱਸਦਾ ਮੈਂ ਤੁਹਾਨੂੰ। ਸਰਕਟਾਂ ਨੂੰ ਯਾਰ ਸਿੱਖਣ ਦੇ ਬਹੁਤ ਤਰੀਕੇ ਨੇਗੇ। ਇੱਕ ਤਰੀਕਾ ਹੋਰ ਦੇਖਦੇ ਹਾਂ ਆਪਾਂ ਇਹਨੂੰ। ਇੱਥੇ ਕਿੰਨਾ ਚਾਰਜ ਸੀਗਾ ਨਾ, ਦੇਖੋ ਰਾਜੀ,
ਇੱਥੇ ਆਪਾਂ ਜਦੋਂ ਕਰੰਟ ਕੱਢਿਆ ਸੀ ਕਿਵੇਂ ਕੱਢਿਆ ਸੀਗਾ ਵੀ ਇੱਥੇ ਹੈਗੀ ਆ 20 ਵੋਲਟ ਆ ਤੇ 2 ਐਂਪੀਅਰ 2 ਓਮ ਦੀ ਰੈਜ਼ਿਸਟੈਂਸ, ਇੱਥੇ 10 ਐਂਪੀਅਰ ਕਰੰਟ ਆਈ ਕੱਢਿਆ ਸੀਗਾ ਨਾ ਇੱਥੇ 10। ਇੱਥੇ 10 ਕਿਉਂ ਆਇਆ ਸੀ? ਕਿਉਂਕਿ ਇੱਥੇ ਜਿਹੜੀ ਵੋਲਟੇਜ ਸੀ ਉਹ ਕਿੰਨੀ ਸੀਗੀ? 20 ਸੀਗੀ, ਕਿਉਂਕਿ ਇਹ 20 ਨਾਲ ਜੁੜਿਆ ਹੋਇਆ ਸੀਗਾ। ਇੱਥੇ ਕਿਵੇਂ ਕੱਢਿਆ ਸੀਗਾ ਵੀ ਆਹ ਵੀ 20 ਨਾਲ ਜੁੜਿਆ ਹੋਇਆ ਹੈਗਾ, ਤੇ 20 ਨੂੰ ਜਦੋਂ ਆਪਾਂ 4 ਨਾਲ ਡਿਵਾਈਡ ਕੀਤਾ ਕਿੰਨਾ ਆ ਗਿਆ? ਇੱਥੇ 5 ਐਂਪੀਅਰ ਆ ਗਿਆ, ਤਾਂ ਇੱਥੇ ਸਾਡਾ 5 ਐਂਪੀਅਰ ਕਰੰਟ ਜਾਂਦਾ ਸੀਗਾ। ਹੁਣ ਮੰਨ ਲਓ ਸਾਡਾ ਜਿਹੜਾ ਇੱਥੇ ਹੈਗਾ, ਇੱਥੇ ਆ ਸਾਡਾ ਓਪਨ ਹੋ ਗਿਆ। ਜਦੋਂ ਇਹ ਓਪਨ ਹੋਇਆ ਰਾਜੇ, ਤਾਂ ਜਿਹੜੀ ਆ 2 ਓਮ ਦੀ ਰੈਜ਼ਿਸਟੈਂਸ ਪਈ ਆ, ਇਹਨੂੰ ਵੋਲਟੇਜ ਪਹਿਲਾਂ ਨਾਲੋਂ ਵੱਧ ਮਿਲਣ ਲੱਗ ਗਈ ਕਿ ਘੱਟ ਮਿਲਣ ਲੱਗ ਗਈ? ਵੋਲਟੇਜ ਦੀ ਗੱਲ ਕਰ ਰਿਹਾ ਮੈਂ, ਗੱਲ ਕਹਿ ਰਿਹਾ ਸੀਗਾ ਬੱਚੇ ਵੀ ਜਦੋਂ ਤੁਹਾਡਾ ਆ ਜਿਹੜਾ ਇੱਥੇ ਰੈਜ਼ਿਸਟੈਂਸ ਜਿਹੜੀ ਲੱਗੀ ਹੋਈ ਸੀਗੀ, ਜਦੋਂ ਉਹਨੂੰ ਆਪਾਂ ਹਟਾਤਾ, ਜਦੋਂ ਹਟ ਗਈ ਇੱਥੋਂ, ਤਾਂ ਜਿਹੜਾ 2 ਓਮ ਦੀ ਰੈਜ਼ਿਸਟੈਂਸ ਆ ਗਈ, ਇਹਨੂੰ ਪਹਿਲਾਂ ਨਾਲੋਂ ਵੋਲਟੇਜ ਵੱਧ ਮਿਲੀ ਹੈ ਕਿ ਘੱਟ ਮਿਲੀ ਹੈਗੀ? ਸੇਮ ਮਿਲੀ। ਵੋਲਟੇਜ ਦਾ ਸੇਮ ਮਿਲਿਆ। ਵੋਲਟੇਜ ਦਾ ਬਰਾਬਰ ਹੁੰਦੀ ਹੈ ਸਰ ਪੈਰਲਲ ਚ। ਇਹਨੂੰ ਤਾਂ ਕੋਈ ਫਰਕ ਪੈਂਦਾ ਹੀ ਨਹੀਂ ਹੈਗਾ ਨਾ। ਜੇ ਇਹਨੂੰ ਫਰਕ ਨਹੀਂ ਪੈਂਦਾ ਹੈਗਾ ਤਾਂ ਮਤਲਬ ਇਹਦੇ ਅੰਦਰ ਜਾਣ ਵਾਲਾ ਕਰੰਟ ਤਾਂ ਸੇਮ ਹੀ ਰਹੂਗਾ, ਸੇਮ ਹੀ ਰਹੂਗਾ। ਤਾਂ ਹੀ ਤਾਂ ਅਸੀਂ ਕਹਿੰਦੇ ਆ ਵੀ ਸਾਡੇ ਘਰਾਂ ਦੇ ਵਿੱਚ ਅਸੀਂ ਜਿਹੜੇ ਸਾਡੇ ਜਿੰਨੇ ਵੀ ਅਪਲਾਇੰਸ ਨੇਗੇ, ਜਿੰਨੇ ਵੀ ਸਾਡੇ ਯੰਤਰ, ਉਹਨੂੰ ਪੈਰਲਲ 'ਚ ਜੋੜੋ। ਜੇ ਕਿਤੇ ਪੈਰਲਲ ਦੇ ਵਿੱਚ ਏਦਾਂ ਹੁੰਦਾ ਫਿਰ ਤਾਂ ਆਪਾਂ ਇੱਕ ਬਲਬ ਜਦੋਂ ਉੱਡ ਜਾਇਆ ਕਰਦਾ, ਬਾਕੀ ਬਲਬ ਆਪਦੇ ਆਪ ਹੀ ਉੱਡ ਜਾਇਆ ਕਰਦੇ, ਕਿਉਂਕਿ ਉਹਨਾਂ 'ਚ ਕਰੰਟ ਵੱਧ ਜਾਂਦਾ। ਪਰ ਏਦਾਂ ਨਹੀਂ ਹੁੰਦਾ ਹੈਗਾ, ਏਦਾਂ ਨਹੀਂ ਹੁੰਦਾ ਹੈਗਾ। ਹਰ ਬੰਦੇ ਨੇ, ਇਹ ਉਹੀ ਗੱਲ ਆ ਰਾਜੇ, ਉਹ ਸਕਰੀਨ ਵਾਲੀ ਗੱਲ ਆ। ਦੇਖਿਓ ਵੀ ਆ ਤੁਹਾਡੀ ਸਕਰੀਨ ਆ, 4 ਬੰਦੇ ਇੱਥੇ ਸਾਹਮਣੇ ਬੈਠੇ ਆ, ਜਿਹੜੀ ਪੈਰਲਲ ਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਸੀਗੀ। ਇੱਕ ਬੰਦਾ ਉੱਠ ਕੇ ਚੱਲ ਗਿਆ ਤਾਂ ਬਾਕੀ ਨੂੰ ਵੱਧ ਦਿਖਣ ਲੱਗ ਗਿਆ, ਘੱਟ ਦਿਖਣ ਲੱਗ ਗਿਆ? ਨਹੀਂ ਦਿਖੂ ਜੀ, ਜਿੰਨਾ ਪਹਿਲਾਂ ਦਿਖਦਾ ਸੀ। ਵੈਰੀ ਗੁੱਡ। ਪਰ ਜੇ ਇਹੀ ਬੱਚੇ ਹੁੰਦੇ ਸੀਰੀ 'ਚ ਬੈਠੇ ਹੁੰਦੇ, ਇੱਧਰ ਨੂੰ ਐ ਲੜੀ ਬਣਾ ਕੇ ਬੈਠੇ ਹੁੰਦੇ, ਜਿਹੜੀ ਆਹ ਲਾਈਨ ਆਗੀ ਸਾਡੀ, ਜੇ ਇੱਕ ਬੰਦਾ ਉੱਠ ਕੇ ਚੱਲ ਗਿਆ, ਵੱਧ ਦਿਖਣ ਲੱਗ ਸਕਦਾ ਨਾ? ਹਾਂਜੀ ਹਾਂਜੀ। ਆਪਾਂ 3 ਰਜਿਸਟਰਾਂ ਦੀ ਥਾਂ ਤੇ ਪਹਿਲਾਂ 3 ਰਜਿਸਟਰਾਂ ਸੀਗੀਆਂ, ਹੁਣ ਅਸੀਂ 2 ਰਜਿਸਟਰਾਂ ਕਰ ਦਈਏ, ਇੱਕ ਨੂੰ ਹਟਾ ਕੇ ਇੱਥੇ ਆਪਾਂ ਸ਼ਾਰਟ ਕਰ ਦਈਏ, ਤਾਂ ਹੁਣ ਪਹਿਲਾਂ ਨਾਲੋਂ ਇਹਨਾਂ ਦੇ ਕ੍ਰਾਸ ਵੋਲਟੇਜ ਡ੍ਰੌਪ ਵਧਣਗੇ ਨਾ? ਠੀਕ ਹੈ ਜੀ, ਪਰਫੈਕਟ ਹੋ ਗਈ ਨਾ ਐਗਜ਼ਾਮਪਲ ਸਾਡੀ ਇੱਥੇ। ਤਾਂ ਇਹ ਸੀਗਾ ਜੀ। ਇਸ ਤੋਂ ਬਾਅਦ ਅਜੇ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਅੱਜ ਹੁਣ ਮੈਂ ਲਾਸਟ ਦੇ ਵਿੱਚ, ਕਿਉਂਕਿ ਮੈਂ ਬਹੁਤ ਵਾਰੀ ਬੱਚੇ ਪੁੱਛ ਰਹੇ ਸੀਗੇ, ਮੈਂ ਕੋਰਸ ਬਾਰੇ ਕਰ ਲੈਣਾ ਗਾ। ਕੋਰਸ ਬਾਰੇ ਜਾਣ ਲਓ ਜੀ। ਘੱਟੋ ਘੱਟ ਜੀ ਇਸ ਕੋਰਸ ਦੇ ਵਿੱਚ ਸਾਡੇ ਕੋਲ ਜਿਹੜੇ ਟੈਕਨੀਕਲ ਸਬਜੈਕਟ ਹੈਗੇ, ਜਿਹੜੇ ਸਾਡੇ ਲਗਭਗ 27 ਦੇ ਨੇੜੇ ਚੈਪਟਰ ਨੇਗੇ। 25 ਮੰਨ ਕੇ ਚੱਲੋ, ਰਾਊਂਡ ਆਫ ਫਿਗਰ ਜਿਹੜੀ ਹੈਗੀ ਸਾਡੀ 25 ਚੈਪਟਰ ਨੇ ਜਿਹੜੇ ਅਸੀਂ ਕਰਨੇ ਨੇਗੇ। ਬਹੁਤ ਜਾਣੇ ਪੁੱਛ ਰਹੇ ਹੈਗੇ ਵੀ ਇਹਦੇ ਵਾਸਤੇ ਕਿਤਾਬ ਕਿਹੜੀ ਯੂਜ਼ ਕਰੀਏ ਅਸੀਂ। ਦੇਖੋ ਬੱਚੇ, ਜਿਹੜੀ ਤੁਸੀਂ ITI ਦੇ ਵਿੱਚ ਕਿਤਾਬ ਪੜ੍ਹੀ ਹੈਗੀ ਉਹ ਤੁਹਾਡੀ ਬੈਸਟ ਕਿਤਾਬ ਆ, ਉਸ ਤੋਂ ਉੱਪਰ ਕੋਈ ਕਿਤਾਬ ਨਹੀਂ ਹੈਗੀ। ਉਹਦੇ ਵਿੱਚ ਬਹੁਤ ਕੁਛ ਆ। ਉਹਦੇ ਵਿੱਚ ਜੇ ਉਹਦੇ ਵਿੱਚ ਤੁਸੀਂ 70% ਵੀ ਕਿਤਾਬ ਪੜ੍ਹ ਲਈ ਨਾ, ਤਾਂ ਤੁਹਾਡਾ ਪੇਪਰ ਪੱਕਾ ਕਲੀਅਰ ਹੈ। ਤੁਹਾਨੂੰ ਕੋਈ ਨਹੀਂ ਰੋਕ ਸਕਦਾ। 50 ਦੇ ਵਿੱਚੋਂ 40-45 ਨੰਬਰ ਤੁਹਾਡੇ ਆਉਣਗੇ ਹੀ ਆਉਣਗੇ। ਇੰਨੀਆਂ ਪੋਸਟਾਂ ਹੁਣ 50 ਦੇ ਵਿੱਚ ਤਾਂ 25 ਲੈਤੇ ਹੀ ਮਾਣ ਨਹੀਂ ਹੈਗੇ, ਪਰ ਫਿਰ ਵੀ ਅਸੀਂ ਤਾਂ ਚਲੋ 45 ਵਾਸਤੇ ਤਿਆਰੀ ਕਰਾਂਗੇ। ਤਾਂ ਜਿਹੜੀ ਤੁਹਾਡੀ ਉਹ ਬੁੱਕ ਹੈਗੀ ITI ਦੇ ਵਿੱਚ, ਚਾਹੇ ਤਾਂ ਉਹ ਹੋਵੇ ਮਹਿਤਾ ਵਾਲੀ, ਜਿਹੜੀ ਦਨਪਤ ਰਾਏ ਦੀ ਨਹੀਂ ਹੈਗੀ, ਕਿ ਕੁਛ ਬੱਚਿਆਂ ਨੇ ਪੜ੍ਹੀ ਹੋਏਗੀ, ਗੁਪਤਾ, ਮਹਿਤਾ ਐਂਡ ਗੁਪਤਾ, ਚਾਹੇ ਉਹ ਖਾਲਸਾ ਦੀ ਹੋਵੇ, ਰਾਇਲ ਦੀ ਜਿਹੜੀ, ਉਹ ਦੋਨਾਂ 'ਚ ਕੋਈ ਮਰਜ਼ੀ ਕਿਤਾਬ ਪੜ੍ਹ ਲਓ, ਤੁਹਾਡੇ ਰਜੇ ਕੰਸੈਪਟ ਉਹਦੇ ਵਿੱਚੋਂ ਬਣ ਜਾਣਗੇ। ਦੂਜੀ ਗੱਲ, ਜਿਹੜੇ ਨੂਮੈਰੀਕਲ ਨੇਗੇ, ਜਿਹੜੇ ਆਹ ਰਕਮਾਂ ਜੀਆਂ ਹੁੰਦੀਆਂ ਨੇਗੀਆਂ ਜਿਹੜੀਆਂ ਸਾਡੀਆਂ, ਇਹ ਰਕਮਾਂ ਜੀਆਂ ਵਾਲੀ ਚੀਜ਼ਾਂ ਜਿਹੜੀਆਂ ਨੇ, ਨੂਮੈਰੀਕਲ ਸਾਰੇ ਮੈਂ ਕਰਵਾਉਂ, ਕੱਲਾ ਨੂਮੈਰੀਕਲ ਕਲਾਸ 'ਚ ਹੋਊਗਾ, ਤੁਹਾਨੂੰ ਇਹਦੇ ਬਾਰੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ। ਠੀਕ ਹੈ ਜੀ, ਦੱਸਣ ਵਾਲੀਆਂ ਗੱਲਾਂ ਮੈਂ ਦੱਸੂ ਜੋ ਤੁਹਾਡੇ ਨੂਮੈਰੀਕਲ ਹੋ ਗਏ ਨਾ। ਅੱਛਾ, ਇੱਕ ਗੱਲ ਹੋਰ ਸੁਣੋ ਜੀ, ਜ਼ਿਆਦਾਤਰ ਬੱਚਿਆਂ ਨੂੰ ਇਹ, ਬਹੁਤ ਬੱਚੇ ਮੈਥੋਂ ਪੁੱਛਦੇ ਹੈਗੇ ਵੀ ਨੂਮੈਰੀਕਲ ਕਿੰਨੇ ਆਉਂਦੇ ਹੁੰਦੇ ਨੇਗੇ ਤੇ ਥਿਊਰੀ ਕਿੰਨੀ ਆਉਂਦੀ ਹੁੰਦੀ ਹੈਗੀ। ਇਹ 2 ਗੱਲਾਂ ਪੁੱਛਦੇ ਆ ਵੀ ਆਹ ਜੀ 100 ਨੰਬਰ ਦਾ ਪੇਪਰ ਹੈਗਾ ਤਾਂ ਕਿੰਨੇ ਕੁ ਆਉਂਦੇ ਆ ਜੀ? 5 ਕਿ ਆਉਂਦੇ ਆ ਜੀ, ਫਿਰ ਤਾਂ ਲੋੜ ਹੀ ਨਹੀਂ ਹੈਗੀ ਇੰਨਾ ਮੱਥਾ ਮਾਰਨ ਦੀ, ਗੱਲੀ ਥਿਊਰੀ ਪੜ੍ਹ ਲੈਣੇ ਆ। ਅੱਛਾ, ਮੈਂ ਤੁਹਾਨੂੰ ਪੁੱਛਦਾ ਵੀ ਜਿਹੜਾ ਮੈਂ ਮੰਨ ਲਓ ਕਿਸੇ ਨੇ ਲਿਖ ਕੇ ਦੇਤਾ ਵੀ ਪੈਰਲਲ ਦੇ ਵਿੱਚ ਇੱਕ ਬੱਲਬ ਉੱਡਣ ਦੇ ਨਾਲ ਬਾਕੀ ਬੱਲਬਾਂ ਦੇ ਵਿੱਚ ਕਰੰਟ ਕੀ ਹੋਏਗਾ, ਇਹ ਮੈਂ ਲਿਖ ਕੇ ਦੇਤਾ। ਇੱਕ ਬੱਲਬ ਪੈਰਲਲ 'ਚ ਇੱਕ ਬੱਲਬ ਬਰਨ ਹੋਣ ਕਰਕੇ ਬਾਕੀ ਬੱਲਬਾਂ ਤੇ ਕੀ ਪ੍ਰਭਾਵ ਹੋਵੇਗਾ, ਬਾਕੀ ਬੱਲਬਾਂ ਤੇ ਕੀ ਪ੍ਰਭਾਵ ਹੋਵੇਗਾ। ਮੰਨ ਲਓ ਉਹਨੇ ਆਹ ਪੁੱਛ ਲਿਆ, ਹੁਣ ਇਹ ਕੀ, ਇਹ ਥਿਊਰੀ ਵਾਲਾ ਕੁਐਸਚਨ ਹੈਗਾ। ਹੁਣ ਜਿਹਨੇ ਦਾ ਜੀ ਆਹ ਕੁਐਸਚਨ ਸੋਲਵ ਹੀ ਨਹੀਂ ਕਰਕੇ ਦੇਖੇ ਹੈਗੇ ਨੂਮੈਰੀਕਲ, ਉਹਨੂੰ ਕੀ ਪਤਾ ਲੱਗੂ, ਉਹਦਾ ਕੀ ਜਵਾਬ ਦਿਓਗੇ? ਉਹ ਰੱਟੇ ਮਾਰੋਗੇ ਤੁਸੀਂ। ਉਹ ਰੱਟੇ ਕੀ ਪਤਾ ਅੱਜ ਭੁੱਲ ਜਾਣ ਕਿ ਕੱਲ ਭੁੱਲ ਜਾਣ। ਉਹਨੇ ਸੀਰੀਜ਼ ਕਹਿਤਾ, ਕੱਲ ਨੂੰ ਪੈਰਲਲ ਕਹਿਤਾ, ਜਾਂ ਗੱਲ ਕੋਈ ਡਾਇਗਰਾਮ ਬਣਾ ਕੇ ਦੱਸਤੀ। ਆਹ ਕੱਲ ਨੂੰ ਇੱਕ ਉਹਨੇ ਡਾਇਗਰਾਮ ਬਣਾ ਕੇ ਦੱਸਤੀ, ਇੱਕ ਤੁਹਾਡੇ ਜੀਵੀ ਇਹਦੇ ਵਿੱਚ
ਆ ਕਿਤਾਬ ਦੇ ਵਿੱਚ ਮਹਿਤਾ ਐਂਡ ਗੁਪਤਾ ਦੇ ਵਿੱਚ ਕੁਐਸਚਨ ਹੈਗਾ ਵੀ ਇਦਾਂ ਸੀਗਾ, ਇੱਥੇ ਇੱਕ ਸਵਿਚ ਲੱਗੀ ਹੋਈ ਸੀਗੀ, ਆ ਸਵਿਚ ਨੂੰ ਕਹਿੰਦਾ ਕਲੋਜ਼ ਕਰਤਾ, ਦੱਸੋ ਕਹਿੰਦਾ ਪਹਿਲਾਂ ਨਾਲ ਰੈਜ਼ਿਸਟੈਂਸ ਵਧੀ ਹੈ ਕਿ ਘਟੀ ਹੈ, ਓਪਨ ਕਰਤਾ ਪਹਿਲਾਂ ਰੈਜ਼ਿਸਟੈਂਸ ਵਧੀ ਹੈ ਘਟੀ ਹੈ। ਤਾਂ ਇਹ ਜਿਹੇ ਜਿਹੜੇ ਕੁਐਸਚਨ ਨੇ ਬੱਚੇ ਉਹ ਤਾਂ ਹੀ ਹੋਣਗੇ ਜੇ ਅਸੀਂ ਨਿਊਮੈਰੀਕਲ ਕਰ ਰਹੇ ਹਾਂ। ਤਾਂ ਇੱਕ ਗੱਲ ਤਾਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਦਿਓ ਵੀ ਅਸੀਂ ਨਿਊਮੈਰੀਕਲ ਛੱਡਣੇ ਆ ਕਿ ਥਿਊਰੀ ਕਰਨੀ ਹੈ, ਇਹ ਤਾਂ ਛੱਡ ਦਿਓ। ਜੇ ਤੁਸੀਂ ਇਹੋ ਜਿਹਾ ਕੁਛ ਕਰਨਾ ਫਿਰ ਅਜੇ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਹੈਗੀ, ਤੁਹਾਨੂੰ ਫਿਰ ਘਰੇ ਬਹਿ ਕੇ ਕਿਤਾਬਾਂ ਪੜ੍ਹੀ ਜਾਓ। ਮੈਂ ਤਾਂ ਤੁਹਾਨੂੰ 100% ਸਿਲੇਬਸ ਸਿਖਾਉਣਾਗਾ, ਮੈਂ ਤੁਹਾਨੂੰ ਸਿਰਫ ਸਿਲੇਬਸ ਨਹੀਂ ਸਿਖਾਉਣਾ, ਮੈਂ ਤੁਹਾਡਾ ਪੇਪਰ ਨਹੀਂ ਕਢਵਾਉਣਾ ਹੈਗਾ ਇਕੱਲਾ। ਮੈਂ ਤੁਹਾਨੂੰ ਜਦੋਂ ਬਿਜਲੀ ਬੋਰਡ ਦੇ ਵਿੱਚ ਤੁਸੀਂ ਲੱਗ ਗਏ ਤਾਂ ਤੁਹਾਡਾ ਜੇਈ ਵੀ ਤੁਹਾਨੂੰ ਮੰਨੇ ਵੀ ਹਾਂ ਇਹ ਇਸਕਾ ਜਿਹੜਾ ਸਹਾਇਕ ਲਾਈਨਮੈਨ ਹੈ ਇਹਨੂੰ ਕੁਛ ਚੀਜ਼ਾਂ ਦਾ ਪਤਾ ਹੈਗਾ, ਤਾਂ ਤੁਹਾਡੀ ਨੌਲੇਜ ਦਾ ਤੁਹਾਡੀ ਦਾ ਪਤਾ ਲੱਗੇ। ਇਹ ਨਾ ਹੋ ਵੀ ਤੁਸੀਂ ਉੱਥੇ ਸੁਣਨਾ ਵਾਂਗੂ ਮੂੰਹ ਚੱਕ ਕੇ ਖੜੇ ਰਹੋ। ਤੁਸੀਂ ਜੇਈ ਤੋਂ ਹਰੇਕ ਵਾਰੀ ਪੁੱਛੋ ਇਹਦਾ ਕੀ ਕਰੀਏ ਜੀ, ਆ ਕਰੰਟ ਕੀ ਹੋਊਗਾ ਜੀ, ਆਹ ਕੀ ਹੋ ਗਿਆ ਜੀ। ਦੂਜੇ ਬੰਦੇ ਨੂੰ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਸਲਾਹ ਤਾਂ ਦਿੱਤੀ ਜਾਂਦੀ ਹੈ ਜੇ ਤੁਹਾਨੂੰ ਕੋਈ ਪਤਾ ਹੋਊਗਾ। ਤਾਂ ਮੈਂ ਰਾਜੇ ਤੁਹਾਨੂੰ ਸਾਫ਼-ਸਾਫ਼ ਕਹਿ ਰਿਹਾ, ਮੈਂ ਸਿਰਫ ਤੁਹਾਨੂੰ ਪੇਪਰ ਪੂਪਰ ਵਾਸਤੇ ਕਲੀਅਰ ਨਹੀਂ ਕਰ ਰਿਹਾ, ਮੈਂ ਤੁਹਾਨੂੰ ਜ਼ਿੰਦਗੀ ਵਾਸਤੇ ਕਲੀਅਰ ਕਰ ਰਿਹਾ, ਜ਼ਿੰਦਗੀ ਵਾਸਤੇ ਤੁਹਾਡੀ ਤਿਆਰੀ ਕਰਵਾ ਰਿਹਾਗਾ, ਤਾਂ ਕਿ ਪੇਪਰ ਤੋਂ ਬਾਅਦ ਵੀ ਜਦੋਂ ਤੁਹਾਡੇ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆਉਣਗੀਆਂ ਜਿਹੜੀਆਂ ਬਿਜਲੀ ਬੋਰਡ ਦੇ ਨਾਲ ਸੰਬੰਧਿਤ ਹੋਣਗੀਆਂ ਜਾਂ ਤੁਹਾਡੀ ਜੌਬ ਦੇ ਨਾਲ ਸੰਬੰਧਿਤ ਹੋਣਗੀਆਂ, ਉਹਦੇ ਵਿੱਚ ਤੁਸੀਂ 4 ਬੰਦਿਆਂ ਵਿੱਚ ਖੜ ਕੇ ਬੋਲ ਸਕੋ ਵੀ ਨਹੀਂ ਜੀ ਇਹਦਾ ਐਂ ਹੋਊਗਾ, ਇਹਦਾ ਆ ਹੋਊਗਾ, ਇਹਦੀ ਰਜਿਸਟੈਂਸ ਚੈੱਕ ਕਰਕੇ ਦੇਖ ਲਓ ਜੀ, ਇਹਦਾ ਵੋਲਟ ਮੀਟਰ ਮੱਚਿਆ ਕੀ ਕਰਕੇ ਦੇਖ ਲਓ ਜੀ। ਤੁਹਾਨੂੰ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇਗੀਆਂ। ਤਾਂ ਇਹ ਗੱਲ ਕਲੀਅਰ ਹੋ ਗਈ ਰਾਏ ਸਾਰਿਆਂ ਨੂੰ। ਤਾਂ ਮੇਰੇ ਨਾਲ ਮੈਥੋਂ ਕੱਲ ਤੋਂ ਬਾਅਦ ਇਹ ਨਹੀਂ ਪੁੱਛਣਾ ਅੱਜ ਤੋਂ ਬਾਅਦ ਨਿਊਮੈਰੀਕਲ ਕਿੰਨੇ ਆਉਣਗੇ, ਥਿਊਰੀ ਕਿੰਨੀ ਆਊਗੀ, ਘੱਟੋ ਘੱਟ ਇੰਨੀਆਂ ਬਣਾਵਾਂਗੇ। ਠੀਕ ਹੈ ਜੀ, ਇਹਦੇ ਵਿੱਚ ਪ੍ਰੋਪਰ ਦਿੱਤੀ ਜਾਊਗੀ ਤੁਹਾਨੂੰ। ਉਸ ਤੋਂ ਬਾਅਦ ਜੀ ਤੁਹਾਡੇ ਜਿਹੜੇ WhatsApp ਦਾ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਤੁਹਾਡੇ ਡਾਊਟਸ ਕਲੀਅਰ ਹੋ ਜਾਣਗੇ। ਹਜੇ ਤੱਕ ਸ਼ਾਇਦ ਹੋ ਸਕਦਾ ਘੱਟ ਡਾਊਟ ਆਏ ਨੇ ਕਿ ਤੁਹਾਡੇ, ਕਿਉਂਕਿ ਹਜੇ ਕੁਐਸਚਨ ਵੀ ਘੱਟ ਹੋਏ ਆ। ਤਾਂ ਡਾਊਟ ਜਿਹੜੇ ਆ ਕਿ ਤੁਹਾਡੇ ਉਹ WhatsApp ਗਰੁੱਪ ਦੇ ਵਿੱਚ ਕੀਤੇ ਜਾਣਗੇ। ਹੁਣ ਕਈ ਵਾਰੀ ਕੀ ਹੁੰਦਾ ਵੀ ਤੁਸੀਂ ਪੈਰਲਲ ਦਾ ਕੁਐਸਚਨ ਪਾ ਦਿੰਦੇ ਹੋਗੇ, ਜਿਵੇਂ ਕਿ ਕੱਲ ਪਾਇਆ ਸੀਗਾ, ਵੀਡੀਓ ਬਾਅਦ ਚੋਂ ਪਈ ਹੈਗੀ, ਤਾਂ ਅਸੀਂ ਹਮੇਸ਼ਾ ਗੁਰੇਜ਼ ਕਰਦੇ ਵੀ ਤਾਂ ਮੈਂ ਇੱਥੇ ਆਨਸਰ ਨਾ ਦੇਵਾਂ, ਕਿਉਂਕਿ ਅੱਧਾ ਆਨਸਰ ਦੇਵਾਂਗਾ। ਇੱਕ ਤਾਂ ਮੈਂ ਦੇਖੋ ਮੈਂ ਸਿਰਫ ਮੈਨੂੰ ਲੱਗਦਾ 39 ਮਿੰਟ ਦੀ ਵੀਡੀਓ ਹੈਗੀ, 39 ਮਿੰਟ ਦੀ ਵੀਡੀਓ ਹੈਗੀ ਨਾ ਪੈਰਲਲ ਵਾਲੀ ਜਿਹੜੀ ਕੋਈ ਵੀਡੀਓ ਹੈਗੀ। ਤਾਂ ਇੱਕ ਕੁਐਸਚਨ ਦੇ ਵਿੱਚ ਮੈਂ 39 ਮਿੰਟ ਉੱਥੇ ਮੈਂ 39 ਮਿੰਟ ਕਿਵੇਂ ਬੋਲ ਪਾਂ ਬੱਚੇ ਉਹਦੇ ਵਿੱਚ। ਇੱਕ ਜਿਹੜਾ ਤੁਸੀਂ WhatsApp ਦੇ ਵਿੱਚ ਕੁਐਸਚਨ ਪੁੱਛਿਆ, ਤਾਂ ਜੇ 39 ਮਿੰਟ ਤੁਸੀਂ ਵੀਡੀਓ ਦੇਖੀ ਹੋਏਗੀ ਉਹ ਕੁਐਸਚਨ ਬਣਨਾ ਹੀ ਨਹੀਂ ਸੀਗਾ। ਤਾਂ ਮੈਂ ਸਿਰਫ ਇਹ ਕਹਿਣਾ ਵੀ ਜਿਹੜੀ ਚੀਜ਼ ਮੈਂ 39 ਮਿੰਟ ਦੇ ਵਿੱਚ ਤੁਹਾਨੂੰ ਸਮਝਾਉਣਾਗਾ ਉਹ ਮੈਂ ਤੁਹਾਨੂੰ ਉੱਥੇ ਇੱਕ ਲਾਈਨ ਦੇ ਵਿੱਚ ਕਿਵੇਂ ਸਮਝਾ ਦੂੰਗਾ, ਮੈਂ ਉੱਥੇ ਜਵਾਬ ਨਹੀਂ ਦਿੰਦਾ ਹੁੰਦਾ। ਹਾਂ ਜੇ 39 ਮਿੰਟ ਦੀ ਵੀਡੀਓ ਤੁਸੀਂ ਦੇਖੀ ਹੋਈ ਹੈਗੀ ਹੁਣ ਮੈਂ ਜਵਾਬ ਦੇ ਦੂੰਗਾ ਉੱਥੇ। ਗੱਲ ਕਲੀਅਰ ਹੋਈ? ਜਿਹੜੇ ਕੁਐਸਚਨ ਤੁਸੀਂ ਉਹ ਪੁੱਛ ਰਹੇ ਹੋਗੇ ਜਿਹੜੇ ਹਜੇ ਅਸੀਂ ਕੀਤੇ ਨਹੀਂ ਹੈਗੇ, ਮੈਂ ਉਹਨਾਂ ਦਾ ਜਵਾਬ ਇਸ ਕਰਕੇ ਨਹੀਂ ਦਿੰਦਾ ਹੈਗਾ ਕਿਉਂਕਿ ਉਹ ਹਜੇ ਤੁਹਾਡੇ ਨਾਲ ਸੰਬੰਧਿਤ ਹੈ ਹੀ ਨਹੀਂ, ਤੁਸੀਂ ਇਹ ਬਣ ਕੇ ਚੱਲੋ। ਠੀਕ ਹੈ ਜੀ, ਆਨਲਾਈਨ ਪੇਪਰ ਅਜੇ ਹਰੇਕ ਤੋਂ ਬਾਅਦ ਲੈਤਾ ਜਾਊਗਾ, ਪਹਿਲਾਂ ਲੈ ਕੇ ਦੇਖਿਆਗਾ ਤੁਹਾਡਾ। ਬੇਸ਼ੱਕ ਬੱਚਿਆਂ ਨੇ ਥੋੜੀ ਗਿਣਤੀ ਘੱਟ ਸੀਗੀ ਪਰ ਉਦੋਂ ਤੱਕ ਬੱਚੇ ਸੀਰੀਅਸ ਨਹੀਂ ਹੁੰਦੇ, ਮੈਨੂੰ ਵੀ ਪਤਾ ਜਦੋਂ ਤੱਕ ਫੀਸ ਨਹੀਂ ਦਿੰਦੇ ਹੈਗੇ। ਜਿੱਦੇ ਫੀਸ ਦਿੱਤੀ ਗਈ ਉਦੋਂ ਸਾਰੇ ਆਪਣੇ ਆਪ ਸੀਰੀਅਸ ਹੋ ਜਾਣਗੇ, ਪੇਪਰ ਵੀ ਦੇਣਗੇ, ਸਾਰਾ ਕੁਝ ਦੇਣਗੇ। ਚਲੋ ਉਸ ਤੋਂ ਬਾਅਦ ਅਜੇ ਜਿਹੜੀਆਂ ਆਬਜੈਕਟਿਵ ਟਾਈਪ ਦੀਆਂ ਵੀਡੀਓਜ਼ ਅਲੱਗ ਬਣਾਈਆਂ ਜਾਣਗੀਆਂ। ਹਜੇ ਤੱਕ ਤੁਹਾਨੂੰ ਉਹਦੇ ਵਿੱਚ 2-3 ਕੁਐਸਚਨ ਤਾਂ ਮੈਂ ਕੁਐਸਚਨ ਹਰੇਕ ਵਾਰੀ ਕਰਵਾ ਰਿਹਾ ਨਾ, ਪਰ ਕੁਐਸਚਨ ਤੁਹਾਨੂੰ ਇਦਾਂ ਨਹੀਂ ਦੇ ਰਿਹਾ ਹੈਗਾ ਵੀ ਇਹਦੇ ਇੱਕ ਆਨਸਰ ਆ ਹੈਗਾ, ਬੀ ਹੈਗਾ, ਸੀ ਆ, ਡੀ ਆ, ਦੱਸੋ ਜੀ ਕਿਹੜਾ। ਤਾਂ ਇਹ ਤੁਹਾਨੂੰ ਉਦੋਂ ਦਿੱਤੇ ਜਾਣਗੇ ਜਦੋਂ ਤੁਹਾਡਾ ਕੋਰਸ ਕੰਪਲੀਟ ਹੋ ਗਿਆ, ਜਦੋਂ ਤੁਹਾਡਾ ਇੱਕ ਚੈਪਟਰ ਕੰਪਲੀਟ ਹੋ ਗਿਆ, ਜਦੋਂ ਸੀਰੀਜ਼ ਵੀ ਪਤਾ ਲੱਗ ਗਈ ਤੁਹਾਨੂੰ ਕੀ ਹੁੰਦੇ ਆ, ਪੈਰਲਲ ਵੀ ਪਤਾ ਲੱਗ ਗਏ ਕੀ ਹੁੰਦੇ ਆ, ਸੀਰੀਜ਼ ਪਲੱਸ ਪੈਰਲਲ ਵੀ ਪਤਾ ਲੱਗ ਗਏ ਕੀ ਹੁੰਦੇ ਹੈਗੇ, ਕਰੰਟ ਡਿਵੀਜ਼ਨ ਲਾ ਦਾ ਵੀ ਪਤਾ ਲੱਗ ਗਿਆ, ਵੋਲਟੇਜ ਡਿਵੀਜ਼ਨ ਲਾ ਦਾ ਵੀ ਪਤਾ ਲੱਗ ਗਿਆ, ਫੇਰ ਕਰਵਾਉਂਗਾ ਜੀ। ਉਸ ਤੋਂ ਬਾਅਦ ਇਹ ਜੋ ਸਾਰਾ ਸਿਲੇਬਸ ਹੋ ਗਿਆ, ਸਾਰੇ ਸਿਲੇਬਸ ਦੇ ਮੌਕ ਟੈਸਟ ਬਣਾਵਾਂਗੇ। ਤਾਂ ਇਹ ਹੈ ਜੀ ਕੋਰਸ ਬਾਰੇ ਸਾਰੀ ਜਾਣਕਾਰੀ। ਇਹਦੇ ਵਿੱਚ ਜੇ ਕੁਝ ਪੁੱਛਣਾ ਪੁੱਛ ਲਓ। ਸਰ ਪੇਪਰ ਦੇ ਇਲੈਕਟ੍ਰੀਕਲ ਤੋਂ ਇਲਾਵਾ ਹੋਰ ਕਿੰਨੇ % ਆਊਗੀ? 100 ਤੋਂ ਇਲੈਕਟ੍ਰੀਕਲ ਕਿੰਨੇ % ਆ? ਦੋ ਚੀਜ਼ਾਂ 70-30 ਆਊਗੇ, 50-50 ਆਊਗਾ ਜੀ। ਹਜੇ ਬੱਚੇ ਇਹਨਾਂ ਨੇ ਕੁਝ ਕਲੀਅਰ ਨਹੀਂ ਕੀਤਾ। ਪਹਿਲੀ ਗੱਲ ਤਾਂ ਇਹ ਗੱਲ ਨੇ ਮਸਾਂ ਕਲੀਅਰ ਕੀਤੀ ਹੈ ਵੀ ਹਨਾ ਪੇਪਰ ਹੋਊਗਾ, ਇਹ ਤਾਂ ਇਹੀ ਗੱਲ ਕਹੀ ਹੈ ਨਾ। ਹਾਂਜੀ ਸਰ। ਜਿਹੜਾ PSTCL ਹੈਗਾ ਜਾਂ PSPCL ਹੈਗਾ, ਹਮੇਸ਼ਾ ਹੁਣ ਤੱਕ ਜਿਹੜੇ ਇਹਨਾਂ ਨੇ ਪੇਪਰ ਲੈਤੇ ਹੈਗੇ ਹੁਣ ਤੱਕ, ਉਹਦੇ ਵਿੱਚ ਰੇਸ਼ੋ ਜਿਹੜੀ PSTCL ਦੀ ਰੇਸ਼ੋ ਹੈਗੀ ਉਹ 60-40 ਦੀ ਰਹੀ ਹੈਗੀ, ਤੇ PSPCL ਦੀ ਰੇਸ਼ੋ ਜਿਹੜੀ 70-30 ਦੀ ਰਹੀ ਹੈਗੀ। ਓਕੇ ਸਰ। ਤਾਂ ਉਮੀਦ ਪੂਰੀ ਹੈਗੀ ਵੀ ਇਹ ਆਪਦੀ ਜਿਹੜੀ ਪਹਿਲਾਂ ਰੇਸ਼ੋ ਰਹੀ ਹੈ ਜਿਹੜੀ JEE ਵਾਸਤੇ ਜਾਂ SSA ਵਾਸਤੇ ਸੀਗੀ, ਉਹੀ ASSA ਵਾਸਤੇ ਵੀ ਰੱਖਣਗੇ, ਇਹ ਉਮੀਦ ਆ ਪੂਰੀ। ਓਕੇ ਸਰ। ਤਾਂ ਜਿਹਦੇ ਵਿੱਚੋਂ ਵੱਡਾ ਹਿੱਸਾ ਸਾਡਾ ਟੈਕਨੀਕਲ ਦਾ ਹੀ ਹੋਏਗਾ। ਤੇ ਅਲਾਈਨਮੈਨ ਵਾਲੀ ਵੀ ਇਹੀ ਆਊ ਜੀ? ਬਿਲਕੁਲ ਇਹੀ ਆਊਗੀ ਰਾਜੇ, ਉਹਨਾਂ ਦਾ ਸਿਲੇਬਸ ਦਾ ਪੈਟਰਨ ਇਹੀ ਆ। ਸਪੋਜ਼ ਕਰੋ ਉਹਨਾਂ ਨੇ 50/50 ਦੀ ਪਾਤੀ, ਮੰਨ ਲਓ 50-50 ਦੀ ਕਰਤੀ, ਮੰਨ ਲਓ, ਤਾਂ ਜਿਹੜੀ ਮੈਰਿਟ ਜਾਂਦੀ ਹੁੰਦੀ ਹੈ ਨਾ, ਮੈਰਿਟ ਤਾਂ ਸਭ ਵਾਸਤੇ ਉਹ ਕੁਐਸਚਨ ਤਾਂ ਸੇਮ ਆਗੇ। ਅਸੀਂ ਟੈਕਨੀਕਲ ਦੀ 50 ਦੀ ਤਿਆਰੀ ਕੀਤੀ, ਇਹਦੇ ਵਿੱਚ ਅਸੀਂ 45 ਖਿੱਚ ਲਏ, ਇਹਦੇ ਵਿੱਚੋਂ ਅਸੀਂ 15-20 ਵੀ ਖਿੱਚ ਲਏ, ਸਾਡੇ ਕੋਲੇ ਆਪਣੇ ਆਪੇ 65 ਨੰਬਰ ਸਾਡੇ ਬਣ ਗਏ। ਹਾਂਜੀ ਸਰ, ਉਹ ਤਾਂ ਹੈ ਜੀ। ਹਨਾ, ਤਾਂ ਕਿਹਾ ਜਾ ਮਰਜ਼ੀ ਆਵੇ ਪੇਪਰ, ਦੇਖੋ ਚਾਹੇ ਤਾਂ ਆਵੇ 70 ਨੰਬਰ ਦੀ ਰਾਜੇ, ਚਾਹੇ ਆਵੇ 50 ਨੰਬਰ ਦੀ, ਚਾਹੇ ਆਵੇ ਸਿਰਫ 30 ਨੰਬਰ ਦੀ,
ਮੈਨੂੰ ਤਾਂ ਸਿਲੇਬਸ ਸਾਰਾ ਹੀ ਕਰਵਾਉਣਾ ਪੈਣਾਗਾ, ਚਾਹੇ 100 ਨੰਬਰ ਦੀ ਆਵੇ। ਹਾਂਜੀ ਸਰ, ਸਿਲੇਬਸ ਦਾ ਸਾਰੀ ਕਰਨਾ ਮੈਂ ਇਹ ਨਹੀਂ ਕਹਿ ਸਕਦਾ ਵੀ 30 ਨੰਬਰ ਦੀ ਟੈਕਨੀਕਲ ਆ, ਮੈਂ ਤਾਂ ਤੈਨੂੰ ਅੱਧਾ ਕਰਵਾ ਦਿੰਦਾ, ਕੀ ਪਤਾ ਉਹ ਚੀਜ਼ ਆ ਜਿਹੜਾ ਨਾ ਕੀਤਾ ਹੋਵੇ ਆਪਾਂ। ਤਾਂ ਇਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਆਹ ਪੇਪਰ ਕਿੰਨਾ ਸਿਲੇਬਸ ਕਿੰਨੀ ਆਏਗੀ ਪੈਟਰਨ। ਗੱਲ ਸਿਰਫ ਇਹ ਆ ਵੀ ਅਸੀਂ ਇੱਕ ਹਿੱਸਾ ਜਿਹੜਾ ਉਹ ਇੰਨਾ ਸਟਰੋਂਗ ਕਰ ਲਈਏ ਵੀ ਦੂਜਾ ਹਿੱਸਾ ਜਿਹੜਾ ਸਾਡਾ ਜਿੰਨੇ ਕੁ ਨੰਬਰ ਆਉਣ ਸਾਡੇ, ਉਹ ਸਾਡੇ ਬੋਨਸ ਦੇ ਨੰਬਰ ਹੀ ਹੋਣ। ਟਿਊਬਵੈਲ ਆਪਰੇਟਰ ਨਾਲ ਜਿਹੜਾ 50-50 ਦੀ ਹੈ ਜੀ ਸਰ? ਉਹਦੇ ਵਿੱਚ 50-50 ਜੀ, ਉਹਦੇ ਵਿੱਚ 50-50 ਜੀ। ਹਾਂਜੀ ਸਰ। ਨਹੀਂ ਸਰ, ਜਿਹੜੇ ਮੰਨ ਲਓ ਹੋਰ ਰੀਜ਼ਨਿੰਗ ਮੈਥ ਆਊਗਾ ਉਹ ਆਪਾਂ ਨੂੰ ਕਲਾਸਾਂ ਹੋਰ ਲਾਉਣੀਆਂ ਪੈਣੀਆਂ ਕਿਸੇ ਤੋਂ? ਔਰ ਅਜੇ ਮੈਂ ਨਾ ਤੁਹਾਨੂੰ ਗਾਈਡ ਕਰ ਦੂੰਗਾ, YouTube ਦੇ ਉੱਪਰ ਬਹੁਤ ਕੁਝ ਪਿਆ। ਮੈਂ ਤੁਹਾਨੂੰ ਨਾ ਟੌਪਿਕ ਦੱਸੂਗਾ ਜਿਹੜਾ ਬਿਜਲੀ ਬੋਰਡ ਹੁਣ ਤੱਕ ਪਾਉਂਦਾ ਆ ਰਿਹਾ। ਜਿਵੇਂ ਰੀਜ਼ਨਿੰਗ ਦੇ ਵਿੱਚ ਪੱਕੇ ਜੇ ਟੌਪਿਕ ਆ ਗਏ, ਰੀਜ਼ਨਿੰਗ ਦੇ ਵਿੱਚ ਪੱਕੇ ਜੇ ਟੌਪਿਕ ਹੈਗੇ ਵੀ ਆਹ 5-10 ਟੌਪਿਕ ਨੇਗੇ, ਜੇ ਉਹ 10 ਟੌਪਿਕ ਤੁਸੀਂ ਕਰ ਲਓਗੇ ਤਾਂ ਤੁਹਾਡਾ ਹੱਲ ਹੋ ਜਾਊਗਾ। ਤਾਂ ਉਦਾਂ ਦੇ ਟੌਪਿਕ, ਜਿਵੇਂ ਮੈਂ ਤੁਹਾਨੂੰ ਕਹਿੰਦਾ ਵੀ ਬਲੱਡ ਰਿਲੇਸ਼ਨ ਤੇ ਜੀ ਵੀਡੀਓ ਦੇਖ ਲਓ ਕੋਈ, ਉਹਦਾ ਲਿੰਕ ਪਾ ਦਿਓ। ਬੇਸ਼ੱਕ ਮੇਰੇ ਚੈਨਲ ਦੇ ਉੱਪਰ ਨਹੀਂ ਹੋਏਗੀ, ਉਹ ਕਿਸੇ ਹੋਰ ਚੈਨਲ ਦੇ ਉੱਪਰ ਹੋਏਗੀ। ਉਹਦਾ ਤੁਹਾਨੂੰ ਮੈਂ ਗਾਈਡ ਕਰ ਦੂੰਗਾ ਜੀ ਪੂਰਾ। ਹਾਂਜੀ ਸਰ, ਗਾਈਡਨੈਸ ਕਰਦੇ ਜੀ, ਤਰੀਕਾ ਪਤਾ ਲੱਗ ਜਾਂਦਾ ਜੀ। ਜਿਵੇਂ ਇੰਗਲਿਸ਼ ਆਊਗੀ, ਇੰਗਲਿਸ਼ ਤੋਂ ਕਿਸ ਤਰ੍ਹਾਂ ਦਾ ਮੰਨ ਲਓ ਆਊਗਾ ਮੈਥਡ? ਇੰਗਲਿਸ਼ ਰਾਜੀ ਤੁਹਾਡੀ ਬਹੁਤ ਸੌਖੀ ਹੁੰਦੀ ਹੈ। ਇੰਗਲਿਸ਼ ਦੇ ਵਿੱਚ ਜ਼ਿਆਦਾਤਰ, ਜਿਵੇਂ ਮੈਂ ਹਰਿਆਣੇ ਵਾਲੇ ਪੇਪਰ ਦੇਖ ਰਿਹਾ ਸੀ, ਉਹਦੇ ਵਿੱਚ ਸਿੰਪਲ ਲਿਖਿਆ ਹੋਇਆ ਸੀਗਾ। ਮੰਨ ਲਓ ਉਹਨੇ ਕਿਹਾ ਹੈਲਪਫੁਲ, ਵੀ ਹੈਲਪਫੁਲ ਦਾ ਸਮਾਨਾਂਤਰ ਵਰਡ ਕੀ ਹੁੰਦਾ ਹੈਗਾ। ਹਾਂਜੀ ਸਰ, ਉਹ ਤਾਂ ਬਹੁਤ ਸੌਖੀ ਸੀ ਜੀ, ਮੈਂ ਪੇਪਰ ਦਿੱਤਾ ਸੀ, ਦੇਖਿਆ ਸੀਗਾ ਨਾ। ਹਾਂ, ਉਹੀ ਚੱਲ ਹੈ। ਬਸ ਉਹਦੇ ਵਾਸਤੇ ਸਿਰਫ ਇੱਕੋ ਹੀ ਗੱਲ ਆ ਵੀ ਥੋੜਾ ਬਹੁਤਾ ਤੁਹਾਨੂੰ ਨਾ ਪਤਾ ਹੋਣਾ ਚਾਹੀਦਾ ਇੰਗਲਿਸ਼ ਦਾ, ਵੀ ਆਮ ਜਿਹੜੀ ਆਪਾਂ ਵਰਡ ਨੇ ਸਾਡੇ ਪਤਾ ਹੋਣੇ ਚਾਹੀਦੇ ਆ ਸਾਨੂੰ ਜੀ। ਉਹ ਡੇਲੀ ਆਪਣੇ ਬੋਲਣ ਚ ਆਉਂਦੇ ਨੇ ਵਰਡ, ਆਪਾਂ ਉਹੀ ਹੁੰਦੇ ਆ ਜੀ। ਬਿਲਕੁਲ, ਬਸ ਥੋੜਾ ਜਿਹਾ ਤੁਹਾਡਾ ਦਿਮਾਗ ਚੱਲਣਾ ਚਾਹੀਦਾ ਵੀ ਹਾਂ ਇਹ ਸਾਨੂੰ ਇੰਨਾ ਪਤਾ ਹੋਣਾ ਚਾਹੀਦਾ ਵੀ ਜਿਹਨੇ ਲਿਖਤਾ ਨਾ ਸਿਨੋਨਿਮਸ ਲਿਖਤਾ, ਇਹਦਾ ਕੀ ਮਤਲਬ ਆ ਵੀ ਸਮਾਨਾਂਤਰ ਵਰਡ ਆ। ਜਿਹਨੇ ਲਿਖਤਾ ਇਹਦਾ ਐਂਟੋਨੀਅਮ ਕੱਢੋ, ਐਂਟੋਨੀਅਮ ਕੱਢੋ, ਹਨਾ, ਇਹਦਾ ਕੀ ਹੈਗਾ ਵਿਰੋਧੀ ਸ਼ਬਦ। ਵਿਰੋਧੀ ਸ਼ਬਦ ਕੀ ਹੈ? ਹਾਂਜੀ, ਇੰਨਾ ਕੁ ਪਤਾ ਹੋਣਾ ਚਾਹੀਦਾ ਬਸ ਸਾਨੂੰ, ਤਾਂ ਕਿ ਸਾਨੂੰ ਉੱਥੇ ਪਤਾ ਲੱਗ ਸਕੇ ਵੀ ਜੇ ਸਾਡਾ ਹੈਲਪ ਹੈਗਾ, ਉੱਥੇ ਹੈਲਪ ਦਾ ਸਾਨੂੰ ਕਾਰਪੋਰੇਟ ਦੇ ਉੱਪਰ ਲਗਾਉਣਾਗਾ ਕਿ ਅਪੋਜ਼ ਦੇ ਉੱਪਰ ਲਗਾਉਣਾਗਾ, ਵੀ ਕਾਰਪੋਰੇਟ ਦੇ ਉੱਪਰ ਲੱਗੂਗਾ ਨਾ ਕਿ ਕਿਹਦੇ ਲੱਗੂਗਾ, ਹਨਾ। ਇੰਨਾ ਕੁ ਪਤਾ ਹੋਣਾ ਚਾਹੀਦਾ ਸਾਨੂੰ। ਰੀਜ਼ਨਿੰਗ ਤੁਹਾਡੀ ਹੋ ਜੂਗੀ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਮੈਥ ਤੁਹਾਡਾ ਹੋ ਜੂਗਾ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਰਹਿ ਗਈ ਤੁਹਾਡੀ ਜੀਕੇ ਕਿ ਐਡਾ ਵੱਡਾ ਟੌਪਿਕ ਆ ਜੀ, ਬਹੁਤ ਵਾਸਟ ਹੈ। ਇਹਦੀ ਇਕੱਲੀ ਪੰਜਾਬ ਦੀ ਜੀਕੇ ਪੜ੍ਹ ਲਿਓ ਤੁਸੀਂ। ਆਪਾਂ ਕੋਈ ਨਾ ਕੋਈ ਇੱਕ ਚੈਨਲ ਹੈਗਾ ਮੇਰੇ ਕੋਲੇ, ਮੈਂ ਉਹ ਪੰਜਾਬ ਦੀ ਜੀਕੇ ਤੁਹਾਨੂੰ ਮੈਂ ਕਰਵਾ ਦੂੰਗਾ, ਉਹਦੇ ਲਿੰਕ ਭੇਜ ਦੂੰਗਾ। ਓਕੇ ਸਰ। ਜਿਹੜੀ ਆਨਲਾਈਨ ਆਫਲਾਈਨ ਇਹ ਸਾਡਾ ਸਿਰਫ ਇੱਕ ਮਨ ਦੇ ਵਿੱਚ ਇਹ ਇੱਕ ਵਹਿਮ ਬਣਿਆ ਹੋਇਆ, ਹੋਰ ਗੱਲ ਕੁਝ ਨਹੀਂ ਹੈਗੀ ਆਨਲਾਈਨ ਆਫਲਾਈਨ ਦੀ। ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂਗਾ, ਜਿੰਨਾ ਆਨਲਾਈਨ ਦੇ ਵਿੱਚ ਤੁਸੀਂ ਇੱਕ ਵੀਡੀਓ ਨੂੰ ਤੁਸੀਂ 5 ਵਾਰ ਵੀ ਦੇਖ ਸਕਦੇ ਹੋ, 10 ਵਾਰ ਵੀ ਦੇਖ ਸਕਦੇ ਹੋ। ਆਫਲਾਈਨ ਦੇ ਵਿੱਚ ਇੱਕ ਲੈਕਚਰ ਨੂੰ ਕਿੰਨੇ ਵਾਰੀ ਰਿਪੀਟ ਕਰ ਦੂੰ ਮੈਂ, ਦੱਸੋ ਤੁਹਾਨੂੰ। ਆਨਲਾਈਨ ਜਿਹੜੀ ਚੀਜ਼ ਵੀਡੀਓ ਤੁਹਾਡੇ ਕੋਲ ਰਿਕਾਰਡ ਪਈ ਆ ਰਹੀ, ਉਹਨੂੰ ਜਿੰਨੇ ਵਾਰੀ ਮਰਜ਼ੀ ਦੇਖੋ। ਤੇ ਮੈਂ ਆਪਣੀ ਜ਼ਿੰਦਗੀ ਦੇ ਪਿਛਲੇ 10 ਸਾਲਾਂ ਦੇ ਟੀਚਿੰਗ ਐਕਸਪੀਰੀਅੰਸ ਦੇ ਵਿੱਚੋਂ ਇਹ ਗੱਲ ਜ਼ਰੂਰ ਸਿੱਖੀ ਹੈਗੀ ਵੀ ਜਿਹੜੇ ਜਵਾਕ ਮੇਰੇ ਕੋਲੇ ਨਲਾਇਕ ਆਉਂਦੇ ਨੇ, ਮੈਂ ਪੰਜਾਬੀ ਨੂੰ ਕੋਈ ਉਹ ਨਹੀਂ ਹੈਗਾ ਹਰਜ ਕਹਿਣ ਦੇ ਵਿੱਚ, ਵੀ ਨਲਾਇਕ ਜਵਾਕ ਜਿਹੜੇ ਆਉਂਦੇ ਹੈਗੇ ਉਹ ਦੂਜਿਆਂ ਤੋਂ ਮੂਹਰੇ ਲੰਘ ਜਾਂਦੇ ਜਦੋਂ ਉਹ 2-2 3-3 ਕਲਾਸਾਂ ਦੇ ਵਿੱਚ ਬੈਠਦੇ ਨੇਗੇ। ਮੇਰੇ ਕੋਲੇ ਪਰਫੈਕਟ ਐਗਜ਼ਾਮਪਲਾਂ ਹੈਗੀਆਂ ਨੇ, ਮੇਰੇ ਬੱਚਿਆਂ ਦੇ ਵਿੱਚ ਹੈਗੀਆਂ ਨੇ, ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ V = IR ਮੈਨੂੰ ਪਤਾ ਮੈਂ ਉਹਨਾਂ ਨੂੰ ਕਿਵੇਂ ਸਿਖਾਇਆ ਸੀਗਾ। ਪਰ ਅੱਜ ਉਹ ਬੱਚੇ ਉਹ 3 ਕੁ ਬੈਚ ਲਾ ਚੁੱਕੇ, ਹਰੇਕ ਵਾਰੀ ਆ ਜਾਂਦੇ। ਉਹ 1 ਸਾਲ ਆਏ, ਉਦੋਂ ਪੇਪਰ ਨਹੀਂ ਨਿਕਲਿਆ, ਦੂਜੇ ਸਾਲ ਫੇਰ ਉਹਨਾਂ ਨੇ ਸਾਰਾ ਬੈਚ ਰਿਪੀਟ ਕੀਤਾ, ਤੀਜੇ ਸਾਲ ਫੇਰ ਬੈਚ ਰਿਪੀਟ ਕੀਤਾ। ਕਿਉਂਕਿ ਤਾਂ ਜਿਹੜੇ ਬੱਚਿਆਂ ਨੂੰ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਇਹਨਾਂ ਨੂੰ ਕੁਛ ਆ ਵੀ ਜਾਊ V = IR, ਉਹਨਾਂ ਨੂੰ ਕੋਈ ਮਰਜ਼ੀ ਫਾਰਮੂਲਾ ਫੜਾ ਦਿਓ, ਅੱਜ ਉਹ DC ਸਰਕਟ AC ਸਰਕਟ ਕੁਛ ਸਭ ਕੁਛ ਬਹੁਤ ਚੰਗੀ ਤਰ੍ਹਾਂ ਰੱਟੀ ਬੈਠੇ ਨੇਗੇ। ਤਾਂ ਮਤਲਬ ਇਹ ਜਿੰਨਾ ਤੁਸੀਂ ਰਿਪੀਟ ਕਰੋਗੇ ਨਾ, ਜਿੰਨਾ ਰਿਪੀਟ ਕਰੋਗੇ ਓਨਾ ਤੁਹਾਨੂੰ ਵੱਧ ਆਊਗਾ। ਉਹ ਸੁਣਿਆਗਾ, ਉਹ ਕਬੀਰ ਜੀ ਦਾ ਦੋਹਾ ਸੁਣਿਆਗਾ, ਰਸਰੀ ਆਵਤ ਜਾਵਤ ਸਿਲ ਪਰ ਪਰਤ ਨਿਸ਼ਾਨ, ਵੀ ਪੱਥਰ ਦੇ ਉੱਪਰ ਵੀ ਨਿਸ਼ਾਨ ਪੈ ਜਾਂਦੀ ਆ। ਰੱਸੀ ਕਾਹਦੀ ਹੁੰਦੀ ਆ? ਸੂਤ ਦੀ ਬਣੀ ਹੁੰਦੀ ਆ। ਕਦੇ ਸੁਣਿਆਗਾ ਵੀ ਸੂਤ ਦੀ ਰੱਸੀ ਉਹਨੂੰ ਪੱਥਰ ਨੂੰ ਪਾੜ ਦੂਗੀ? ਉਹ ਕਾਹਦੇ ਨਾਲ ਪਾੜਦੀ ਆ? ਰਿਪੀਟੇਸ਼ਨ ਨਾਲ ਪਾੜਦੀ ਹੈਗੀ।